ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਬੜਾ ਪਵਿੱਤਰ ਦਿਨ ਹੈ, ਖੁਸ਼ੀਆਂ ਦਾ ਦਿਨ ਹੈ। ਇਸ ਲਈ ਸਭ ਤੋਂ ਪਹਿਲਾਂ ਤਾਂ ਦਰਬਾਰ ਤੇ ਆਏ ਹੋਏ ਸਾਰੇ ਜੀਵਾਂ ਨੂੰ, ਸਾਰੀ ਸੰਗਤ ਨੂੰ ਅੱਜ ਇਸ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਉਹ ਪਵਿੱਤਰ ਦਿਨ ਹੈ ਜਦੋਂ ਜੀਸਸ ਕ੍ਰਾਈਸਟ, ਯਿਸੂ ਮਸੀਹ, ਉਹਨਾਂ ਨੇ ਇਸ ਦੁਨੀਆ ਤੇ ਜਨਮ ਲਿਆ। ਸੋ ਉਹਨਾਂ ਦੇ ਜਨਮ ਦੇ ਨਾਲ ਜੁੜੀਆਂ ਘਟਨਾਵਾਂ ਦਾ ਤਾਂ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਕਿ ਜਦ ਵੀ ਕੋਈ ਗੁਰੂ ਰਹਿਬਰ ਇਸ ਸੰਸਾਰ ਤੇ ਆਉਂਦਾ ਹੈ ਤਾਂ ਉਹਨਾਂ ਦੇ ਜਨਮ ਲੈਣ ਪਿੱਛੇ ਕੁਝ ਮਕਸਦ ਹੁੰਦਾ ਹੈ। ਔਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਨਾ ਕਿ ਜਦੋਂ ਰਾਤ ਅੰਧੇਰੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਇੱਕ ਦੀਪਕ ਜਗਾਉਂਦੇ ਹਾਂ। ਤਾਂ ਜੇ ਕੋਈ ਪੁੱਛੇ ਕਿ ਭਾਈ ਇਹ ਦੀਪਕ ਜਗਾਉਣ ਪਿੱਛੇ ਮਕਸਦ ਕੀ ਹੈ, ਤਾਂ ਫਿਰ ਬੜਾ ਸਾਫ਼ ਜਵਾਬ ਹੁੰਦਾ ਹੈ ਕਿ ਅੰਧੇਰਾ ਬਹੁਤ ਜ਼ਿਆਦਾ ਹੈ, ਇਹ ਦੀਪਕ ਮੈਂ ਇਸ ਲਈ ਜਗਾਇਆ ਹੈ ਤਾਂ ਕਿ ਘਰ 'ਚ ਪ੍ਰਕਾਸ਼ ਹੋ ਜਾਵੇ, ਘਰ 'ਚ ਰੌਸ਼ਨੀ ਹੋ ਜਾਵੇ। ਜਿਸ ਤਰ੍ਹਾਂ ਇੱਕ ਦੀਪਕ ਜਗਾਉਣ ਦੇ ਪਿੱਛੇ ਅੰਧੇਰੀ ਰਾਤ ਵਿੱਚ ਇੱਕ ਕਾਰਨ ਹੁੰਦਾ ਹੈ ਕਿ ਸਾਨੂੰ ਪ੍ਰਕਾਸ਼ ਦੀ ਜ਼ਰੂਰਤ ਹੈ, ਇਸੀ ਤਰ੍ਹਾਂ ਉਹ ਪ੍ਰਮਾਤਮਾ, ਉਹ ਪ੍ਰਭੂ, ਉਹ ਇਸ ਸੰਸਾਰ ਦਾ ਮਾਲਿਕ ਹੈ, ਉਹ ਇਸ ਸੰਸਾਰ ਦਾ ਰਚੇਤਾ ਹੈ। ਹੁਣ ਇੱਕ ਇਨਸਾਨ ਜਿਸ ਤਰ੍ਹਾਂ ਦੇਖਦਾ ਹੈ ਕਿ ਮੇਰੇ ਘਰ ਦੇ ਵਿੱਚ ਅੰਧਕਾਰ ਹੈ, ਤਾਂ ਉਹ ਕਹਿੰਦਾ ਹੁਣ ਮੈਂ ਆਪਣੇ ਘਰ ਦਾ ਅੰਧਕਾਰ ਦੂਰ ਕਰਨ ਵਾਸਤੇ ਇੱਕ ਦੀਪਕ ਜਗਾਵਾਂ ਤਾਂ ਕਿ ਘਰ ਦਾ ਅੰਧੇਰਾ ਦੂਰ ਹੋਵੇ। ਔਰ ਅੰਧੇਰਾ ਦੂਰ ਕਰਨ ਦੇ ਪਿੱਛੇ ਕਾਰਨ ਕੀ ਹੁੰਦਾ ਹੈ ਕਿ ਘਰ 'ਚ ਰਹਿਣ ਵਾਲੇ ਜਿੰਨੇ ਲੋਕ ਹੈ ਉਹਨਾਂ ਵਾਸਤੇ ਆਸਾਨੀ ਪੈਦਾ ਹੋ ਜਾਵੇ, ਨਹੀਂ ਤਾਂ ਉਹ ਠੋਕਰਾਂ ਖਾਂਦੇ ਫਿਰਨਗੇ। ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਉਹ ਪਰਮਾਤਮਾ, ਉਹ ਪ੍ਰਭੂ, ਇਸ ਸੰਸਾਰ ਦਾ ਮਾਲਿਕ ਹੈ। ਜਦੋਂ ਉਹ ਦੇਖਦਾ ਹੈ ਕਿ ਸੰਸਾਰ ਦੇ ਉੱਪਰ ਅੰਧਕਾਰ ਬਹੁਤ ਵੱਧ ਗਿਆ ਹੈ ਔਰ ਜੋ ਸੰਸਾਰ 'ਚ ਰਹਿਣ ਵਾਲੇ ਮੇਰੇ ਜੀਵ ਹੈ ਉਹ ਇੱਕ ਦੂਜੇ ਨਾਲ ਠੋਕਰਾਂ ਖਾ ਰਹੇ ਆ। ਠੋਕਰਾਂ ਖਾਣ ਦਾ ਮਤਲਬ ਨਫ਼ਰਤ ਕਰ ਰਹੇ ਆ, ਲੜ ਰਹੇ ਹੈ, ਝਗੜਾ ਕਰ ਰਹੇ ਹੈ, ਭੇਦਭਾਵ ਦਿਲਾਂ 'ਚ ਲੈ ਕੇ ਬੈਠੇ ਹੈ, ਨਫ਼ਰਤ ਦਿਲਾਂ 'ਚ ਲੈ ਕੇ ਬੈਠੇ ਹੈ। ਤਾਂ ਫਿਰ ਉਸ ਲਈ ਉਹ ਪ੍ਰਭੂ ਦੇਖਦਾ ਹੈ ਕਿ ਮੇਰੇ ਇਸ ਘਰ ਦੇ ਵਿੱਚ ਇਹ ਕੀ ਖਲਾਰਾ ਪਿਆ ਹੈ। ਖਲਾਰਾ ਸਮਝਦੇ ਹੋ ਨਾ, ਕਿ ਕੀ ਚੱਲ ਰਿਹਾ ਹੈ, ਕਿਸ ਤਰ੍ਹਾਂ ਨਫ਼ਰਤ, ਬੈਰ, ਵਿਰੋਧਤਾ, ਊਚ ਨੀਚ ਤੇ ਭੇਦਭਾਵ ਇਨਸਾਨ ਦੇ ਦਿਲਾਂ 'ਚ ਭਰ ਚੁੱਕੇ ਹੈ। ਤਾਂ ਫਿਰ ਪਰਮਾਤਮਾ ਕੀ ਕਰਦਾ ਹੈ, ਉਹ ਫਿਰ ਇਸੇ ਤਰ੍ਹਾਂ ਆਪਣੇ ਪਿਆਰਿਆਂ ਨੂੰ ਦੁਨੀਆ ਤੇ ਉਹ ਪ੍ਰਕਾਸ਼ ਦੇ ਕੇ ਭੇਜਦਾ ਹੈ ਕਿ ਜਾਓ ਔਰ ਇਹ ਦੁਨੀਆ ਤੇ ਜੋ ਇਹ ਨਫ਼ਰਤ ਦਾ, ਊਚ ਨੀਚ ਦਾ, ਇਹ ਜੋ ਤੇਰੇ ਮੇਰੇ ਦਾ ਭੇਦਭਾਵ ਹੈ, ਇਹ ਅੰਧਕਾਰ ਫੈਲਿਆ ਹੈ, ਇਸ ਅੰਧਕਾਰ ਨੂੰ ਜਾ ਕੇ ਦੂਰ ਕਰੋ। ਔਰ ਫਿਰ ਜਿਹੜਾ ਵੀ ਉਸ ਪ੍ਰਕਾਸ਼ ਦੇ ਸੰਪਰਕ ਵਿੱਚ ਆ ਜਾਂਦਾ ਹੈ ਉਹਦੇ ਜੀਵਨ ਦੇ ਵਿੱਚੋਂ ਉਹ ਨਫ਼ਰਤ ਦਾ, ਉਹ ਚਿੰਤਾਵਾਂ ਦਾ, ਉਹ ਦੁੱਖਾਂ ਦਾ, ਉਹ ਪਰੇਸ਼ਾਨੀਆਂ ਦਾ, ਉਹ ਊਚ ਨੀਚ ਦਾ ਜੋ ਭੇਦਭਾਵ ਹੁੰਦਾ ਹੈ, ਅੰਧਕਾਰ ਹੁੰਦਾ ਹੈ, ਉਹ ਸਾਰਾ ਅੰਧਕਾਰ ਮਿਟਦਾ ਚਲਾ ਜਾਂਦਾ ਹੈ। ਕਿਉਂਕਿ ਇਹ ਗੱਲ ਯਾਦ ਰੱਖੋ ਕਿ ਅੰਧਕਾਰ ਉਹਦਾ ਹੀ ਮਿਟਦਾ ਜਿਹੜਾ ਰੌਸ਼ਨੀ ਦੇ ਸੰਪਰਕ 'ਚ ਆਉਂਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਇੱਥੇ ਰੌਸ਼ਨੀ ਹੈ, ਦੀਪਕ ਜਗਦਾ ਹੈ, ਪਰ ਕੋਈ ਬੈਠਾ ਹਜ਼ਾਰਾਂ ਮੀਲ ਦੂਰ ਰਵੇ ਤਾਂ ਉਹ ਉਸ ਰੌਸ਼ਨੀ ਦਾ ਫਾਇਦਾ ਕਦੀ ਵੀ ਲੈ ਨਹੀਂ ਸਕਦਾ। ਫਾਇਦਾ ਰੌਸ਼ਨੀ ਦਾ ਉਹੀ ਲੈ ਸਕਦਾ ਜਿਹੜਾ ਉਹਦੇ ਸੰਪਰਕ 'ਚ ਆ ਜਾਵੇ। ਹੁਣ ਜਦੋਂ ਦੁਨਿਆਵੀ ਦੀਪਕ ਦੀ ਗੱਲ ਕਰਨੀ ਹੈ ਤਾਂ ਉਹਦੀ ਇੱਕ ਰੇਂਜ ਹੁੰਦੀ ਹੈ, ਉਹਦੇ ਪ੍ਰਕਾਸ਼ ਦੀ ਇੱਕ ਰੇਂਜ ਹੁੰਦੀ ਹੈ। ਰੇਂਜ ਦਾ ਮਤਲਬ ਸਮਝਦੇ ਹੋ ਨਾ ਤੁਸੀਂ? ਇੱਕ ਦਾਇਰਾ ਹੁੰਦਾ ਹੈ ਕਿ ਉਹ ਤੋਂ ਅੱਗੇ ਉਹਦਾ ਪ੍ਰਕਾਸ਼ ਨਹੀਂ ਜਾ ਸਕਦਾ। ਸੋ ਦੁਨਿਆਵੀ ਦੀਪਕ ਦੀ ਤਾਂ ਇੱਕ ਰੇਂਜ ਹੁੰਦੀ ਹੈ, ਇੱਕ ਦਾਇਰਾ ਹੁੰਦਾ, ਉਸ ਤੋਂ ਅੱਗੇ ਉਹਦਾ ਪ੍ਰਕਾਸ਼ ਨਹੀਂ ਜਾ ਸਕਦਾ। ਪਰ ਜਦੋਂ ਗੱਲ ਆਉਂਦੀ ਹੈ ਉਸ ਦੀਪਕ ਦੀ ਜੋ ਪਰਮਾਤਮਾ ਜਗਾਉਂਦਾ ਹੈ ਆਪਣੇ ਪਿਆਰਿਆਂ ਦੇ ਅੰਦਰ, ਜਿਸ ਪ੍ਰਕਾਸ਼ ਨੂੰ ਪਰਮਾਤਮਾ ਭੇਜਦਾ ਹੈ ਦੁਨੀਆ ਤੇ, ਇਹ ਨਫ਼ਰਤ, ਵੈਰ, ਵਿਰੋਧਤਾ ਦਾ, ਊਚ ਨੀਚ ਦਾ ਅੰਧਕਾਰ ਦੂਰ ਕਰਨ ਵਾਸਤੇ, ਉਹ ਦੀਪਕ ਦੀ ਰੇਂਜ, ਉਹਦਾ ਦਾਇਰਾ ਪੂਰੇ ਸੰਸਾਰ 'ਚ ਹੁੰਦਾ ਹੈ। ਜ਼ਰਾ ਸਮਝਣਾ ਸਾਰਿਆਂ ਨੇ, ਕਿਉਂਕਿ ਉਹਦੀ ਕੋਈ ਹੱਦ ਨਹੀਂ ਹੁੰਦੀ, ਉਹਦਾ ਦਾਇਰਾ ਪੂਰੇ ਸੰਸਾਰ 'ਚ ਹੁੰਦਾ ਹੈ। ਪਰ ਉਹ ਲਾਭ ਕੌਣ ਲੈਂਦਾ ਹੈ? ਜ਼ਰਾ ਹੁਣ ਗੌਰ ਕਰਨਾ, ਲਾਭ ਕੌਣ ਲੈਂਦਾ ਹੈ? ਉਸ ਪ੍ਰਕਾਸ਼ ਦਾ ਜਿਹੜਾ ਉਸ ਜੋ ਦੀਪਕ ਦਾ ਪ੍ਰਕਾਸ਼ ਹੈ ਨਾ, ਜਿਹੜਾ ਉਹਦੇ ਸੰਪਰਕ 'ਚ ਆ ਜਾਂਦਾ ਹੈ। ਔਰ ਸੰਪਰਕ 'ਚ ਆਉਣ ਦਾ ਮਤਲਬ ਕੀ ਹੈ ਕਿ ਜਦੋਂ ਕੋਈ ਸੰਤ ਮਹਾਪੁਰਸ਼ ਕੋਈ ਸ਼ਬਦ ਉਚਾਰਦੇ ਹੈ, ਕੋਈ ਬੋਲ ਉਚਾਰਦੇ ਹੈ, ਕੋਈ ਬਚਨ ਕਰਦੇ ਹੈ,
ਜਦੋਂ ਇਨਸਾਨ ਕਿਤੇ ਬੈਠਾ ਵੀ ਉਹਨਾਂ ਬਚਨਾਂ ਨੂੰ ਮੰਨ ਕੇ ਉੱਤੇ ਵਿਸ਼ਵਾਸ ਕਰਦਾ ਹੈ ਤਾਂ ਸਮਝ ਲਓ ਉਹਦੇ ਸੰਪਰਕ 'ਚ ਆ ਜਾਂਦਾ ਹੈ। ਫਿਰ ਉਹ ਚਾਹੇ ਹਜ਼ਾਰਾਂ ਮੀਲ ਦੂਰ ਬੈਠਾ ਹੋਵੇ, ਉੱਥੇ ਬੈਠਾ ਵੀ ਉਹ ਲਾਭ ਲੈ ਲੈਂਦਾ ਹੈ। ਤਾਂ ਕਈ ਵਾਰ ਇਨਸਾਨ ਲਾਗੇ ਰਹਿਣ ਵਾਲੇ ਸੰਪਰਕ 'ਚ ਨਹੀਂ ਆ ਪਾਉਂਦਾ, ਉਹ ਬਚਨਾਂ ਤੇ ਵਿਸ਼ਵਾਸ ਨਹੀਂ ਕਰ ਪਾਉਂਦਾ, ਬਚਨਾਂ ਨੂੰ ਨਹੀਂ ਮੰਨਦਾ, ਤਾਂ ਲਾਗੇ ਬੈਠਾ ਵੀ ਅੰਧਕਾਰ 'ਚ ਹੀ ਬੈਠਾ ਰਹਿੰਦਾ ਹੈ। ਜਿੱਦਾਂ ਕਹਿੰਦੇ ਨਾ ਦੀਏ ਥੱਲੇ ਦੀਪਕ ਥੱਲੇ ਕਹਾਵਤ ਹੈ ਨਾ, ਕਿ ਕਈ ਨੇੜੇ ਰਹਿ ਕੇ ਵੀ ਅੰਧੇਰੇ 'ਚ ਰਹਿੰਦੇ ਹੈ, ਤਾਂ ਕਈ ਦੂਰ ਰਹਿ ਕੇ ਵੀ ਵਿਸ਼ਵਾਸ ਕਰਕੇ ਸਭ ਕੁਝ ਲੈ ਜਾਂਦੇ ਹੈ। ਕਿਉਂਕਿ ਇਹ ਗੱਲ ਆਪਣੇ ਦਿਲੋਂ ਦਿਮਾਗ 'ਚ ਬਿਠਾ ਲੈਣੀ ਕਿ ਗੁਰੂਆਂ ਰਹਿਬਰਾਂ ਸੰਤਾਂ ਦੇ ਸੰਪਰਕ 'ਚ ਆਉਣ ਦਾ ਮਤਲਬ ਹੈ ਉਹਨਾਂ ਦੇ ਵਚਨਾਂ ਤੇ ਵਿਸ਼ਵਾਸ ਕਰਨਾ। ਜਿਸ ਤਰ੍ਹਾਂ ਹੁਣ ਦਰਬਾਰ ਦਾ ਸਤਸੰਗ YouTube ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸੁਣਿਆ ਜਾਂਦਾ ਹੈ, ਤਾਂ ਕਈ ਜੀਵ ਉੱਥੋਂ ਫੋਨ ਕਰਦੇ ਹੈ ਕਿ ਅਸੀਂ ਸਿਰਫ ਸਤਸੰਗ ਸੁਣਿਆ ਤਾਂ ਸਾਡੇ ਤੇ ਮਾਲਕਾਂ ਦੀ ਆਹ ਕਿਰਪਾ ਹੋ ਗਈ, ਸਾਡੇ ਤੇ ਆਹ ਰਹਿਮਤ ਹੋ ਗਈ, ਹਾਲਾਂਕਿ ਕਦੀ ਦਰਬਾਰ ਤੇ ਉਹ ਆਏ ਨਹੀਂ। ਉਹ ਕਹਿੰਦੇ ਸਤਸੰਗ ਸੁਣ ਕੇ ਹੀ ਅਸੀਂ ਵਿਸ਼ਵਾਸ ਕੀਤਾ ਤਾਂ ਸਾਡਾ ਉਹ ਨਾ ਹੋਣ ਵਾਲਾ ਕੰਮ ਵੀ ਹੋ ਗਿਆ। ਇਹਦਾ ਮਤਲਬ ਕੀ ਸੀ ਕਿ ਉਹ ਬਿਸ਼ੱਕ ਚਾਹੇ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੇ ਹੈ, ਜਦੋਂ ਉਹਨਾਂ ਨੇ ਬਚਨਾਂ ਤੇ ਵਿਸ਼ਵਾਸ ਕਰ ਲਿਆ ਤਾਂ ਉਹ ਆ ਗਏ ਮਾਲਕ ਦੇ ਸੰਪਰਕ 'ਚ। ਔਰ ਜਿਹੜਾ ਉਹਦੇ ਸੰਪਰਕ 'ਚ ਆ ਗਿਆ, ਫਿਰ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਰੌਸ਼ਨੀ ਦੇ ਸੰਪਰਕ 'ਚ ਆਈਏ ਤਾਂ ਬੰਦੇ ਦਾ ਅੰਧੇਰਾ ਦੂਰ ਨਾ ਹੋਵੇ। ਸਮਝਦੇ ਹੋ ਕਿ ਨਹੀਂ? ਇਸ ਲਈ ਹੁਣ ਅਸੀਂ ਵੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਅਸੀਂ ਕਿਸੇ ਵੀ ਜਗ੍ਹਾ ਰਹੀਏ ਪਰ ਵਿਸ਼ਵਾਸ ਰੱਖੀਏ, ਯਕੀਨ ਰੱਖੀਏ ਆਪਣੇ ਮਾਲਿਕ ਤੇ, ਯਕੀਨ ਰੱਖੀਏ ਸੰਤਾਂ ਮਹਾਂਪੁਰਸ਼ਾਂ ਦੇ ਮੁਖ ਚੋਂ ਨਿਕਲਣ ਵਾਲੀ ਬਾਣੀ ਤੇ, ਉਹਨਾਂ ਦੇ ਬੋਲਾਂ ਤੇ। ਤਾਂ ਜਦੋਂ ਅਸੀਂ ਯਕੀਨ ਦੇ ਨਾਲ ਚਲਾਂਗੇ ਤਾਂ ਫਿਰ ਚਾਹੇ ਤੁਸੀਂ ਇਕੱਲੇ ਜੰਗਲ ਅੰਦਰ ਵੀ ਤੁਰੇ ਹੋ ਨਾ, ਤਾਂ ਯਾਦ ਰੱਖੋ ਤੁਸੀਂ ਇਕੱਲੇ ਨਹੀਂ ਹੋ, ਉੱਥੇ ਵੀ ਉਹ ਰੱਬ ਦੀ ਰਹਿਮਤ, ਉਹਦੀ ਕਿਰਪਾ ਤੁਹਾਡੇ ਨਾਲ ਚਲੇਗੀ, ਕਿਉਂਕਿ ਤੁਸੀਂ ਉਹਦੇ ਸੰਪਰਕ 'ਚੋਂ। ਸਮਝਦੇ ਹੋ ਕਿ ਜਿੱਦਾਂ ਬੰਦਾ ਕਹਿੰਦਾ ਨਾ ਮੈਂ ਕਿਤੇ ਵੀ ਚਲਾ ਜਾਵਾਂ, ਜੇ ਮੇਰੀ ਜੇਬ 'ਚ ਮੋਬਾਈਲ ਹੈ ਨਾ, ਉਹਦੀ ਰੇਂਜ ਫੁੱਲ ਹੈ, ਤਾਂ ਫਿਰ ਮੈਂ ਕਿਤੇ ਵੀ ਜਾਵਾਂ ਨੈਟਵਰਕ ਮੇਰੇ ਨਾਲ ਹੀ ਚੱਲਣਾ ਆ। ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਹੁਣ ਜਰਾ ਸੋਚੋ ਕਿ ਇੱਕ ਮੋਬਾਈਲ ਦਾ ਟਾਵਰ ਲੱਗਦਾ ਹੈ ਤਾਂ ਬੰਦਾ ਕਹਿੰਦਾ ਇਹਦੀ ਰੇਂਜ ਇੱਥੇ ਵੀ ਹੈ ਤੇ ਇਹਦੀ ਰੇਂਜ ਉੱਥੇ ਵੀ ਹੈ, ਪਰ ਕਈ ਜਗ੍ਹਾ ਐਸੀਆਂ ਆਉਂਦੀਆਂ ਜਿੱਥੇ ਉਹਦੀ ਰੇਂਜ ਮੁੱਕ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਇੱਕ ਐਸਾ ਵੀ ਹੈ ਕਿ ਜਿਹਦੀ ਰੇਂਜ ਕਿਤੇ ਮੁੱਕਦੀ ਨਹੀਂ ਹੈ, ਤੁਸੀਂ ਕਿਤੇ ਵੀ ਚਲੇ ਜਾਓ, ਅਗਰ ਵਿਸ਼ਵਾਸ ਰੱਖੋਗੇ ਤਾਂ ਹਰ ਜਗ੍ਹਾ ਉਹਦੀ ਰੇਂਜ ਮਿਲੇਗੀ। ਤੁਸੀਂ ਉਹਦੇ ਨਾਲ ਗੱਲ ਕਰ ਵੀ ਸਕਦੇ ਹੋ, ਉਹਨੂੰ ਸੁਣਾ ਵੀ ਸਕਦੇ ਹੋ, ਉਹਦੀ ਸੁਣ ਵੀ ਸਕਦੇ ਹੋ, ਤਾਂ ਆਪਣੀ ਝੋਲੀ ਖੁਸ਼ੀਆਂ ਨਾਲ ਭਰ ਵੀ ਸਕਦੇ ਹੋ। ਔਰ ਉਹ ਹੈ ਪਰਮਾਤਮਾ, ਉਹ ਹੈ ਪ੍ਰਭੂ। ਇਸ ਲਈ ਜਦ ਵੀ ਅਸੀਂ ਵਿਸ਼ਵਾਸ ਰੱਖਦੇ ਹਾਂ, ਯਕੀਨ ਰੱਖਦੇ ਹਾਂ, ਤਾਂ ਫਿਰ ਸਮਝ ਲਓ ਅਸੀਂ ਆ ਗਏ ਉਹਦੇ ਸੰਪਰਕ 'ਚ, ਜੁੜ ਗਏ ਅਸੀਂ ਉਹਦੇ ਨਾਲ। ਔਰ ਇਹੀ ਕੋਸ਼ਿਸ਼ ਅਸੀਂ ਕਰਨੀ ਹੈ ਕਿ ਕਿਤੇ ਵੀ ਰਹੀਏ ਪਰ ਆਪਣੇ ਮਾਲਿਕ ਨਾਲ, ਆਪਣੇ ਪਰਮਾਤਮਾ ਪ੍ਰਭੂ ਨਾਲ ਵਿਸ਼ਵਾਸ ਦੇ ਜ਼ਰੀਏ ਜੁੜੇ ਰਹੀਏ, ਕਿਉਂਕਿ ਉਹਦੀ ਕਿਰਪਾ ਦੀ, ਉਹਦੀ ਰਹਿਮਤ ਦੀ ਜ਼ਰੂਰਤ ਹਰ ਕਦਮ ਤੇ ਹੈ ਸਾਨੂੰ। ਸੋ ਇੱਧਰ ਦੱਸ ਰਹੇ ਸੀ ਅਸੀਂ ਕਿ ਜਦੋਂ ਕਮਰੇ ਵਿੱਚ ਅੰਧਕਾਰ ਦੇਖਦਾ ਹੈ ਘਰ ਦਾ ਮਾਲਿਕ, ਤਾਂ ਫਿਰ ਉਹ ਇੱਕ ਦੀਪਕ ਜਗਾਉਂਦਾ ਹੈ ਤਾਂ ਕਿ ਘਰ 'ਚ ਰਹਿਣ ਵਾਲੇ ਜਿੰਨੇ ਵੀ ਨਾਗਰਿਕ ਹੈ, ਜਿੰਨੇ ਵੀ ਲੋਕ ਹੈ, ਜਿੰਨੇ ਵੀ ਘਰ ਦੇ ਵਾਸੀ ਹੈ, ਉਹਨਾਂ ਦੀ ਜ਼ਿੰਦਗੀ 'ਚ ਆਸਾਨੀ ਹੋਵੇ। ਇਸੇ ਤਰ੍ਹਾਂ ਪਰਮਾਤਮਾ ਵੀ ਆਪਣੇ ਪਿਆਰਿਆਂ ਨੂੰ ਦੁਨੀਆ ਤੇ ਭੇਜਦਾ ਹੈ ਤਾਂ ਕਿ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢਣ ਔਰ ਸਾਡੀ ਜ਼ਿੰਦਗੀ 'ਚ ਵੀ ਆਸਾਨੀ ਪੈਦਾ ਕਰਨ। ਕੀ ਪੈਦਾ ਕਰਨ? ਆਸਾਨੀ ਪੈਦਾ ਕਰਨ। ਔਰ ਇਹ ਗੱਲ ਹਮੇਸ਼ਾ ਅਸੀਂ ਕਹੀਦੀ ਹੈ, ਇੱਥੇ ਫਿਰ ਜ਼ੋਰ ਦੇ ਕੇ ਕਵਾਂਗੇ ਕਿ ਗੁਰੂਆਂ, ਰਹਿਬਰਾਂ, ਸੰਤਾਂ, ਫਕੀਰਾਂ ਦਾ ਦੁਨੀਆ ਤੇ ਆਉਣ ਦਾ ਮਤਲਬ ਹੀ ਇਹ ਹੈ, ਮਕਸਦ ਹੀ ਇਹ ਹੈ ਕਿ ਸਾਡੀ ਜ਼ਿੰਦਗੀ ਨੂੰ ਆਸਾਨ ਕਰ ਦੇਣ। ਉਹ ਸਾਡੀ ਜ਼ਿੰਦਗੀ ਨੂੰ ਡਿਫਿਕਲਟ ਨਹੀਂ ਬਣਾਉਂਦੇ, ਉਲਝਣਾਂ ਨਾਲ, ਪਰੇਸ਼ਾਨੀਆਂ ਨਾਲ ਨਹੀਂ ਭਰਦੇ, ਬਲਕਿ ਸਾਡੀ ਜ਼ਿੰਦਗੀ ਨੂੰ ਆਸਾਨ ਕਰ ਦਿੰਦੇ ਆ। ਹੁਣ ਕਿਹੜੀ ਕਿਹੜੀ ਆਸਾਨੀ ਕਰਦੇ ਜਰਾ ਸੋਚੋ। ਕਿ ਜੇ ਬੰਦਾ ਸੋਚੇ ਮੈਂ ਰੱਬ ਨੂੰ ਪਾਣਾ ਹੈ ਜਾਂ ਰੱਬ ਦੀਆਂ ਰਹਿਮਤਾਂ ਨੂੰ ਪਾਣਾ ਹੈ, ਤਾਂ ਹੁਣ ਬੰਦਾ ਚਲਾ ਜਾਵੇ ਜੰਗਲਾਂ 'ਚ, ਚਲਾ ਜਾਵੇ ਕਿਤੇ, ਬੰਦੇ ਨੇ ਕਹਿਣਾ ਬੜਾ ਔਖਾ ਰੱਬ ਨੂੰ ਪਾਣਾ, ਬੜਾ ਮੁਸ਼ਕਿਲ ਹੈ ਪਰਮਾਤਮਾ ਨੂੰ ਪਾਣਾ। ਪਰ ਜਦੋਂ ਕਾਮਿਲ ਮੁਰਸ਼ਿਦ ਮਿਲ ਜਾਂਦਾ ਤਾਂ ਫਿਰ ਕੀ ਕਹਿੰਦਾ ਹੈ ਬੰਦਾ? ਫਿਰ ਬੁੱਲੇ ਸ਼ਾਹ ਵਾਂਗੂ ਕਹਿੰਦਾ ਹੈ ਕਿ ਜਿਹੜਾ ਰੱਬ ਮੈਨੂੰ ਮਸਜਿਦਾਂ 'ਚ ਨਹੀਂ ਮਿਲਿਆ, ਜੰਗਲਾਂ 'ਚ ਨਹੀਂ ਮਿਲਿਆ, ਜਿਹੜਾ ਮੈਨੂੰ ਤੀਰਥਾਂ ਤੇ ਨਹੀਂ ਮਿਲਿਆ, ਜਦੋਂ ਮੁਰਸ਼ਿਦ ਦੇ ਕੋਲ ਗਿਆ ਤਾਂ ਮੁਰਸ਼ਿਦ ਨੇ ਬੜੀ ਆਸਾਨੀ ਨਾਲ ਹੀ ਉਹ ਰੱਬ ਨੂੰ ਪਾਉਣ ਦਾ ਰਸਤਾ ਦੱਸ ਦਿੱਤਾ, ਉਹ ਖੁਸ਼ੀਆਂ ਨੂੰ ਪਾਉਣ ਦਾ ਰਸਤਾ ਦੱਸ ਦਿੱਤਾ। ਕਿਉਂਕਿ ਗੁਰੂ ਰਹਿਬਰ ਸਾਡੇ ਜੀਵਨ ਨੂੰ ਕੀ ਬਣਾਉਂਦੇ ਹੈ? ਆਸਾਨ ਬਣਾਉਂਦੇ ਹੈ। ਜਿਹੜੀ ਚੀਜ਼ ਬੰਦੇ ਨੂੰ ਔਖੀ ਲੱਗਦੀ ਨਾ, ਜਿੱਦਾਂ ਕਈ ਜੀਵ ਕਹਿ ਦਿੰਦੇ ਕਿ ਖੁਸ਼ੀਆਂ ਪਾਣੀਆਂ, ਕਾਮਯਾਬੀ ਪਾਣੀ ਬੜੀ ਮੁਸ਼ਕਿਲ ਹੈ, ਜੀਵਨ 'ਚ ਕਾਮਯਾਬ ਹੋਣਾ ਬੜਾ ਔਖਾ ਹੈ, ਜਾਂ ਜੀਵਨ 'ਚ ਤਰੱਕੀ ਕਰਨੀ ਬੜੀ ਔਖੀ ਹੈ, ਜੀਵਨ 'ਚ ਦੁੱਖਾਂ ਤੋਂ ਮੁਕਤ ਹੋਣਾ ਬੜਾ
ਔਖਾ ਹੈ। ਜਿਹੜਾ ਇਦਾਂ ਸੋਚ ਕੇ ਬਹਿੰਦਾ ਨਾ, ਜਦੋਂ ਉਹ ਮੁਰਸ਼ਿਦ ਵਾਲਾ ਹੋ ਜਾਂਦਾ ਹੈ ਜਾਂ ਖਾਸ ਕਰਕੇ ਮਾਲਿਕ ਨਾਲ ਵਿਸ਼ਵਾਸ ਨਾਲ ਜੁੜ ਜਾਂਦਾ, ਫਿਰ ਉਹ ਕੀ ਕਹਿੰਦਾ ਹੈ, ਹੋਏਗਾ ਦੁਨੀਆ ਵਾਸਤੇ ਔਖਾ ਕਾਮਯਾਬ ਹੋਣਾ, ਪਰ ਮੇਰੇ ਵਾਸਤੇ ਔਖਾ ਨਹੀਂ ਹੈ, ਕਿਉਂਕਿ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਿਕ ਮੇਰੇ। ਹੋਏਗਾ ਦੁਨੀਆ ਵਾਸਤੇ ਇਹ ਦੁੱਖ ਬੜਾ, ਹੋਏਗੀ ਦੁਨੀਆ ਵਾਸਤੇ ਪਰੇਸ਼ਾਨੀ ਬੜੀ, ਪਰ ਇਹ ਪਰੇਸ਼ਾਨੀ ਮੇਰੇ ਵਾਸਤੇ, ਇਹ ਦੁੱਖ ਮੇਰੇ ਵਾਸਤੇ ਬੜਾ ਨਹੀਂ ਹੈ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ। ਇੱਕ ਹੌਸਲਾ ਮਿਲਦਾ ਹੈ ਉਸ ਨੂੰ, ਕਿਉਂਕਿ ਉਹਦੇ ਵਾਸਤੇ ਹਰ ਮੁਸ਼ਕਿਲ ਚੋਂ ਨਿਕਲਣਾ ਆਸਾਨ ਹੋ ਜਾਂਦਾ ਹੈ। ਹੋ ਜਾਂਦਾ ਜਾਂ ਨਹੀਂ? ਕਿਉਂਕਿ ਇੱਕ ਵਿਸ਼ਵਾਸ ਜਦੋਂ ਆਪਣੇ ਮਾਲਿਕ ਨਾਲ ਜੁੜ ਗਿਆ, ਤਾਂ ਇਹ ਵਿਸ਼ਵਾਸ ਜੁੜਨ ਦੇ ਨਾਲ ਹੀ ਆਪਣੇ ਆਪ ਨੂੰ ਬੰਦੇ ਨੂੰ ਨਾ ਇੱਕ ਤਾਕਤ, ਇੱਕ ਸ਼ਕਤੀ ਫੀਲ ਹੁੰਦੀ ਹੈ ਕਿ ਮੇਰੇ ਅੰਦਰ ਕੋਈ ਤਾਕਤ ਹੈ ਜੋ ਮੈਨੂੰ ਚਲਾ ਰਹੀ ਹੈ। ਔਰ ਜਿਹੜੀ ਚਲਾਉਣ ਵਾਲੀ ਤਾਕਤ ਬਹੁਤ ਬੜੀ ਹੈ, ਜਿਹੜੀ ਚਲਾ ਰਹੀ ਹੈ, ਤਾਂ ਜੇ ਰਸਤੇ 'ਚ ਕੋਈ ਟੋਆ ਗੱਡਾ ਆ ਵੀ ਜਾਂਦਾ ਹੈ, ਖੱਡਾ ਵਗੈਰਾ, ਤਾਂ ਫਸਣ ਨਹੀਂ ਦਿੰਦੀ ਮੈਨੂੰ, ਕਿਉਂਕਿ ਉਹ ਤਾਕਤ ਬਹੁਤ ਬੜੀ ਹੈ। ਤੁਸੀਂ ਕਦੀ ਦੇਖਿਆ ਨਾ ਕਿ ਕੁਝ ਗੱਡੀਆਂ ਹੁੰਦੀਆਂ ਹੈ ਜਿਨ੍ਹਾਂ ਦੀ ਪਾਵਰ ਘੱਟ ਹੁੰਦੀ ਹੈ, ਛੋਟੇ ਛੋਟੇ ਟੋਇਆਂ 'ਚ ਹੀ ਫਸ ਜਾਂਦੀਆਂ ਹੈ, ਤਾਂ ਕਈ 4x4 ਹੁੰਦੀਆਂ ਨੇ, ਜਿੱਥੇ ਮਰਜ਼ੀ ਮਿੱਟੀ 'ਚ ਵਾੜ ਦਿਓ, ਚਿੱਕੜ 'ਚ ਵਾੜ ਦਿਓ, ਉਹ ਹਰ ਚੀਜ਼ 'ਚੋਂ ਨਿਕਲਦੀਆਂ ਚਲੀਆਂ ਜਾਂਦੀਆਂ ਹੈ। ਹੁੰਦਾ ਕਿ ਨਹੀਂ? ਹੁਣ ਜ਼ਰਾ ਗੌਰ ਕਰਕੇ ਦੇਖੋ ਫਰਕ ਕੀ ਹੈ। ਇੱਕ ਮਰੂਤੀ ਕਾਰ ਹੋਵੇ ਜਾਂ ਕੋਈ ਹੋਰ ਗੱਡੀ ਹੋਵੇ, ਉਹਨੂੰ ਕਿਤੇ ਰੇਤ 'ਚ ਵਾੜ ਦਿਓ ਉਹ ਫਸ ਜਾਂਦੀ ਹੈ, ਜਾਂ ਕਿਤੇ ਗਾਰਾ ਹੋਵੇ, ਚਿੱਕੜ ਹੋਵੇ, ਫਸ ਜਾਂਦੀ ਹੈ। ਪਰ ਇੱਕ 4x4 ਗੱਡੀ ਹੋਵੇ ਤਾਂ ਉਹ ਬਣੀ ਇਸ ਵਾਸਤੇ ਹੁੰਦੀ ਹੈ ਕਿ ਭਾਈ ਇਹਨੂੰ ਖੇਤਾਂ 'ਚ ਵਾੜ ਦਿਓ, ਚਿੱਕੜ 'ਚ ਲੈ ਜਾਓ, ਗਾਰੇ 'ਚ ਲੈ ਜਾਓ। ਕਿਉਂਕਿ ਇਦਾਂ ਦੀਆਂ ਕਈ ਵੀਡੀਓ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਕਿ ਗੱਡੀਆਂ ਐਡੀਆਂ ਚੜਾਈਆਂ ਪਹਾੜਾਂ ਪੱਥਰਾਂ ਤੇ ਚੜਾ ਦਿੰਦੇ ਐ, ਜਿਹੜੀਆਂ 4x4 ਹੁੰਦੀਆਂ, ਕਿਉਂਕਿ ਪਾਵਰ ਹੀ ਇੰਨੀ ਹੈ ਉਹਨਾਂ 'ਚ ਕਿ ਉਹ ਪੱਥਰਾਂ ਨੂੰ, ਚਟਾਨਾਂ ਨੂੰ, ਪਹਾੜਾਂ ਨੂੰ, ਮਿੱਟੀ, ਗਾਰੇ ਨੂੰ ਕੁਛ ਮੰਨਦੀਆਂ ਹੀ ਨਹੀਂ ਹੈ। ਹੁਣ ਫਰਕ ਕਿੱਥੇ ਹੈ? ਫਰਕ ਹੈ ਉਹਦੇ ਇੰਜਣ ਦੀ, ਕਾਹਦੇ 'ਚ? ਪਾਵਰ 'ਚ। ਇੱਕ ਵਾਰ ਕਹਿ ਦਿਓ ਕਾਹਦੇ 'ਚ ਫਰਕ ਹੈ? ਉਹਦੇ ਇੰਜਣ ਦੀ ਪਾਵਰ 'ਚ। ਤਾਂ ਜ਼ਰਾ ਸੋਚੋ, ਉਹ ਕਾਰ ਦੇ ਇੰਜਣ ਨੂੰ ਪਾਵਰ ਕਿਹਨੇ ਦਿੱਤੀ? ਵਿਗਿਆਨ ਨੇ, ਸਾਇੰਸ ਨੇ। ਸਮਝਦੇ ਹੋ ਕਿ ਨਹੀਂ? ਤਾਂ ਜੇ ਸਾਇੰਸ ਕਾਰ ਦੇ ਇੰਜਣ ਨੂੰ ਜਾਂ ਉਹ ਗੱਡੀ ਦੇ ਇੰਜਣ ਨੂੰ ਇੰਨੀ ਪਾਵਰ ਦੇ ਸਕਦੀ ਹੈ ਕਿ ਕਿਸੇ ਪਹਾੜ ਤੋਂ ਨਾ ਡਰੇ, ਕਿਸੇ ਚਟਾਨ ਤੋਂ ਨਾ ਡਰੇ, ਕਿਸੇ ਗਾਰੇ ਤੋਂ ਨਾ ਡਰੇ, ਕਿਸੇ ਮਿੱਟੀ ਚਿੱਕੜ ਤੋਂ ਨਾ ਡਰੇ, ਉਹਨੂੰ ਪਾਰ ਕਰ ਜਾਵੇ, ਤਾਂ ਫਿਰ ਕਿਉਂ ਨਹੀਂ ਸੋਚਦੇ ਜੇ ਸਾਇੰਸ ਉਹਨੂੰ ਇੰਨੀ ਪਾਵਰ ਦੇ ਸਕਦੀ ਤਾਂ ਸਾਡਾ ਮਾਲਿਕ ਸਾਨੂੰ ਕਿੰਨੀ ਸ਼ਕਤੀ ਦੇ ਸਕਦਾ ਹੈ, ਉਹ ਸਾਡੇ ਅੰਦਰ ਕਿੰਨੀ ਤਾਕਤ ਭਰ ਸਕਦਾ ਹੈ। ਕਿ ਪਿਆਰਿਆ, ਜੇ ਉਹ ਗੱਡੀ ਕਿਸੇ ਚਿੱਕੜ ਗਾਰੇ ਦੀ ਪਰਵਾਹ ਨਹੀਂ ਕਰਦੀ, ਨਿਕਲ ਜਾਂਦੀ ਹੈ ਸ਼ਰਾਟੇ ਮਾਰਦੀ, ਫੂਕਾਂ ਮਾਰਦੀ, ਤਾਂ ਤੂੰ ਵੀ ਵਿਸ਼ਵਾਸ ਰੱਖ ਕਿ ਮੇਰੇ ਅੰਦਰ ਵੀ ਸ਼ਕਤੀਸ਼ਾਲੀ ਪ੍ਰਮਾਤਮਾ ਹੈ। ਮੈਂ ਕਿਸੇ ਚਿੱਕੜ ਗਾਰੇ ਤੋਂ, ਕਿਸੇ ਮੁਸ਼ਕਿਲ ਤੋਂ, ਕਿਸੇ ਟੋਏ ਤੋਂ, ਕਿਸੇ ਡਿੱਬੇ ਤੋਂ, ਕਿਸੇ ਪਹਾੜ ਤੋਂ ਨਹੀਂ ਡਰਨਾ। ਹਰ ਚੀਜ਼ ਨੂੰ ਪਾਰ ਕਰਨ ਦੀ ਸ਼ਕਤੀ ਮੇਰੇ ਮਾਲਿਕ ਨੇ ਮੇਰੇ ਅੰਦਰ ਭਰੀ ਹੋਈ ਹੈ। ਮੰਨਦੇ ਹੋ ਕਿ ਨਹੀਂ? ਇਸ ਲਈ ਜੇ ਮਾੜੇ ਮੋਟੇ ਜ਼ਿੰਦਗੀ ਵਿੱਚ ਨਾ ਤਕਲੀਫਾਂ, ਦੁੱਖਾਂ ਦੇ ਟੋਏ ਆ ਜਾਣ, ਟੋਏ ਸਮਝਦੇ ਹੋ ਨਾ ਤੁਸੀਂ, ਖੱਡੇ ਕਹਿ ਦਿੰਦੇ ਆ, ਕਿ ਮਾੜੇ ਮੋਟੇ ਖੱਡੇ ਜਾਂ ਖਾਈਆਂ ਜਾਂ ਮਾੜੇ ਮੋਟੇ ਦੁੱਖਾਂ ਦੇ, ਮੁਸ਼ਕਿਲਾਂ ਦੇ ਪਹਾੜ ਵੀ ਆ ਜਾਣ, ਪੱਥਰ ਵੀ ਆ ਜਾਣ, ਤਾਂ ਇਹ ਸੋਚੋ ਕਿ ਦੁਨੀਆ ਵਾਸਤੇ ਖਾਈਆਂ, ਦੁਨੀਆ ਵਾਸਤੇ ਇਹ ਟੋਏ ਬੜੇ ਹੋਣਗੇ, ਪਰ ਮੇਰੇ ਵਾਸਤੇ ਕੁਝ ਵੀ ਨਹੀਂ ਹੈ। ਕਿਉਂਕਿ ਮੈਂ ਜਿੱਦਾਂ ਕਹਿੰਦੇ ਨਾ ਗੱਡੀ ਦਾ ਹਾਰਸ ਪਾਵਰ ਬਹੁਤ ਜ਼ਿਆਦਾ ਹੈ, ਤਾਂ ਮੇਰੇ ਅੰਦਰ ਤਾਂ ਜਿਸਨੇ ਹਰ ਚੀਜ਼ ਨੂੰ ਤਾਕਤ ਦਿੱਤੀ ਹੈ ਉਹਦੀ ਸ਼ਕਤੀ ਕੰਮ ਕਰਦੀ ਹੈ। ਇਸ ਲਈ ਆਵੇ ਜਿੱਦਾਂ ਦੀ ਮਰਜ਼ੀ ਮੁਸ਼ਕਿਲ, ਮੈਂ ਬੜੀ ਆਸਾਨੀ ਨਾਲ ਇਹਨੂੰ ਪਾਰ ਕਰ ਜਾਣਾ ਹੈ। ਜ਼ਰਾ ਸਮਝਣਾ ਸਾਰਿਆਂ ਨੇ, ਕਿਉਂਕਿ ਇਦਾਂ ਦੇ ਕਈ, ਇੱਕ ਵਾਰ ਸਾਨੂੰ ਜਾਣ ਦਾ ਮੌਕਾ ਮਿਲਿਆ, ਕੁੱਲੂ ਮਨਾਲੀ ਤੋਂ ਅਸੀਂ ਸਪੀਤੀ ਵੱਲ ਚਲੇ ਗਏ। ਕਾਜ਼ਾ, ਸਪੀਤੀ ਵੈਲੀ ਪੈਂਦੀ ਹੈ, ਕਾਜ਼ਾ ਪੈਂਦਾ ਹੈ। ਰਸਤੇ 'ਚ ਉਹਨਾਂ ਦਿਨਾਂ 'ਚ ਬਰਸਾਤ ਬੜੀ ਸੀ, ਤੇ ਇੱਕ ਜਗ੍ਹਾ ਸੜਕ ਟੁੱਟ ਗਈ, ਪਾਣੀ ਬੜਾ ਸੀ, ਤਾਂ ਸਾਰੀਆਂ ਗੱਡੀਆਂ ਲਾਈਨ ਲਾ ਕੇ ਖੜੀਆਂ ਸੀ, ਕਿਉਂਕਿ ਜਿੰਨੀਆਂ ਵੀ ਗੱਡੀਆਂ ਸੀ, ਚਾਹੇ ਕੋਈ ਫੋਰਚੂਨਰ ਸੀ, ਚਾਹੇ ਕੋਈ ਹੋਰ ਸੀ ਗੱਡੀ, ਯਾਨੀ ਬੜੀਆਂ ਬੜੀਆਂ ਗੱਡੀਆਂ ਵੀ ਖੜੀਆਂ, ਪਾਣੀ ਬੜਾ ਤੇਜ਼ ਸੀ। ਤਾਂ ਸਾਰੇ ਦੇਖ ਰਹੇ ਸੀ, ਪਤਾ ਨਹੀਂ ਹੁਣ ਪਾਣੀ ਕਦੋਂ ਰੁਕਣਾ ਹੈ, ਸੜਕ ਟੁੱਟ ਚੁੱਕੀ ਹੈ। ਤਾਂ ਸਾਡੇ ਨਾਲ ਦੋ ਤਿੰਨ ਸੇਵਾਦਾਰ ਵੀ ਸੀ, ਪਰ ਅਸੀਂ ਗੱਡੀ ਲਗਾਏ, 4x4 ਗੱਡੀ ਸੀ, ਜਿੱਥੇ ਸਾਰੇ ਖੜੇ ਸੀ। ਉਹ ਕਹਿੰਦੇ ਤੁਹਾਡੀ ਗੱਡੀ ਤੁਸੀਂ ਕਿਉਂ ਲੈ ਕੇ ਚਲੇ ਗਏ 4x4? ਕਹਿੰਦੇ ਲੈ ਜਾਓ ਲੈ ਜਾਓ, ਫਿਰ ਤੁਹਾਨੂੰ ਕੋਈ ਫਿਕਰ ਨਹੀਂ ਹੈ। ਹੁਣ ਜਿੱਥੇ ਸਾਰਿਆਂ ਦੀ ਬ੍ਰੇਕ ਲੱਗ ਗਈ, ਉਹ ਗੱਡੀ ਸਾਡੀ ਬੜੀ ਆਰਾਮ ਨਾਲ, ਪਾਣੀ ਬਹੁਤ ਤੇਜ਼ ਸੀ, ਧੱਕਾ ਬਹੁਤ ਦੇ ਰਿਹਾ ਸੀ, ਪਰ ਗੱਡੀ ਦੀ ਪਾਵਰ ਸੀ ਕਿ ਗੱਡੀ ਨਿਕਲ ਗਈ। ਜ਼ਰਾ ਸਮਝਣਾ ਸਾਰਿਆਂ ਨੇ। ਸੋ ਦੱਸਣਾ ਕੀ ਚਾਹੁੰਦੇ ਆ ਕਿ ਜਿਨ੍ਹਾਂ ਦੀ ਪਾਵਰ ਘੱਟ ਹੋਵੇ ਨਾ, ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਕਿਤੇ ਮੈਂ ਫਸ ਜਾਊਂਗਾ, ਕਿਤੇ ਮੈਂ ਰੁੜ ਜਾਊਂਗਾ, ਕਿਤੇ ਮੈਂ ਖਾਈ 'ਚ ਗਿਰ ਜਾਊਂਗਾ। ਪਰ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੇ ਅੰਦਰ ਪਾਵਰ ਬਹੁਤ ਬੜੀ ਕੰਮ ਕਰਦੀ ਹੈ, ਉਹ ਪਰਵਾਹ ਨਹੀਂ ਕਰਦੇ ਕਿ ਕੋਈ ਦੁਨੀਆ ਦਾ ਤੂਫਾਨ ਮੈਨੂੰ ਹਿਲਾ ਨਹੀਂ ਸਕਦਾ, ਕੋਈ ਦੁਨੀਆ ਦੀ ਖਾਈ ਮੈਨੂੰ ਡੁਬੋ ਨਹੀਂ ਸਕਦੀ। ਮੈਂ ਬੜੀ ਆਸਾਨੀ ਨਾਲ
अपनी मंजिल ते पहुंच जाना है, क्योंकि मेरा मालिक मेरे। हुण तुहाडे अंदर किहड़ी पावर है? मरूती कार वाली समझ लेना सारे ने, किहड़ी पावर तुहाडे अंदर काम करदी है? फील करना अपने आप को, जरा हुणे ही फील करके देखो कि मेरे अंदर किहड़ी ताकत काम करदी है। कि मेरे अंदर छोटी मोटी ताकत है, छोटा मोटा इंजन है? उस तरह सोच के देखो। चलो इंजन की गल आई है तो सोच के देखो, आ सूरज अंदर कितनी गर्मी है, कितनी एनर्जी है। अज विज्ञान कहता कि सूरज अंदर बहुत ज़्यादा एनर्जी है, बहुत ज़्यादा ऊर्जा है, और वो ऊर्जा का सामना करने वास्ते हाले कोई यंत्र बनया नहीं जिन्होंने उत्थे भेजा जाए। वो कहते गर्मी इन्नी है कि लागे जान नहीं हर चीज़ पिघल जाती है। तुसीं देखते हो ना, चाहे लोहा होवे, चाहे सोना होवे, चाहे कोई भी बड़ी तो बड़ी मजबूत धातु भी होवे, अग च थोड़ी देर रखो ना, जो 100 डिग्री तो उपर टैंपरेचर जाता पिघल जाता है। लोहा भी पानी बन जाता है, सोना भी पानी तरह तरल हो जाता है, हर चीज़ अग के सामने पानी हो जाती है। वो कहते फिर सूरज अंदर तो कई हज़ार गुना ज़्यादा गर्मी है। हुण ये सूरज अंदर गर्मी यानी एनर्जी, इनू एनर्जी कह सकते हैं असीं। हुण ये सूरज अंदर एनर्जी आई कित्थों? ये भरन वाला कौन है? जवाब दिओ सानूं। तो फिर इसदा मतलब जे ना इस सूरज अंदर इन्नी एनर्जी भरी, और ये भी गल अज साइंस मानती है कि इदां दे हज़ारां ही सूरज इस तो बड़े होर भी है। वो कहते ये साडा इक्को ही ना मिल्की वे, इदां दे हज़ारां ही मिल्की वे, हज़ारां ही आकाश गंगावां दुनिया ते होर भी है। तो इसदा मतलब इदां दे सूरज होर भी अनंत है। तो जरा सोचिए कि परमात्मा ने जो सानू एक सूरज नजर आता है, ਉਹਦੇ अंदर इन्नी एनर्जी भरी, फिर कितने ਲੱਖਾਂ ਕਰੋੜਾਂ सूरज होर है उन्होंने अंदर इन्नी एनर्जी भरी, तो आप कितनी एनर्जी का दाता होएगा, ਉਹਦੇ अंदर कितनी शक्ति होएगी। तो जे हुण असीं ये महसूस कर लीए कि वो अनंत शक्ति का दाता परमात्मा, ਉਹਦੀ शक्ति मेरे अंदर काम करती है, तो फिर मैं खुद कितना शक्तिशाली हो सकता। समझते हो कि नहीं? इसलिए अज ये थोड़ा समझना है। किया जाता है कि जिस तरह ही गल की कि जीसस क्राइस्ट अज उन्होंने जन्मदिन है, क्रिसमस का दिन है, तो उन्होंने कोल ना एक बार एक आदमी आया और आके उन्हें जीसस क्राइस्ट को पूछया कि मारे ईश्वर का राज्य कदों आएगा। क्योंकि कहते ना कि जो एक वो टाइम आना जो क्यामत आनी है और फिर सारी दुनिया खत्म हो जानी, फिर परमात्मा ने उतरना है दुनिया पर। उन्होंने कहते ईश्वर का फिर राज्य होना, फिर सारिया रूहां का हिसाब लिया जाना, जिदा कि मन्निया जाता है कि एक दिन क्यामत आनी है और फिर रब के सामने सारिया रूहां का हिसाब लिया जाना, वो ईश्वर का साम्राज्य होना है। या जिस तरह अपने भी कई बार तुम सुनते हो राम राज्य कदों आएगा, राम राज्य कदों आएगा। हुण जरा गौर करनी, ये राम राज्य भी वही इशारा है कि कदों वो टाइम आएगा कि जो चारों पासे सुख शांति खुशियां होणगियां, चारों पासे परमात्मा का ही हुक्म चलेगा। तो किसी ने पूछा आके जीसस क्राइस्ट को कि ये ईश्वर का राज्य कदों आएगा, कदों आएगा वो ईश्वर का राज्य। तो जीसस ने उसकी तरफ देखिया और उसकी तरफ देख के मुस्कुरा के किया। जरा गौर करना, पता की किया? एक बड़ा प्यारा शब्द, एक बड़ी प्यारी लाइन जीसस क्राइस्ट ने कही। और अगर इस छोटी जी लाइन को असीं समझ लीए तो साडी जिंदगी बदल सकती है। फिर सानू समझ आ सकती है कि साडे अंदर किहड़ी शक्ति काम करती है। जिस तरह दसिया ना कि जिहड़ा परमात्मा सूरज अंदर इन्नी ऊर्जा भर रहा है, वो आप कितनी शक्ति का मालिक होएगा। तो फिर जे वो शक्ति साडे अंदर काम कर रही है तो फिर ऐसी कमजोर कितना हो सकते हैं। बस थोड़ा जो शक्ति को जानना है। सो जो उसने पूछे कि ईश्वर का साम्राज्य कदों आएगा, तो उसने जीसस क्राइस्ट ने बड़ी प्यारी गल कही। की गल कही? जीसस क्राइस्ट कहते कि ईश्वर का साम्राज्य किते ऊपर आसमान च नहीं है। ईश्वर का साम्राज्य, ਉਹਦਾ राज्य या जिथे वो रहिंदा है वो कोई ऊपर आसमान च नहीं है। वो क्या उन्होंने सब तो गहरी गल जो सानू बड़ी प्यारी लगती है, वो कहते ईश्वर का साम्राज्य तुम्हारे भीतर है। बोलो समझते हो कि नहीं? वो कहते ईश्वर का साम्राज्य किथे है? द किंगडम ऑफ गॉड विद इन यू, द किंगडम ऑफ गॉड विद इन यू। के ईश्वर का किंगडम, वो साम्राज्य, वो राज्य, वो ईश्वर, वो किते आसमान ते नहीं है। द किंगडम ऑफ गॉड विद इन यू, के वो तेरे अंदर है। ईश्वर का साम्राज्य तेरे अंदर है।
ਬਹੁਤ ਪਿਆਰੀ ਗੱਲ ਕਹਿ ਦਿੱਤੀ, ਕਿਉਂਕਿ ਜਦੋਂ ਇਸੇ ਗੱਲ ਨੂੰ ਅਸੀਂ ਸਮਝ ਲਈਏ ਤਾਂ ਸਾਡੀਆਂ ਬਾਹਰਲੀਆਂ ਦੌੜਾਂ ਹੀ ਮੁੱਕ ਜਾਂਦੀਆਂ ਹੈ। ਕਿੱਦਾਂ ਦੌੜ ਮੁੱਕ ਗਈ ਜ਼ਰਾ ਸੋਚੋ। ਹੁਣ ਜਿਹੜੀ ਚੀਜ਼ ਨੂੰ ਤੁਸੀਂ ਖੋਜ ਰਹੇ ਹੋ, ਜਿਸ એનર્ਜੀ ਨੂੰ ਖੋਜ ਰਹੇ ਹੋ, ਚਾਹੇ ਉਹਨੂੰ એનર્ਜੀ ਕਹਿ ਲਈਏ, ਸ਼ਕਤੀ ਕਹਿ ਲਈਏ, ਤਾਕਤ ਕਹਿ ਲਈਏ, ਪਰਮਾਤਮਾ ਕਹਿ ਲਈਏ, ਵਾਹਿਗੁਰੂ ਕਹਿ ਲਈਏ, ਅੱਲਾਹ ਕਹਿ ਲਈਏ, ਕੋਈ ਵੀ ਨਾਮ ਦੇ ਲਈਏ, ਜਦੋਂ ਅਸੀਂ ਉਹਨੂੰ ਇਹ ਸਮਝ ਲੈਂਦੇ ਹਾਂ ਕਿ ਉਹਦਾ ਰਾਜਿਆ ਯਾਨੀ ਉਹ ਪਰਮਾਤਮਾ ਕਿੱਥੇ ਹੈ, ਮੇਰੇ ਅੰਦਰ ਹੈ, ਤਾਂ ਫਿਰ ਅਸੀਂ ਬਾਹਰ ਖੋਜ ਕਰਨ ਦੀ ਬਜਾਏ ਉਹ ਯੁਕਤੀ ਲੱਭਦੇ ਹਾਂ, ਉਹ ਵਿਧੀ ਲੱਭਦੇ ਹਾਂ ਕਿ ਕਿਸ ਤਰ੍ਹਾਂ ਸਾਨੂੰ ਆਪਣੇ ਅੰਦਰੋਂ ਉਹ ਈਸ਼ਵਰ ਮਿਲ ਜਾਵੇ। और जदों ये गल आती है ना कि ईश्वर का साम्राज्य आपके भीतर है, द किंगडम ऑफ गॉड विद इन यू, तो ਇਹਦਾ मतलब की है कि ਇਹਦਾ मतलब ये है कि ईश्वर का साम्राज्य कहने का मतलब नहीं कि किसी एक अंदर है, फिर ਇਹਦਾ मतलब है कि जिन्ने भी है औरत मर्द बच्चा बुजुर्ग सब के अंदर ही ईश्वर का साम्राज्य है। और जदों इस चीज़ को असीं समझ लवांगे तो फिर की होएगा, की फर्क पेगा? फर्क ये पेगा कि जिहड़ा ये गल ते यकीन कर लेगा कि सब दे अंदर ही ईश्वर का साम्राज्य है, फिर ओहदियां नज़रां 'च कोई अमीर नहीं रह जाता, कोई गरीब नहीं रह जाता, कोई जात नहीं रह जाती, कोई धर्म नहीं रह जाता, कोई भेद नहीं रह जाता, कोई भाव नहीं रह जाता, सारे फर्क मिट जाते हैं। क्योंकि उन्होंने एक गल का पता लग जाता है कि बाहरों नाम देश कपड़ा अलग हो सकता है, पर ईश्वर तो साम्राज्य तो सब दे अंदर उही है ना। बोलो समझ दो अपने इन्हूं इदां समझ लो जिद्दां बंदा कहे कि दुनिया ते किन्ने देश है और हर देश का अपना एक नियम है, अपना एक भेष है। भेष का मतलब वेशभूषा, किसी कंट्री च किदां दे कपड़े पाए जाते हैं, किसी कंट्री च किदां दे कपड़े पाए जाते हैं, अलग अलग कितनियां कंट्रियां है और हर कंट्री च कोई ना कोई प्रधानमंत्री या राष्ट्रपति भी हुंदा है, प्राइम मिनिस्टर या प्रेजिडेंट हुंदा है या नहीं। हुण जरा समझना कि कंट्रियां अलग अलग है पर हर कंट्री का प्रेजिडेंट, हुण जदों सारे प्रेजिडेंट एक जगह मीटिंग दे इकट्ठे हुंदे हैं तो उत्थे अनाउंस की कीता जाता है कि सारिया कंट्रियां दे प्रेजिडेंट आए, उन्होंने इक्को जगह बिठाया जाता है। उत्थे ये नहीं बिठाया जाता कि अमेरिका का प्रेजिडेंट है तो उन्होंने कोई उच्ची जगह दी जाती है तो बाकिया कंट्रियां के प्रेजिडेंट को नीवी कुर्सी दी जाती नहीं, सारे इक्को जगह रखा जाता है। उत्थे ये नहीं देखा जाता कि भेष की है, बाणी की है, बोली की है, कि वो इटालीयन बोलता है, वो इंग्लिश बोलता, जर्मन बोलता, नहीं, वो कहते ओहदा तो PM का ही है ना, इसलिए सारे रिस्पैक्ट। हुण जे एक ओहदा मिल जाता, एक कुर्सी मिल जाती है बंदे नूं, उत्थे असीं सारिआं नूं इक्को इज्जत देनी शुरू कर देंगे कि सारे PM ही है। तो फिर ये क्यों नहीं समझते कि सानू भी साडे परमात्मा ने एक ओहदा दिता है। वो ओहदा किहड़ा है कि साडे सारे अंदरों आप ही आसन ला के बैठ गया। अगर उहदे नज़रिए देखिए तो असीं सारे भी एक बराबर होए या नहीं? फिर उत्थे हिंदू कौन रह गया, मुसलमान कौन रह गया, सिख कौन रह गया, ईसाई कौन रह गया? फर्क रह गया? कोई फर्क नहीं रह गया। इसीलिए तो जीसस क्राइस्ट जो दुनिया ते आए तो एक प्रेम दी, क्षमा दी, दया दी, जरा गौर करना, और करुणा दी एक बड़ी प्यारी मूर्त सी। उन्होंने सब नाल प्रेम किया बिना किसी जात तो, बिना किसी ऊंच नीच के भेदभाव तो। उन्होंने हर चीज़ में एक पासे रख के इंसानियत के अंदर यही देखा कि मेरा गॉड दा किंगडम सब दे अंदर है। बस जगाने की कोशिश की, समझाने की कोशिश की कि समझो, जानो, ये शक्ति को पहचानो जो तुहाडे अंदर काम कर रही है। इसलिए फिर कहांगे द किंगडम ऑफ गॉड विद इन यू। इत्थे तुहाडे वाले इशारा कर रहे, क्योंकि असीं तो जानते ही हाँ, हुण तुहाडा टाइम है जानने का, तुसीं भी जानने की कोशिश करो। जिद्दां एक टीचर बच्चों को कहता है, बेटा मैं तो डिग्री ले ली, हुण तुसीं भी पढ़ लिख के कुछ नाम कमा लो, डिग्रियां ले लो, क्योंकि टीचर तो पहुंच ही गया उत्थे। हुण उहदी कोशिश है बच्चे भी पढ़ लिख के कुछ बन जाण। बोलो समझदे हो अपने? क्योंकि मकसद यही हुंदा है कि जिस आनंद नूं असीं जाणिया है, जे साडे समझाण नाल, साडे थोड़ा जिहा कोशिश करन नाल तुसीं भी उह आनंद नूं जाण लवो, जिहड़ी एनर्जी, जिहड़ी ऊर्जा असीं अपने अंदर फील कर रहे हैं, अगर उस एनर्जी, उस ऊर्जा नूं तुसीं भी फील कर लो तो जिंदगी स्वर्ग बन जाए, इत्थे खुशियां आ जाण, फिर तो कमी कोई रहे ही ना। बोलो समझदे हो अपने? और यही कोशिश है, यही साडी कोशिश है कि जिहड़ा आनंद, जिहड़ी एनर्जी असीं फील कर रहे हैं, उस अपने संपर्क में आने वाले हर इंसान के अंदर वो एनर्जी भर दईए, वो आनंद भर दईए, ताकि उन्होंने भी पता लगे कि पहला जी जिंदगी जी सीगी वो तो जिंदगी है ही नहीं सी, वो तो बोझ सी, जिंदगी तो असली हुण शुरू हुई है।
ਆਨੰਦ ਤਾਂ ਹੁਣ ਆਇਆ ਜੀਵਨ 'ਚ ਜਦੋਂ ਕਲਾ ਸਿੱਖੀ। ਜਿੱਦਾਂ ਸਮਝ ਲਓ ਕਿ ਇੱਕ ਬੰਦੇ ਨਾਲ ਗੱਡੀ ਲੈ ਕੇ ਖੜੀ ਕੀਤੀ ਹੈ, ਉਹ 10 ਸਾਲ ਹੋਏ ਗੱਡੀ ਖੜੀ ਨੂੰ, ਘਰ 'ਚ ਇਹਨੂੰ ਚਲਾਣੀ ਆਂਦੀ ਨਹੀਂ ਹੈ, ਪਰ ਫਿਰ ਕੋਈ ਆਂਦਾ ਹੈ ਜਿਹੜਾ ਉਹਨੂੰ ਗੱਡੀ ਚਲਾਉਣ ਦੀ ਕਲਾ ਸਿਖਾਉਂਦਾ ਹੈ। ਔਰ ਜਦੋਂ ਗੱਡੀ ਚਲਾਉਣ ਦੀ ਕਲਾ ਸਿੱਖ ਕੇ ਉਹ ਗੱਡੀ ਦੀ ਸੀਟ ਤੇ ਬਹਿ ਕੇ ਸਲਮ ਮਾਰ ਕੇ ਗੱਡੀ ਤੋੜਦਾ ਹੈ, ਫਿਰ ਪਤਾ ਕੀ ਕਹਿੰਦਾ ਹੈ, ਹੁਣ ਆਇਆ ਮਜ਼ਾ। 10 ਸਾਲ ਪਹਿਲਾਂ ਤਾਂ ਉੱਦਾਂ ਹੀ ਖੜੀ ਸੀ, ਕੋਈ ਫਾਇਦਾ ਹੀ ਨਹੀਂ ਲਿਆ ਇਹਦਾ, ਚਲਾਣੀ ਆਂਦੀ ਨਹੀਂ ਸੀ, ਹੁਣ ਚਲਾਣੀ ਆਈ, ਹੁਣ ਮਜ਼ਾ ਆਇਆ, ਹੁਣ ਪਤਾ ਲੱਗਾ ਗੱਡੀ ਕਿਉਂ ਮਿਲੀ ਸੀ, ਇਹਦਾ ਫਾਇਦਾ ਕਿੰਨਾ, ਇਹਦਾ ਲਾਭ ਕਿੰਨਾ ਹੈ, ਹੁਣ ਆਨੰਦ ਲਈਏ ਇਹਦਾ। ਫਿਰ ਉਹ ਲੰਬੀ ਲੰਬੀ ਯਾਤਰਾ ਤੇ ਨਿਕਲਦਾ ਹੈ ਔਰ ਗੱਡੀ ਦਾ ਪੂਰਾ ਆਨੰਦ ਲੈਂਦਾ ਹੈ। ਬਸ ਇਸੇ ਤਰ੍ਹਾਂ ਜ਼ਿੰਦਗੀ ਸਾਰਿਆਂ ਨੂੰ ਮਿਲ ਜਾਂਦੀ ਹੈ, ਪਰ ਚਲਾਉਣ ਦੀ ਕਲਾ ਇਹ ਸਿੱਖਣੀ ਪੈਂਦੀ ਹੈ। ਜਿੱਦਾਂ ਜੀਵਨ ਬੱਚੇ ਨੂੰ ਮਿਲ ਜਾਂਦਾ ਹੈ, ਪਰ ਪੜ੍ਹਨ ਲਿਖਣ ਦੀ ਕਲਾ ਬੱਚੇ ਨੂੰ ਟੀਚਰ ਤੋਂ ਸਿੱਖਣੀ ਪੈਂਦੀ ਹੈ। ਕਿਤਾਬੀ ਗਿਆਨ ਬੱਚੇ ਨੂੰ ਟੀਚਰ ਤੋਂ ਮਿਲਦਾ ਹੈ। ਇਸੇ ਤਰ੍ਹਾਂ ਰੂਹਾਨੀ ਗਿਆਨ, ਆਤਮਿਕ ਗਿਆਨ, ਜੋ ਸਾਡੇ ਅੰਦਰ ਆਤਮਾ ਦੇ ਅੰਦਰ ਭਰਪੂਰ ਭੰਡਾਰ ਛੁਪੇ ਹੋਏ ਹੈ, ਇਹਦਾ ਗਿਆਨ ਸਾਨੂੰ ਮੁਰਸ਼ਦ ਦੇ ਕੋਲੋਂ ਮਿਲਦਾ ਹੈ। ਇੱਕ ਕਿਤਾਬ ਵਿੱਚ ਕੀ ਲਿਖਿਆ ਹੈ, ਉਹਦਾ ਗਿਆਨ ਸਾਨੂੰ ਟੀਚਰ ਦਿੰਦਾ ਹੈ ਕਿ ਊੜਾ ਐੜਾ ਕਾ ਖਾ ABC, ਪਰ ਤੁਹਾਡੀ ਆਤਮਾ ਦੀ ਕਿਤਾਬ ਵਿੱਚ ਕੀ ਲਿਖਿਆ ਹੈ, ਇਹਦਾ ਗਿਆਨ ਤਾਂ ਮੁਰਸ਼ਦ ਹੀ ਦੇ ਸਕਦਾ ਹੈ। ਜਿੱਦਾਂ ਸਮਝ ਲਓ ਕਿ ਤੁਸੀਂ ਅੱਛੀ ਤੋਂ ਅੱਛੀ ਕਹਾਣੀਆਂ ਦੀ ਕਿਤਾਬ, ਅੱਛੀ ਤੋਂ ਅੱਛੀ ਨਾ ਸਟੋਰੀ ਦੀ ਕਿਤਾਬ ਕਿਸੇ ਅਨਪੜ੍ਹ ਦੇ ਹੱਥ 'ਚ ਦੇ ਦਿਓ, ਉਹਦਾ ਲਾਭ ਲੈ ਪਾਏਗਾ, ਉਹਦਾ ਆਨੰਦ ਲੈ ਪਾਏਗਾ? ਉਹਨਾਂ ਦੇਖਣੀ ਕਿ ਨਾ ਲੈ ਸਮਝ ਨਹੀਂ ਆਈ ਕੁਛ, ਉਹਨਾਂ ਬੰਦ ਕਰਕੇ ਇੱਦਾਂ ਹੀ ਰੱਖ ਦੇਣੀ। ਸਮਝਦੇ ਹੋ ਕਿ ਨਹੀਂ? ਪਰ ਕੋਈ ਪੜ੍ਹਿਆ ਲਿਖਿਆ ਦੇਖੇਗਾ ਤਾਂ ਕੱਲੇ ਕੱਲੇ ਵਰਡ, ਕੱਲੇ ਕੱਲੇ ਲਫ਼ਜ਼ ਦਾ, ਕੱਲੇ ਕੱਲੇ ਅਲਫਾਜ਼ ਦਾ ਪੂਰਾ ਮਜ਼ਾ ਲਏਗਾ। ਜੇ ਉਹ 'ਚ ਕੋਈ ਅੱਛੀ ਕਵਿਤਾ ਲਿਖੀ ਹੈ, ਅੱਛਾ ਸ਼ੇਰ ਲਿਖਿਆ ਹੈ, ਉਹ ਪੜ੍ਹ ਕੇ ਪੂਰਾ ਆਨੰਦ ਲਏਗਾ, ਕਿਉਂਕਿ ਉਹਨੂੰ ਲਫ਼ਜ਼ਾਂ ਦੀ ਸਮਝ ਆ ਰਹੀ ਹੈ। ਇਸੇ ਤਰ੍ਹਾਂ ਇਨਸਾਨ ਦੇ ਆਤਮਾ ਦੇ ਅੰਦਰ ਵੀ ਬੜੇ ਮਿੱਠੇ ਲਫ਼ਜ਼ ਹੈ, ਬੜਾ ਆਨੰਦ ਹੈ, ਬਹੁਤ ਕੁਝ ਛੁਪਿਆ ਹੋਇਆ ਹੈ, ਪਰ ਇਨਸਾਨ ਨੂੰ ਉਹ ਕਲਾ ਨਾ ਆਣ ਕਰਕੇ ਬੰਦਾ ਕਦੀ ਉਹਨੂੰ ਪੜ੍ਹ ਹੀ ਨਹੀਂ ਪਾਉਂਦਾ, ਉਹਨੂੰ ਜਾਣ ਹੀ ਨਹੀਂ ਪਾਉਂਦਾ, ਉਹਦਾ ਲਾਭ ਕਦੀ ਲੈ ਹੀ ਨਹੀਂ ਪਾਉਂਦਾ। ਪਰ ਜਦੋਂ ਮੁਰਸ਼ਿਦ ਮਿਲਦਾ ਹੈ ਤਾਂ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਆਤਮਾ ਦੀ ਕਿਤਾਬ ਤੇ ਤਾਂ ਬੜੀਆਂ ਖੁਸ਼ੀਆਂ ਹੈ, ਬੜੀ ਤਾਕਤ ਹੈ, ਬੜਾ ਆਨੰਦ ਲਿਖਿਆ ਹੋਇਆ ਹੈ। ਅਸਲੀ ਜ਼ਿੰਦਗੀ ਤਾਂ ਹੁਣ ਸ਼ੁਰੂ ਆਈ ਜਦੋਂ ਆਪਣੀ ਆਤਮਾ ਨੂੰ ਸਮਝਣਾ ਸ਼ੁਰੂ ਕੀਤਾ। ਅਸਲੀ ਜ਼ਿੰਦਗੀ ਦਾ ਆਨੰਦ ਤਾਂ ਹੁਣ ਆਇਆ ਜਦੋਂ ਆਪਣੇ ਆਪ ਨੂੰ ਸਮਝਣਾ ਸ਼ੁਰੂ ਕੀਤਾ। ਪਹਿਲਾਂ ਸਾਰੀ ਜ਼ਿੰਦਗੀ ਬਾਹਰ ਦੁਨੀਆ ਨੂੰ ਸਮਝਣ 'ਚ ਨਿਕਲ ਗਈ ਕਿ ਇਹਨੂੰ ਸਮਝ ਲਵਾਂ, ਉਹਨੂੰ ਸਮਝ ਲਵਾਂ। ਜਿੱਦਾਂ ਕਈ ਵਾਰ ਦੇਖਿਆ ਨਾ, ਕਈ ਗੱਲਾਂ ਕਰਦੇ ਆ ਮੈਨੂੰ 15 ਸਾਲ ਹੋ ਗਏ ਘਰ ਵਾਲੇ ਨੂੰ ਰਹਿੰਦੇ ਨੂੰ, ਮੈਨੂੰ ਸਮਝ ਨਹੀਂ ਆਈ ਮੈਨੂੰ ਹਾਲੇ ਦੀ। ਕਈ ਕਹਿ ਦਿੰਦੇ, ਪਤੀ ਕਹਿ ਦਿੰਦੇ, ਕਈ ਪਤਨੀਆਂ ਕਹਿ ਦਿੰਦੀ ਹੈ ਕਿ ਜੀ ਇੰਨੇ ਸਾਲ ਹੋ ਗਏ ਇਹਦੇ ਨਾਲ ਰਹਿੰਦੇ ਨੂੰ, ਹਾਲੇ ਮੈਨੂੰ ਇਹਦੀ ਸਮਝ ਹੀ ਨਹੀਂ ਆਈ, ਮੈਨੂੰ ਬੱਚੇ ਦੀ ਸਮਝ ਨਹੀਂ ਆਈ, ਮੈਨੂੰ ਆਪਣੇ ਪਤੀ ਦੀ, ਮੇਰੇ ਆਪਣੇ ਪਿਤਾ ਦੀ, ਮੈਨੂੰ ਆਪਣੀ ਮਾਂ ਦੀ, ਮੈਨੂੰ ਭੈਣਾਂ ਦੀ ਸਮਝ ਨਹੀਂ ਆਈ। ਤੁਸੀਂ ਵੀ ਕਦੀ ਨਾ ਕਦੀ ਕਿਹਾ ਹੋਏਗਾ, ਇਹ ਸਮਝ ਨਹੀਂ ਆਈ ਮੈਨੂੰ ਇਹਦੀ, ਇਹ ਕਿੱਦਾਂ ਦਾ ਬੰਦਾ ਹੈ ਜਾਂ ਕਿੱਦਾਂ ਦੀ ਔਰਤ ਹੈ। ਹੁਣ ਜ਼ਰਾ ਗੌਰ ਕਰੋ, ਅਸੀਂ ਕਹਿੰਦੇ ਦੂਜੇ ਨੂੰ ਤਾਂ ਕਹਿ ਦਿੰਦੇ ਮੈਨੂੰ ਇਹਦੀ ਸਮਝ ਨਹੀਂ ਆਈ, ਤਾਂ ਅਸੀਂ ਕਹਾਂਗੇ ਪਹਿਲਾਂ ਇਹ ਦੱਸੋ ਤੁਹਾਨੂੰ ਆਪਣੀ ਸਮਝ ਆਉਂਦੀ ਹੈ? ਪਹਿਲਾਂ ਬੰਦੇ ਨੂੰ ਆਪਣੀ ਸਮਝ ਹੈ ਨਹੀਂ ਕਿ ਮੈਂ ਸਵੇਰੇ ਕੁਛ ਹੁੰਦਾ, ਦੁਪਹਿਰੇ ਕੁਛ ਹੁੰਦਾ, ਸ਼ਾਮ ਨੂੰ ਕੁਛ ਹੋਰ ਹੋ ਜਾਂਦਾ। ਹੁਣੇ 10 ਮਿੰਟ ਪਹਿਲਾਂ ਹੱਸ ਰਿਹਾ ਸੀ, ਹੁਣੇ ਕਿਸੇ ਨੇ ਮਾੜੀ ਜਿਹੀ ਗੱਲ ਕਹਿ ਦਿੱਤੀ, ਹੁਣੇ ਹੀ ਆਗ ਬਬੂਲਾ ਹੋ ਗਿਆ, ਕ੍ਰੋਧ ਨਾਲ ਭਰ ਗਿਆ। ਉਹ ਆਪਣੀ ਸਮਝ ਹੈ ਤੈਨੂੰ? ਕਦੋਂ ਗੁੱਸਾ ਆਇਆ, ਕਦੋਂ ਸ਼ਾਂਤੀ ਆ ਗਈ, ਕਦੋਂ ਖੁਸ਼ੀ ਆਈ, ਕਦੋਂ ਰੋਣਾ ਆ ਗਿਆ, ਕਦੋਂ ਹੱਸ ਲਿਆ, ਕਦੋਂ ਰੋ ਲਿਆ, ਕਦੋਂ ਦੁਖੀ ਹੋ ਗਿਆ, ਕਦੋਂ ਸੁਖੀ ਹੋ ਗਿਆ, ਤੈਨੂੰ ਆਪਣੀ ਸਮਝ ਹੈ ਨਹੀਂ। ਤਾਂ ਜੇ ਤੂੰ ਆਪਣੇ ਆਪ ਨੂੰ ਨਹੀਂ ਸਮਝਿਆ ਤਾਂ ਦੂਜੇ ਨੂੰ ਕੀ ਸਮਝ ਪਾਏਗਾ? ਇਹਦਾ ਬੰਦਾ ਕਹਿੰਦਾ ਤੇਰੇ ਘਰ ਦੀ ਪਤੀਲੀ 'ਚ ਕੀ ਹੈ, ਜੇ ਉਹੀ ਨਾ ਤੈਨੂੰ ਪਤਾ ਲੱਗਾ ਤਾਂ ਗੁਆਂਢੀਆਂ ਦੀ ਪਤੀਲੀ 'ਚ ਕੀ ਬਣ ਰਿਹਾ ਹੈ ਉਹ ਤੈਨੂੰ ਕਿੱਦਾਂ ਪਤਾ ਲੱਗ ਜਾਏਗਾ? ਪਰ ਆਪਣੇ ਘਰ ਦੀ ਪਤੀਲੀ ਦੇਖਣੀ ਨਹੀਂ, ਗੁਆਂਢੀਆਂ ਦੀ ਪਤੀਲੀ 'ਚ ਕੀ ਪੱਕ ਰਿਹਾ ਉਹਦੀ ਫਿਕਰ ਜ਼ਿਆਦਾ ਹੈ। ਇੱਥੇ ਗੁਆਂਢੀਆਂ ਦਾ ਮਤਲਬ ਆ ਦੂਜੇ ਦੇ ਅੰਦਰ ਕੀ ਚੱਲ ਰਿਹਾ ਹੈ। ਕਈ ਆਣਗੇ, ਮਾਲਕੋ ਜੇ ਧਿਆਨ ਕਰੀਏ ਤਾਂ ਦੂਜੇ ਦੇ ਮਨ ਦੀ ਗੱਲ ਪਤਾ ਲੱਗ ਜਾਏਗੀ। ਹੋਏਗਾ ਕਮਾਲ ਦੀ ਗੱਲ ਹੈ, ਤੈਨੂੰ ਆਪਣੇ ਮਨ ਦਾ ਪਤਾ ਹੈ। ਜਿੱਦਾਂ ਬੁੱਲੇ ਸ਼ਾਹ ਕਹਿੰਦੇ, ਉਹ ਬੁੱਲਿਆ ਕਿ ਆਲੇ ਦੁਆਲੇ ਤਾਂ ਲੜਦਾ ਪਿਆ ਹੈ, ਰੋਜ਼ ਆਸਮਾਨੀ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਉਹ ਕਹਿੰਦੇ ਜਿਹੜਾ ਤੇਰੇ ਅੰਦਰ ਬੈਠਾ ਚੋਰ, ਪਹਿਲਾਂ ਇਹਨੇ ਫੜ ਲੈ। ਦੂਜੇ ਚੋਰਾਂ ਨੂੰ ਫੜਨ ਦੌੜਦਾ ਹੈ, ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਪਹਿਲਾਂ ਆਪਣੇ ਆਪ ਨੂੰ ਹੀ ਸਮਝ ਲੈ। ਇਸ ਲਈ ਸਮਝੋ ਜ਼ਰਾ ਸਾਰੇ ਜੀ, ਪਹਿਲਾਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਦੂਜੇ ਅੰਦਰ ਕੀ ਚੱਲ ਰਿਹਾ ਹੈ, ਦੂਜੇ ਦੇ ਜੀਵਨ 'ਚ ਕੀ ਚੱਲ ਰਿਹਾ ਹੈ। ਇੱਕ ਗੱਲ ਫਿਰ ਕਵਾਂਗੇ, ਦੂਜੇ ਦੇ ਜੀਵਨ 'ਚ ਕੀ ਚੱਲ ਰਿਹਾ ਹੈ, ਦੂਜੇ ਦੇ ਮਨ 'ਚ ਕੀ ਚੱਲ ਰਿਹਾ ਹੈ, ਉਹ ਤੁਸੀਂ ਜਾਣ ਵੀ ਲਿਆ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਪਰ ਜਦੋਂ ਤੁਸੀਂ ਆਪਣੇ ਮਨ ਨੂੰ ਸਮਝ ਕੇ ਆਪਣੇ ਮਨ ਤੇ ਕਾਬੂ ਪਾ ਲਿਆ, ਉਹਦਾ ਲਾਭ ਤੁਹਾਨੂੰ ਜ਼ਰੂਰ ਹੋਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕੋਈ ਬੰਦਾ ਕਵੇ ਕਿ ਲੈ ਵੀ ਉਹ ਬਿਮਾਰ ਹੈ ਔਰ ਮੈਂ ਵੀ ਬਿਮਾਰ ਹਾਂ, ਪਰ ਮੈਂ ਉਹਦੀ ਬਿਮਾਰੀ ਬਾਰੇ ਸਮਝੀ ਜਾਂਦਾ ਹਾਂ, ਇਹਨੂੰ ਜਿਹੜੀ ਬਿਮਾਰੀ ਹੈ ਤਾਂ ਇਲਾਜ ਕੀ ਹੈ। ਹੁਣ ਭਾਈ ਉਹਦੀ ਬਿਮਾਰੀ ਦਾ ਇਲਾਜ ਸਮਝ ਕੇ ਤੇਰੀ ਆਪਣੀ ਬਿਮਾਰੀ ਦੂਰ ਨਹੀਂ ਹੋਣੀ, ਤੈਨੂੰ ਫਾਇਦਾ ਫੇਰ ਹੋਣਾ। ਆਪਣੀ ਬਿਮਾਰੀ ਨੂੰ ਸਮਝ ਕੇ ਮੈਨੂੰ ਕੀ ਬਿਮਾਰੀ ਹੈ, ਮੈਨੂੰ ਕੀ ਪ੍ਰੋਬਲਮ ਹੈ, ਆਪਣੀ ਬਿਮਾਰੀ ਨੂੰ ਸਮਝ ਕੇ ਉਹਦਾ ਇਲਾਜ ਕਰਾਂ ਤਾਂ ਫਿਰ ਮੈਨੂੰ ਸਿਹਤ ਜ਼ਰੂਰ ਮਿਲੇਗੀ। ਪਰ ਮੈਂ ਕੀ ਕਰਦਾ,
ਮੈਂ ਰੱਬ ਨੂੰ ਸਮਝਣਾ ਹੈ, ਮੈਂ ਭਗਵਾਨ ਨੂੰ ਸਮਝਣਾ ਹੈ, ਮੈਂ ਵੇਦਾਂ ਨੂੰ ਸਮਝਣਾ ਹੈ, ਮੈਂ ਸ਼ਾਸਤਰਾਂ ਨੂੰ ਸਮਝਣਾ ਹੈ, ਮੈਂ ਕੁਰਾਨ ਨੂੰ ਸਮਝਣਾ, ਮੈਂ ਗੀਤਾ ਨੂੰ ਸਮਝਣਾ। ਉਹ ਭਈ ਆਪਣੇ ਆਪ ਨੂੰ ਤਾਂ ਸਮਝ ਪਹਿਲਾਂ, ਕਿਉਂਕਿ ਜਦੋਂ ਤੂੰ ਆਪਣੇ ਆਪ ਨੂੰ ਸਮਝ ਲਿਆ ਤਾਂ ਸਭ ਕੁਝ ਤੈਨੂੰ, ਸਾਰੇ ਜਵਾਬ ਤੈਨੂੰ ਅੰਦਰੋਂ ਹੀ ਮਿਲ ਜਾਣੇ, ਕਿਉਂਕਿ ਜਿਸ ਨੇ ਹਰ ਚੀਜ਼ ਪੈਦਾ ਕੀਤੀ ਹੈ ਉਹ ਤੇਰੇ ਅੰਦਰ ਬੈਠਾ। ਜਦੋਂ ਆਪਣੀ ਸਮਝ ਆ ਗਈ ਤਾਂ ਫਿਰ ਜ਼ਰਾ ਖੁਦ ਸੋਚੋ। ਹਜ਼ੂਰ ਮੁਹੰਮਦ ਸਾਹਿਬ ਨੇ ਕੋਈ ਵੇਦ ਸ਼ਾਸਤਰ ਨਹੀਂ ਪੜ੍ਹਿਆ ਸੀ, ਉਹਨਾਂ ਨੇ ਆਪਣੇ ਆਪ ਨੂੰ ਸਮਝਿਆ ਕਿ ਮੇਰੇ ਅੰਦਰ ਕਿਹੜੀ ਖੁਦਾ ਦੀ ਸ਼ਕਤੀ ਕੰਮ ਕਰ ਰਹੀ ਹੈ, ਤਾਂ ਉਹਨਾਂ ਨੂੰ ਸਭ ਕੁਝ ਸਮਝ ਆ ਗਿਆ, ਖੰਡਾ ਬ੍ਰਹਿਮੰਡਾਂ ਬਾਰੇ ਸਮਝ ਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਪਾਠਸ਼ਾਲਾ 'ਚ ਜਾ ਕੇ ਕੋਈ ਕਿਤਾਬਾਂ ਨਹੀਂ ਪੜ੍ਹੀਆਂ, ਉਹਨਾਂ ਨੇ ਵੀ ਆਪਣੇ ਆਪ ਨੂੰ ਸਮਝਿਆ, ਤਾਂ ਉਹਨਾਂ ਨੇ ਵੀ ਦੱਸ ਦਿੱਤਾ ਕਿ ਇੰਨੇ ਸੂਰਜ, ਇੰਨੇ ਆਕਾਸ਼ ਖੰਡ ਬ੍ਰਹਿਮੰਡ ਸਭ ਕੁਝ ਤੇਰੇ ਅੰਦਰ ਹੀ ਹੈ, ਕਿਉਂਕਿ ਜੋ ਸ਼ਕਤੀ ਹਰ ਚੀਜ਼ ਨੂੰ ਪੈਦਾ ਕਰਨ ਵਾਲੀ ਉਹ ਤੇਰੇ ਅੰਦਰ ਬੈਠੀ ਹੈ। ਜਦੋਂ ਤੂੰ ਆਪਣੇ ਅੰਦਰ ਨੂੰ ਜਾਣ ਲਿਆ ਤਾਂ ਤੈਨੂੰ ਸਾਰੀ ਸਮਝ ਆ ਜਾਂਦੀ ਹੈ। ਇਸ ਲਈ ਅੱਜ ਤੋਂ ਇਹ ਸਮਝਣ ਦੀ ਬਜਾਏ ਕਿ ਗੁਆਂਢੀ ਦੇ ਦਿਲ 'ਚ ਕੀ ਚੱਲ ਰਿਹਾ ਹੈ, ਦੂਜੇ ਦੀ ਪਤੀਲੀ 'ਚ ਕੀ ਰਿਝ ਰਿਹਾ, ਆਪਣੀ ਪਤੀਲੀ ਨੂੰ ਸਮਝੀਏ ਕਿ ਮੇਰੀ ਦਿਲ ਦੀ ਪਤੀਲੀ ਅੰਦਰ ਕੀ ਚੱਲ ਰਿਹਾ ਹੈ, ਮੇਰੇ ਦਿਮਾਗ ਦੇ ਪਤੀਲੇ 'ਚ ਕੀ ਬਣ ਰਿਹਾ ਹੈ, ਇਹਦਾ ਇਲਾਜ ਕਰਾਂ। ਅਗਰ ਇੱਥੇ ਕੁਝ ਗਲਤ ਚੀਜ਼ ਬਣ ਰਹੀ ਹੈ ਤਾਂ ਇਹਨੂੰ ਸਹੀ ਕਰਾਂ, ਕਿਉਂਕਿ ਮੇਰੇ ਘਰ 'ਚ ਸਹੀ ਬਣੇਗਾ ਤਾਂ ਫਿਰ ਹੀ ਸਵਾਦ ਆਏਗਾ। ਤਾਂ ਜੇ ਮੇਰੇ ਘਰ 'ਚ ਉਲਟੀਆਂ ਸਿੱਧੀਆਂ ਚੀਜ਼ਾਂ ਬਣੀ ਜਾਣ ਤਾਂ ਫਿਰ ਮੇਰੀ ਜ਼ਿੰਦਗੀ ਬੇਸਵਾਦੀ ਰਹੇਗੀ, ਨੁਕਸਾਨ ਹੀ ਹੋਏਗਾ। ਸਮਝ ਆ ਰਹੀ ਕਿ ਨਹੀਂ? ਹੁਣ ਫਰਜ਼ ਕਰੋ ਗੁਆਂਢੀਆਂ ਦੇ ਪਤੀਲੇ 'ਚ ਰਿਝਦਾ ਹੋਵੇ ਸਾਗ, ਤਾਂ ਘਰ ਦੇ ਪਤੀਲੇ 'ਚ ਤੁਸੀਂ ਛਿਪਕਲੀ ਜਾਂ ਕੋਈ ਸੱਪ ਹੀ ਰਿੰਨੀ ਜਾਓ, ਤਾਂ ਹੁਣ ਉਹਦੇ ਪਤੀਲੇ ਸਵਾਦ ਸਾਗ ਬਣ ਰਿਹਾ, ਖਾਣਾ ਆਪਣਾ। ਇੱਧਰ ਧਿਆਨ ਦੇ ਕੀ ਗਿਰ ਗਿਆ ਵਿੱਚ, ਸੱਪ ਗਿਰ ਗਿਆ, ਛਿਪਕਲੀ ਗਿਰ ਗਈ, ਇਹਦਾ ਧਿਆਨ ਕਰ, ਕਿਉਂਕਿ ਇਹ ਜ਼ਹਿਰੀਲੀ ਚੀਜ਼ ਤੇਰੇ ਅੰਦਰ ਜਾਏਗੀ ਤਾਂ ਤੇਰੇ ਜੀਵਨ ਦਾ ਨੁਕਸਾਨ ਕਰੇਗੀ। ਇਹਦਾ ਕਹਿਣ ਦਾ ਮਤਲਬ ਕੀ ਹੈ, ਇੱਥੇ ਸੱਪ ਜਾਂ ਛਿਪਕਲੀ ਕਹਿਣ ਦਾ ਮਤਲਬ ਇੱਕ ਮਿਸਾਲ ਹੈ ਕਿ ਬੰਦਾ ਦੇਖੇ ਕਿ ਮੇਰੇ ਕੰਨਾਂ ਦੇ ਜ਼ਰੀਏ ਕਿਹੜਾ ਜ਼ਹਿਰ ਮੇਰੇ ਅੰਦਰ ਜਾ ਰਿਹਾ ਹੈ, ਕਿਹੜਾ ਬੁਰਾਈਆਂ ਦਾ ਜ਼ਹਿਰ, ਨਫ਼ਰਤ ਦਾ ਜ਼ਹਿਰ, ਈਰਖਾ ਦਾ ਜ਼ਹਿਰ ਮੇਰੇ ਅੰਦਰ ਜਾ ਰਿਹਾ ਹੈ, ਨੈਗੇਟਿਵਿਟੀ ਮੇਰੇ ਅੰਦਰ ਜਿਹੜੀ ਜਾ ਰਹੀ ਹੈ ਨਾ, ਇਹ ਜ਼ਹਿਰ ਨੇ ਜਾ ਕੇ ਮੇਰੇ ਜੀਵਨ ਨੂੰ ਬਰਬਾਦ ਕਰਨਾ ਹੈ। ਇਸ ਲਈ ਇਹਦਾ ਧਿਆਨ ਰੱਖਾਂ ਕਿ ਮੇਰੇ ਇਹ ਜੀਵਨ ਦੇ ਭਾਂਡੇ 'ਚ ਕੋਈ ਬੁਰੀ ਚੀਜ਼, ਜ਼ਹਿਰੀਲੀ ਚੀਜ਼ ਨਾ ਜਾਵੇ, ਇਹਦਾ ਖਿਆਲ ਰੱਖਾਂ। ਇੱਥੇ ਹੈਲਦੀ ਚੀਜ਼ਾਂ ਜਾਣੀਆਂ ਚਾਹੀਦੀਆਂ ਹੈ, ਕਿਉਂਕਿ ਮੇਰੇ ਜੀਵਨ ਦੇ ਬਰਤਨ 'ਚ ਹੈਲਦੀ ਜਾਏਗਾ ਤਾਂ ਮੇਰਾ ਜੀਵਨ ਹੈਲਦੀ ਬਣ ਜਾਏਗਾ, ਅੱਛਾ ਬਣ ਜਾਏਗਾ। ਇਸ ਲਈ ਇਹ ਥੋੜਾ ਜਿਹਾ ਧਿਆਨ ਰੱਖਣਾ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਯਾਦ ਰੱਖਣਾ ਕਿ ਦਾ ਕਿੰਗਡਮ ਆਫ ਗੋਡ ਵਿਦਨ ਯੂ, ਕਿ ਤੁਹਾਡੇ ਅੰਦਰ ਉਹ ਈਸ਼ਵਰ ਦਾ ਸਮਰਾਜ ਹੈ, ਤੁਹਾਡੇ ਅੰਦਰ ਉਹ ਈਸ਼ਵਰ, ਉਹ ਪ੍ਰਮਾਤਮਾ, ਉਹ ਪ੍ਰਭੂ ਵਸਦਾ ਹੈ। ਹੁਣ ਗੱਲ ਤਾਂ ਬਸ ਉਸ ਨੂੰ ਸਮਝਣ ਦੀ ਹੈ, ਇਸ ਲਈ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਔਰ ਜਦੋਂ ਅਸੀਂ ਇਹ ਚੀਜ਼ ਨੂੰ ਸਮਝ ਲਿਆ ਤਾਂ ਸਾਡੀਆਂ ਬਾਹਰਲੀਆਂ ਦੌੜਾਂ, ਬਾਹਰਲੇ ਸਾਰੇ ਝਗੜੇ ਵੀ ਖਤਮ ਹੋ ਜਾਣਗੇ, ਕਿਉਂਕਿ ਜਦੋਂ ਸਮਝ ਲਿਆ ਕਿ ਮੇਰੇ ਅੰਦਰ ਵੀ ਈਸ਼ਵਰ ਦਾ ਰਾਜ ਹੈ, ਉਹਦੇ ਅੰਦਰ ਵੀ ਈਸ਼ਵਰ ਦਾ ਰਾਜ ਹੈ, ਤਾਂ ਝਗੜਾ ਰਹਿ ਗਿਆ ਕੋਈ? ਫਿਰ ਲੜਾਈ ਰਹਿ ਗਈ ਕੋਈ? ਫਿਰ ਤਾਂ ਇਹੀ ਹੋਏਗਾ ਕਿ ਕੱਪੜਾ ਹੋਰ ਹੈ, ਭੇਸ਼ ਹੋਰ ਹੈ, ਨਾਮ ਹੋਰ ਹੈ, ਦੇਸ਼ ਹੋਰ ਹੈ, ਪਰ ਰਾਜਿਆ ਤਾਂ ਇੱਕੋ ਹੀ ਦਾ ਨਾ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕਹਿ ਲਈਏ PM ਜਾਂ ਪ੍ਰਾਈਮ ਮਿਨਿਸਟਰ ਤਾਂ ਇੱਕੋ ਹੀ ਹੈ ਨਾ, ਉਹੀ ਕੰਮ ਕਰ ਰਿਹਾ ਸਭ ਦੇ ਅੰਦਰ। ਨਾਗਰਿਕ ਅਲੱਗ-ਅਲੱਗ ਹੋ ਸਕਦੇ ਪਰ ਸ਼ਕਤੀ ਤਾਂ ਇੱਕੋ ਹੀ ਹੈ ਨਾ ਸਾਡੇ ਅੰਦਰ। ਹੁਣ ਜੀਸਸ ਕ੍ਰਾਈਸਟ, ਅਗਲੀ ਗੱਲ ਜ਼ਰਾ ਹੁਣ ਗੌਰ ਕਰਨਾ। ਹੁਣ ਇਹ ਸਵਾਲ ਆਇਆ ਕਿ ਦਾ ਕਿੰਗਡਮ ਆਫ ਗੋਡ ਵਿਦਨ ਯੂ, ਕਿ ਈਸ਼ਵਰ ਦਾ ਸਮਰਾਜਿਆ ਤੇਰੇ ਅੰਦਰ ਹੈ। ਤਾਂ ਹੁਣ ਉਹ ਪੁੱਛਦੇ, ਅਗਲਾ ਸਵਾਲ ਕਰਦੇ ਹੈ। ਹੁਣ ਜੋ ਸਵਾਲ ਕਰਦੇ ਹੈ ਉਹ ਅਸੀਂ ਵੀ ਤੁਹਾਡੇ ਨਾਲ ਕਰ ਲਈਏ। ਬੋਲੋ ਸਮਝਦੇ ਹੋ? ਉਹ ਕੀ ਸਵਾਲ ਕਰਦੇ ਹੈ? ਉਹਨੂੰ ਕਹਿੰਦੇ ਹੈ ਕਿ ਈਸ਼ਵਰ ਦਾ ਸਮਰਾਜਿਆ ਤੇਰੇ ਅੰਦਰ ਹੈ, ਕਿ ਕੀ ਤੂੰ ਈਸ਼ਵਰ ਨੂੰ ਪਾਣਾ ਚਾਹੁੰਦਾ ਹੈ? ਬੋਲੋ ਸਮਝਦੇ ਹੋ? ਉਹ ਕਹਿੰਦੇ ਕੀ ਤੂੰ ਈਸ਼ਵਰ ਨੂੰ ਪਾਣਾ ਚਾਹੁੰਦਾ ਹੈ, ਹਾਸਿਲ ਕਰਨਾ ਚਾਹੁੰਦਾ ਹੈ? ਤਾਂ ਉਹਨੇ ਹੁਣ ਜਰਾ ਗੌਰ ਕਰੋ, ਜਿੱਦਾਂ ਕਿਹਾ ਕਿ ਉਹਨਾਂ ਨੇ ਉਸ ਆਦਮੀ ਨੂੰ ਸਵਾਲ ਕੀਤਾ ਜਿਹਨਾਂ ਕੀਤਾ ਸੀ ਕਿ ਈਸ਼ਵਰ ਦਾ ਸਮਰਾਜਿਆ ਕਦੋਂ ਆਏਗਾ। ਤਾਂ ਜੀਸਸ ਨੇ ਕਿਹਾ ਕਿ ਈਸ਼ਵਰ ਦਾ ਸਮਰਾਜਿਆ ਤੇਰੇ ਅੰਦਰ ਹੈ। ਪਰ ਹੁਣ ਕੀ, ਜੇ ਪਤਾ ਲੱਗ ਗਿਆ ਕਿ ਈਸ਼ਵਰ ਦਾ ਸਮਰਾਜਿਆ ਮੇਰੇ ਅੰਦਰ ਹੈ, ਜਿੱਦਾਂ ਹੁਣ ਤੁਹਾਨੂੰ ਦੱਸ ਦਿੱਤਾ ਈਸ਼ਵਰ ਉਹ ਸਰਵ ਸ਼ਕਤੀਸ਼ਾਲੀ ਤਾਕਤ ਤੁਹਾਡੇ ਅੰਦਰ ਹੈ, ਹੁਣ ਕੀ ਤੁਸੀਂ ਉਹਨੂੰ ਪਾਣਾ ਚਾਹੁੰਦੇ ਹੋ? ਕੀ ਤੁਸੀਂ ਉਹਨੂੰ ਹਾਸਿਲ ਕਰਨਾ ਚਾਹੁੰਦੇ ਹੋ? ਕਿ ਉਸ ਸਮਰਾਜਿਆ ਦਾ ਜੋ ਮਾਲਕ ਹੈ, ਯਾਨੀ ਉਹ ਭਗਵਾਨ ਪਰਮਾਤਮਾ ਪਰਮਾਨੰਦ, ਕੀ ਉਹਦੇ ਨਾਲ ਮੁਲਾਕਾਤ ਕਰਨੀ ਚਾਹੁੰਦੇ ਹੋ? ਜਵਾਬ ਦਿਓ, ਚਾਹੁੰਦੇ ਹੋ? ਹੁਣ ਜਦੋਂ ਉਸ ਨੂੰ ਪੁੱਛਿਆ ਜੀਸਸ ਕ੍ਰਾਈਸਟ ਨੇ ਕਿ ਕੀ ਤੂੰ ਈਸ਼ਵਰ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ, ਈਸ਼ਵਰ ਨੂੰ ਪਾਣਾ ਚਾਹੁੰਦਾ ਹੈ? ਤਾਂ ਉਸ ਲਈ ਉਹਨਾਂ ਕਿਹਾ ਹਾਂ ਮੈਂ ਈਸ਼ਵਰ ਨੂੰ ਪਾਣਾ ਚਾਹੁੰਦਾ ਹਾਂ। ਤਾਂ ਫਿਰ ਜੀਸਸ ਨੇ ਉਹਨੂੰ 8 ਕੁਐਸਚਨ ਪੁੱਛੇ। ਕਿੰਨੇ ਕੁਐਸਚਨ? 8 ਕੁਐਸਚਨ। ਔਰ 8 ਕੁਐਸਚਨ ਜਦੋਂ ਜੀਸਸ ਨੇ ਪੁੱਛੇ ਤਾਂ ਫਿਰ ਜੋ ਅੱਗੇ ਘਟਨਾ ਹੋਈ ਉਹ ਫਿਰ ਦੱਸਾਂਗੇ, ਪਹਿਲਾਂ 8 ਕੁਐਸਚਨਾਂ ਦੀ ਤਰਫ ਆ ਜਾਈਏ।
ਕਿ ਕਿਹੜੇ 8 ਪ੍ਰਸ਼ਨ, ਕਿਹੜੇ 8 ਸਵਾਲ ਜੀਸਸ ਕ੍ਰਾਈਸਟ ਨੇ ਉਸ ਆਦਮੀ ਨੂੰ ਪੁੱਛੇ ਜਿਹਨੇ ਪੁੱਛਿਆ ਸੀ ਕਿ ਈਸ਼ਵਰ ਦਾ ਸਮਰਾਜ ਕਿੱਥੇ ਹੈ। ਔਰ ਜਦੋਂ ਜੀਸਸ ਨੇ ਕਿਹਾ ਕਿ ਕੀ ਤੂੰ ਈਸ਼ਵਰ ਨੂੰ ਪਾਣਾ ਚਾਹੁੰਦਾ ਹੈ, ਉਹ ਕਹਿੰਦਾ ਹਾਂ ਮੈਂ ਪਾਣਾ ਚਾਹੁੰਦਾ ਹਾਂ, ਉਸ ਸਮਰਾਜ ਨੂੰ ਦੇਖਣਾ ਚਾਹੁੰਦਾ ਹਾਂ। ਤੇ ਫਿਰ ਜੀਸਸ ਨੇ ਪਹਿਲਾ ਕੁਐਸਚਨ ਉਹਨੂੰ ਕੀਤਾ, ਔਰ ਅਸੀਂ ਤੁਹਾਨੂੰ ਵੀ ਕਰ ਰਹੇ ਹਾਂ, ਤੁਸੀਂ ਵੀ ਚੈੱਕ ਕਰਨਾ ਕਿ ਮੇਰੇ ਅੰਦਰ ਚੀਜ਼ ਹੈ ਜਾਂ ਨਹੀਂ ਹੈ। ਪਹਿਲਾ ਸਵਾਲ ਉਹਨਾਂ ਨੇ ਕੀਤਾ ਕਿ ਤੂੰ ਈਸ਼ਵਰ ਨੂੰ ਪਾਣਾ ਚਾਹੁੰਦਾ ਹੈ, ਤਾਂ ਪਹਿਲਾ ਸਵਾਲ ਕੀ ਸੀ ਕਿ ਡੂ ਯੂ ਬਲੀਵ ਇਨ ਲਵ। ਜਰਾ ਗੌਰ ਕਰਨਾ, ਡੂ ਯੂ ਬਲੀਵ ਇਨ ਲਵ, ਇਹਦਾ ਮਤਲਬ ਕੀ ਹੈ? ਕੀ ਤੈਨੂੰ ਪ੍ਰੇਮ ਤੇ ਵਿਸ਼ਵਾਸ ਹੈ? ਬੋਲੋ ਸਭੀ ਦਿਓ ਕਿ ਡੂ ਯੂ ਬਲੀਵ ਇਨ ਲਵ, ਕਿ ਕੀ ਤੈਨੂੰ ਪ੍ਰੇਮ ਤੇ ਵਿਸ਼ਵਾਸ ਹੈ। ਹੁਣ ਜ਼ਰਾ ਗੌਰ ਕਰਨਾ, ਇਹ ਕੁਐਸਚਨ ਦਾ ਆਨਸਰ ਹੈ ਕਿ ਕੀ ਤੂੰ ਪਰਮਾਤਮਾ ਨੂੰ ਪਾਣਾ ਚਾਹੁੰਦਾ ਹੈ। ਜੇ ਪਰਮਾਤਮਾ ਨੂੰ ਪਾਣਾ ਚਾਹੁੰਦਾ ਹੈ ਤਾਂ ਸਟੈਪ ਕਿਹੜੇ ਚੜ੍ਹਨੇ ਪੈਣੇ ਆ ਤੈਨੂੰ, ਕਿਉਂਕਿ ਪਰਮਾਤਮਾ ਇੱਦਾਂ ਨਹੀਂ ਮਿਲ ਜਾਣਾ। ਜਿੱਦਾਂ ਬੰਦਾ ਕਹਿੰਦਾ ਮੈਂ ਕੋਠੇ ਦੀ ਛੱਤ ਤੇ ਜਾਣਾ ਚਾਹੁੰਦਾ ਆ, ਤਾਂ ਕੋਈ ਇਹ ਨਹੀਂ ਕਿ ਕੋਈ ਪੌੜੀ ਹੈ ਕਿ ਛਾਲ ਮਾਰੀ ਤਾਂ ਪਹੁੰਚ ਗਏ, ਕੁਛ ਸਟੈਪ ਹੈ। ਜਿੱਦਾਂ ਬੰਦੇ ਨੇ ਸਟੇਅਰ ਬਣਾਈ ਹੁੰਦੀ ਨਾ, ਪੌੜੀ ਬਣਾਈ ਹੁੰਦੀ ਹੈ, 1 2 3 4 ਪੌੜੇ ਚੜ੍ਹਦਾ ਜਾਂਦਾ, ਤੇ ਇੱਕ ਟਾਈਮ ਆਉਂਦਾ ਜਦੋਂ ਛੱਤ ਤੇ ਬੰਦਾ ਖੜ ਜਾਂਦਾ ਹੈ। ਹੁਣ ਜੇ ਅਸੀਂ ਆਪਣੇ ਅੰਦਰ ਪਰਮੇਸ਼ਵਰ ਦੇ ਰਾਜਿਆਂ ਨੂੰ, ਈਸ਼ਵਰ ਦੇ ਰਾਜਿਆਂ ਨੂੰ ਜਾਣਨਾ ਚਾਹੁੰਦੇ, ਉਹਨੂੰ ਪਾਣਾ ਚਾਹੁੰਦੇ ਆ, ਤਾਂ ਉਹਦੇ ਵਾਸਤੇ ਕਿਹੜੀ ਕਿਹੜੀ ਚੀਜ਼ ਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਔਰ ਬਿਨਾਂ ਉਸ ਚੀਜ਼ ਤੋਂ ਵਿਸ਼ਵਾਸ ਤੋਂ, ਬਿਨਾਂ ਉਸ ਚੀਜ਼ ਦੇ ਵਿਸ਼ਵਾਸ ਤੋਂ ਅਸੀਂ ਰੱਬ ਤੱਕ ਕਦੀ ਪਹੁੰਚ ਨਹੀਂ ਸਕਦੇ। ਇਸ ਲਈ ਪਹਿਲਾ ਕੁਐਸਚਨ ਜੀਸਸ ਨੇ ਕੀਤਾ ਕਿ ਡੂ ਯੂ ਬਲੀਵ ਇਨ ਲਵ, ਕੀ ਤੈਨੂੰ ਪ੍ਰੇਮ ਤੇ ਵਿਸ਼ਵਾਸ ਹੈ। ਹੁਣ ਤੁਹਾਨੂੰ ਵੀ ਪੁੱਛਦੇ ਆ, ਕੀ ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ? ਸੱਚਮੁੱਚ ਹੈ? ਚੈੱਕ ਕਰੋ ਆਪਣੇ ਆਪ ਨੂੰ, ਚੈੱਕ ਕਰੋ, ਕਿਉਂਕਿ ਬੰਦਾ ਕਹਿ ਦਿੰਦਾ ਪ੍ਰੇਮ ਤੇ ਵਿਸ਼ਵਾਸ ਹੈ, ਪਰ ਪ੍ਰੇਮ ਤੇ ਵਿਸ਼ਵਾਸ, ਅੱਛਾ ਇੱਕ ਗੱਲ ਦੱਸੋ ਸਾਨੂੰ, ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ? ਪੱਕੀ ਗੱਲ ਹੈ? ਕਿਹਨੂੰ ਕਿਹਨੂੰ ਹੱਥ ਖੜਾ ਕਰੋ। ਸਾਰੇ ਪ੍ਰੇਮ ਤੇ ਵਿਸ਼ਵਾਸ ਕਰਦੇ ਆ। ਹੁਣ ਜਰਾ ਚੈੱਕ ਕਰੀਏ, ਕਸੌਟੀ ਤੇ ਪਰਖ ਵੀ ਲਈਏ ਕਿ ਵਾਕਈ ਤੁਹਾਡਾ ਪ੍ਰੇਮ। ਹੁਣ ਅੱਛਾ ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ ਤਾਂ ਤੁਸੀਂ ਇਹ ਦੱਸੋ, ਜਿਹੜੇ ਪਤੀ ਬੈਠੇ ਹੈ, ਕੀ ਉਹ ਪਤਨੀ ਨਾਲ ਪ੍ਰੇਮ ਕਰਦੇ ਆ? ਜਵਾਬ ਨਹੀਂ ਆਇਆ। ਨਹੀਂ, ਹੱਥ ਖੜੇ ਨਾ ਕਰੋ, ਬਸ ਉੱਦਾਂ ਹੀ ਕਹਿ ਦਿਓ ਹਾਂਜੀ ਕਰਦੇ ਆ। ਕਰਦੇ ਆ ਪਤਨੀ ਨਾਲ ਪ੍ਰੇਮ? ਔਰ ਜਿਹੜੀਆਂ ਪਤਨੀਆਂ ਬੈਠੀਆਂ ਕੀ ਆਪਣੇ ਪਤੀਆਂ ਨਾਲ ਪ੍ਰੇਮ ਕਰਦੀਆਂ? ਹੁਣ ਸਵਾਲ ਆਉਂਦਾ ਹੈ ਕਿ ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ। ਹੁਣ ਇਹ ਦੱਸੋ ਕਿ ਜਿਹੜੇ ਪਤੀ ਹੈ ਕਿ ਉਹ ਪਤਨੀ ਤੇ ਕਦੀ ਸ਼ੱਕ ਨਹੀਂ ਕਰਦੇ ਕਿ ਪਤਨੀ ਪਤਾ ਨਹੀਂ ਕਿਹਨਾਂ ਫੋਨ ਤੇ ਲੱਗੀ ਹੈ, ਕਿਹਨਾਂ ਗੱਲ ਕਰ ਰਹੀ ਹੈ, ਕਿਤੇ ਕੋਈ ਚੱਕਰ ਤਾਂ ਨਹੀਂ ਬਾਹਰ। ਹੁਣ ਜੇ ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ, ਚਾਹੇ ਪਤਨੀ ਹੋਵੇ, ਪਤੀ ਹੋਵੇ, ਬੇਟਾ ਹੋਵੇ, ਮਾਂ ਹੋਵੇ, ਜਿਹਨੂੰ ਪ੍ਰੇਮ ਤੇ ਵਿਸ਼ਵਾਸ ਹੈ ਉਹ ਸ਼ੱਕ ਕਦੀ ਕਰ ਹੀ ਨਹੀਂ ਸਕਦਾ। ਉਹ ਕਹਿੰਦਾ ਜਿੱਥੇ ਮਰਜੀ ਮੇਰੀ ਪਤਨੀ ਜਾਵੇ, ਮੈਂ ਪ੍ਰੇਮ ਕਰਦਾ ਔਰ ਮੈਨੂੰ ਵਿਸ਼ਵਾਸ ਹੈ ਤੇ ਮੇਰੇ ਨਾਲ ਧੋਖਾ ਨਹੀਂ ਕਰ ਸਕਦੀ। ਬਾਕੀ ਉਹ ਕਰੇ ਨਾ ਕਰੇ ਉਹ ਤੇ ਹੈ, ਪਰ ਤੁਹਾਡਾ ਵਿਸ਼ਵਾਸ ਕੰਪਲੀਟ ਹੋਣਾ ਚਾਹੀਦਾ ਹੈ। ਇਹਦਾ ਮਤਲਬ ਤੁਸੀਂ ਪ੍ਰੇਮ ਤੇ ਵਿਸ਼ਵਾਸ ਕਰਦੇ ਹੋ, ਅਗਲਾ ਕੀ ਕਰ ਰਿਹਾ ਹੈ ਉਹਦਾ ਜ਼ਿੰਮੇਵਾਰ ਮੈਂ ਨਹੀਂ ਹਾਂ, ਪਰ ਮੈਂ ਪ੍ਰੇਮ ਤੇ ਵਿਸ਼ਵਾਸ ਕਰਦਾ ਹਾਂ। ਹੁਣ ਜੇ ਅਸੀਂ ਵਾਕਈ ਪ੍ਰੇਮ ਤੇ ਵਿਸ਼ਵਾਸ ਕਰਦੇ ਹਾਂ, ਚਾਹੇ ਉਹ ਪ੍ਰੇਮ ਕਿਤੇ ਵੀ ਹੋਵੇ, ਚਾਹੇ ਉਹ ਪ੍ਰੇਮ ਕਿਤੇ ਵੀ ਹੋਵੇ, ਚਾਹੇ ਪਤੀ ਪਤਨੀ ਦਾ ਹੋਵੇ, ਬਾਪ ਬੇਟੇ ਦਾ ਹੋਵੇ, ਭੈਣ ਭਰਾ ਦਾ ਹੋਵੇ, ਕੋਈ ਰਿਸ਼ਤੇ 'ਚ ਹੋਵੇ, ਚਾਚੇ ਤਾਇਆਂ ਨਾਲ ਹੋਵੇ, ਯਾਨੀ ਚਾਹੇ ਦੋਸਤਾਂ ਯਾਰਾਂ ਦਾ ਹੋਵੇ, ਜਿੱਥੇ ਪ੍ਰੇਮ ਹੋਏਗਾ ਉੱਥੇ ਸ਼ੱਕ ਕਦੀ ਹੋ ਹੀ ਨਹੀਂ ਸਕਦੀ। ਤਾਂ ਜਿੱਥੇ ਬੰਦਾ ਕਹੇ ਮੈਂ ਤੈਨੂੰ ਪ੍ਰੇਮ ਬੜਾ ਕਰਦਾ ਆ, ਪਰ ਉਹ ਕੋਠੇ ਚੜ੍ਹ ਕੇ ਕੀ ਕਰਦੀ ਆ ਫਲਾਨੀ ਜਗ੍ਹਾ ਕੀ ਚੱਲ ਰਿਹਾ ਹੈ, ਇਹਦਾ ਮਤਲਬ ਨਾਮ ਦਾ ਪ੍ਰੇਮ ਹੈ, ਇਹ ਪ੍ਰੇਮ ਨਹੀਂ ਹੈ। ਇੱਥੇ ਸ਼ੱਕ ਜ਼ਿਆਦਾ ਹੈ ਤਾਂ ਪ੍ਰੇਮ ਹੈ ਹੀ ਨਹੀਂ। ਜਿੱਦਾਂ ਕਹਿੰਦੇ ਨਾ ਭੂਲ ਕਰਨਾ ਜਾਣਾ ਇਸ ਬਾਹਰ ਕੀ ਸਫਾਈ ਪਰ ਬਰਕ ਸੋਨੇ ਕਾ ਲਗਾ ਹੈ ਗੋਬਰ ਕੀ ਮਿਠਾਈ ਪਰ। ਇੱਕ ਗੋਹੇ ਨੂੰ ਲੈ ਕੇ ਨਾ, ਗੋਬਰ ਨੂੰ ਲੈ ਕੇ ਉਹਦੇ ਲੱਡੂ ਜੇ ਬਣਾ ਕੇ ਤੇ ਸੋਨੇ ਦਾ ਜਾਂ ਚਾਂਦੀ ਦਾ ਵਰਕ ਲਾ ਦਿਓ, ਤਾਂ ਦੇਖਣ ਨੂੰ ਥਾਲੀ 'ਚ ਰੱਖ ਦਿਓ ਕਿ ਉਹਨਾਂ ਸੋਨੇ ਦੇ ਵਰਕ ਵਾਲੀ ਮਿਠਾਈ। ਉਹਨਾਂ ਆਣਾ ਸਵਾਦ ਨਾਲ ਚੱਕ ਕੇ ਖਾਣੀ, ਤਾਂ ਪਰ ਜਦੋਂ ਦੰਦੀ ਵੜਨੀ ਫਿਰ ਪਤਾ ਲੱਗਣਾ ਕਿ ਵਰਕ ਤਾਂ ਬਾਹਰ ਸੀ, ਅੰਦਰ ਤਾਂ ਗੋਬਰ ਹੀ ਸੀ। ਇੱਦਾਂ ਹੀ ਨਾਮ ਉੱਪਰ ਸੋਨੇ ਦਾ ਵਰਕ ਲਾ ਦਿੰਦੇ ਪ੍ਰੇਮ, ਪਰ ਅੰਦਰ ਤਾਂ ਉਹ ਸ਼ੰਕਾ ਦਾ ਗੋਬਰ ਹੀ ਭਰਿਆ ਹੋਇਆ ਹੈ, ਜਿਹੜਾ ਜ਼ਿੰਦਗੀ ਨੂੰ ਬੇਸਵਾਦ ਬਣਾ ਦਿੰਦਾ ਹੈ। ਸਮਝਦੇ ਹੋ ਕਿ ਇਸ ਲਈ ਜੀਸਸ ਨੇ ਪੁੱਛਿਆ, ਉਹੀ ਈਸ਼ਵਰ ਦੇ ਸਮਰਾਜਿਆਂ ਨੂੰ ਜਾਣ ਸਕਦਾ ਹੈ ਜਿਹੜਾ ਪ੍ਰੇਮ ਤੇ ਪੂਰਾ ਵਿਸ਼ਵਾਸ ਕਰਦਾ ਹੋਵੇ। ਜੇ ਅਸੀਂ ਪ੍ਰੇਮ ਕਿਸੇ ਨਾਲ ਵੀ, ਚਾਹੇ ਉਹ ਗੋਡ ਨਾਲ ਪ੍ਰੇਮ ਹੋਵੇ, ਮੁਰਸ਼ਦ ਨਾਲ ਪ੍ਰੇਮ ਹੋਵੇ, ਸਤਿਗੁਰ ਨਾਲ ਪ੍ਰੇਮ ਹੋਵੇ, ਜੇ ਉੱਥੇ ਵੀ ਸ਼ੰਕਾ ਆ ਗਈ ਕਿ ਪਤਾ ਨਹੀਂ ਰੱਬ ਨੇ ਮੇਰੀ ਸੁਣਨੀ ਕਿ ਨਹੀਂ, ਪਤਾ ਨਹੀਂ ਮੁਰਸ਼ਦ ਨੇ ਮੇਰਾ ਸਾਥ ਦੇਣਾ ਕਿ ਨਹੀਂ, ਪਤਾ ਨਹੀਂ ਮੇਰੇ ਤੇ ਆ ਕਿਰਪਾ ਹੋਣੀ ਜਾਂ ਨਹੀਂ, ਤੇ ਇਹਦਾ ਮਤਲਬ ਹਾਲੇ ਉੱਥੇ ਵੀ ਪ੍ਰੇਮ ਪੂਰਾ ਨਹੀਂ, ਉੱਥੇ ਵੀ ਸ਼ੰਕਾ ਹੈ। ਔਰ ਜਿੱਥੇ ਸ਼ੰਕਾ ਹੈ ਉੱਥੇ ਪ੍ਰੇਮ ਕੰਪਲੀਟ ਨਹੀਂ ਹੋ ਸਕਦਾ।
ਇਸ ਲਈ ਦੇਖਿਆ, ਤੁਹਾਨੂੰ ਕਿਹਾ ਸੀ ਨਾ, ਹੱਥ ਤਾਂ ਸਾਰਿਆਂ ਨੇ ਖੜੇ ਕਰਦੇ, ਸਾਨੂੰ ਪ੍ਰੇਮ ਤੇ ਵਿਸ਼ਵਾਸ ਹੈ। ਪਰ ਹੁਣ ਚੈੱਕ ਕਰੋ ਕਿ ਕੀ ਵਾਕਈ ਅਸੀਂ ਪ੍ਰੇਮ ਤੇ ਵਿਸ਼ਵਾਸ ਕਰਦੇ ਹਾਂ? ਕੋਈ ਵਿਰਲਾ ਹੋਏਗਾ ਜਿਹਨੂੰ ਪ੍ਰੇਮ ਤੇ ਵਿਸ਼ਵਾਸ ਹੋਏਗਾ, ਨਹੀਂ ਤਾਂ ਹਰ ਪ੍ਰੇਮ ਦੇ ਨਾਲ ਸ਼ੰਕਾ ਜੁੜੀ ਹੋਈ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਹਿੰਦੇ ਨਾ ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਨਿਕਲਿਆ, ਇੱਕ ਬਿਮਾਰੀ ਨਾਲ ਉਹਦੀ ਮੌਤ ਹੋਈ, ਪਰ ਉਹ ਬਿਮਾਰੀ ਦੀ ਸ਼ੁਰੂਆਤ ਹੈ। ਕਿਹਾ ਜਾਂਦਾ ਕਿ ਕੁਝ ਸਾਲ ਪਹਿਲਾਂ ਹੀ ਹੋ ਗਈ ਸੀ, ਔਰ ਉਹਨਾਂ ਇੱਕ ਵੈਦ ਰੱਖਿਆ ਸੀ ਨਾਲ। ਜਦੋਂ ਵੀ ਉਹਨੂੰ ਦਰਦ ਹੁੰਦੀ ਸੀ, ਜਿੱਦਾਂ ਹੁਣ ਬੰਦਾ ਹੁੰਦਾ ਨਾ ਕਿ ਕਿਸੇ ਨੂੰ ਆਹ ਪ੍ਰੋਬਲਮ ਹੈ, ਡਾਕਟਰ ਕਹਿੰਦੇ ਭਾਈ ਦਵਾਈ ਖਾਈ ਜਾ, ਪਰ ਬਚਣ ਦੇ ਚਾਂਸ ਹੈ ਨਹੀਂ, ਕੁਝ ਮਹੀਨਿਆਂ ਤੱਕ ਹੀ ਤੂੰ ਜਿੰਦਾ ਰਹਿ ਸਕਦਾ, ਫਿਰ ਮੌਤ ਤਾਂ ਹੋਣੀ ਹੈ। ਤੇ ਸਿਕੰਦਰ ਨੂੰ ਪ੍ਰੋਬਲਮ ਜਿਹੜੀ ਸੀ, ਤਾਂ ਉਹਨੇ ਵੈਦ ਇੱਕ ਰੱਖਿਆ ਹੁੰਦਾ ਸੀ, ਔਰ ਸਿਕੰਦਰ ਉਸ ਵੈਦ ਨਾਲ ਬੜਾ ਪਿਆਰ ਕਰਦਾ ਸੀ, ਕਿਉਂਕਿ ਜਦੋਂ ਪਹਿਲੀ ਵਾਰ ਸਿਕੰਦਰ ਦੇ ਦਰਦ ਹੋਈ ਸੀ ਤਾਂ ਉਹਨਾਂ ਦਵਾਈ ਤਿਆਰ ਕਰਕੇ ਦਿੱਤੀ, ਪੀਂਦੇ ਹੀ ਸਿਕੰਦਰ ਠੀਕ ਹੋ ਗਿਆ। ਪਰ ਫਿਰ ਇੱਦਾਂ ਹੀ ਸਿਕੰਦਰ ਜਿੱਥੇ ਵੀ ਜਾਂਦਾ ਸੀ ਵੈਦ ਨੂੰ ਨਾਲ ਆਪਣੇ ਰੱਖਦਾ ਸੀ, ਬੜਾ ਪਿਆਰ ਕਰਦਾ ਸੀ ਉਹਦੇ ਨਾਲ। ਇੱਕ ਵਾਰ ਕੀ ਹੋਇਆ ਕਿ ਸਾਰਿਆਂ ਨੂੰ, ਜਿਹੜੇ ਉਹਦੇ ਦੁਸ਼ਮਣ ਸੀ, ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿਕੰਦਰ ਨੂੰ ਪ੍ਰੋਬਲਮ ਹੈ, ਇਹ ਵੈਦ ਦੀ ਦਵਾਈ ਨਾਲ ਹੀ ਸਿਕੰਦਰ ਠੀਕ ਹੁੰਦਾ ਹੈ, ਤਾਂ ਜੇ ਵੈਦ ਦੀ ਦਵਾਈ ਨਾ ਮੈਨੂੰ ਮਿਲੇ ਤਾਂ ਸਿਕੰਦਰ ਜਿਹੜਾ ਇਹਨਾਂ 6 ਮਹੀਨੇ ਸਾਲ ਜੀਣਾ ਜਲਦੀ ਮਰ ਸਕਦਾ ਹੈ। ਤਾਂ ਉਹਨਾਂ ਨੇ ਕੀ ਅਫਵਾਹ ਉਡਾਤੀ ਸਿਕੰਦਰ ਦੇ ਦੁਸ਼ਮਣਾਂ ਨੇ ਕਿ ਅਸੀਂ ਸਿਕੰਦਰ ਦੇ ਵੈਦ ਨੂੰ ਖਰੀਦ ਲਿਆ ਹੈ, ਉਹਨੂੰ ਪੈਸਾ ਦੇ ਕੇ ਖਰੀਦ ਲਿਆ ਹੈ, ਔਰ ਉਹਨੂੰ ਰਾਜੀ ਕਰ ਲਿਆ ਹੈ ਕਿ ਹੁਣ ਜਦੋਂ ਸਿਕੰਦਰ ਨੂੰ ਦਵਾਈ ਦੇਗਾ ਤਾਂ ਉਹ 'ਚ ਵਿਸ਼ ਪਾਏਗਾ, ਕੁਝ ਐਸੀ ਜ਼ਹਿਰੀਲੀ ਚੀਜ਼ ਪਾਏਗਾ ਜਿਹਨੂੰ ਪੀ ਕੇ ਸਿਕੰਦਰ ਮਰ ਜਾਏਗਾ। ਹੁਣ ਕਹਿੰਦੇ ਇਹ ਉੜਦੀ ਖਬਰ ਸਿਕੰਦਰ ਤੱਕ ਪਹੁੰਚ ਗਈ। ਸਿਕੰਦਰ ਨੇ ਜਦੋਂ ਸੁਣੀ ਤਾਂ ਥੋੜਾ ਜਿਹਾ ਮੁਸਕਰਾਇਆ, ਬੋਲਿਆ ਕੁਛ ਨਹੀਂ, ਥੋੜਾ ਜਿਹਾ ਮੁਸਕਰਾਇਆ, ਔਰ ਇਹ ਖਬਰ ਵੈਦ ਤੱਕ ਵੀ ਚਲੀ ਗਈ। ਕਿਉਂਕਿ ਜਦੋਂ ਹੁਣ ਗੱਲ ਉੜਦੀ ਹੈ, ਰਾਜੇ ਤੱਕ ਗਈ ਹੈ, ਤਾਂ ਵੈਦ ਤੱਕ ਵੀ ਚਲੀ ਗਈ ਕਿ ਮਹਾਰਾਜ ਆਹ ਖਬਰ ਉੜੀ ਹੈ ਤੁਹਾਡੇ ਬਾਰੇ, ਕਿ ਆਹ ਖਬਰ ਆਈ ਹੈ ਕਿ ਤੁਸੀਂ ਵਿਕ ਚੁੱਕੇ ਹੋ, ਇੰਨੇ ਪੈਸੇ 'ਚ ਤੁਹਾਨੂੰ ਖਰੀਦ ਲਿਆ ਹੈ। ਕਿਉਂਕਿ ਸਿਕੰਦਰ ਦੇ ਦੁਸ਼ਮਣ ਗਈ ਸੀ, ਉਹਨੂੰ ਮਾਰਨਾ ਚਾਹੁੰਦੇ ਸੀ, ਕਿ ਮੂੰਹ ਮੰਗੇ ਦਾਮ ਤੇ ਤੁਹਾਨੂੰ ਖਰੀਦ ਲਿਆ, ਹੁਣ ਤੁਸੀਂ ਸਿਕੰਦਰ ਨੂੰ ਜ਼ਹਿਰ ਦੇ ਕੇ ਮਾਰਨਾ ਹੈ। ਸੋ ਮਹਾਰਾਜ ਧਿਆਨ ਰੱਖਿਓ, ਕਿਤੇ ਤੁਸੀਂ ਦਵਾਈ ਲੈ ਕੇ ਜਾਵੋ, ਜੇ ਸਿਕੰਦਰ ਸੱਚਮੁੱਚ ਹੀ ਉਹ ਦਵਾਈ ਨਾਲ ਮਰ ਹੀ ਗਿਆ ਤਾਂ ਸਾਰਿਆਂ ਨੇ ਇਹੀ ਇਲਜ਼ਾਮ ਲਾਇਆ ਕਿ ਦੇਸ਼ ਦਰੋਹੀ ਹੈ। ਇਹ ਜਿਹੜਾ ਬੰਦਾ ਹੈ, ਇਹਨਾਂ ਆਪਣੇ ਰਾਜੇ ਨੂੰ, ਆਪਣੇ ਸੁਲਤਾਨ ਨੂੰ, ਸ਼ਹਿਨਸ਼ਾਹ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਪੈਸੇ ਦੇ ਪਿੱਛੇ, ਕਲੰਕ ਲੱਗ ਜਾਏਗਾ ਤੁਹਾਡੇ ਉੱਪਰ। ਔਰ ਦੂਜਾ, ਹੁਣ ਸਿਕੰਦਰ ਤੁਹਾਨੂੰ ਪਤਾ ਹੀ ਹੈ, ਉਹਨਾਂ ਪਤਾ ਨਹੀਂ ਮਾਫ ਕਰਨਾ ਜਾਂ ਨਹੀਂ ਕਰਨਾ। ਸੋ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਆਪਣਾ ਉਸ ਹਿਸਾਬ ਨਾਲ ਰੱਖਿਓ। ਕਿਸੇ ਨੇ ਸਲਾਹ ਦਿੱਤੀ, ਮਹਾਰਾਜ ਮੌਕਾ ਤਾਂ ਇੱਕੋ ਹੀ ਆ, ਤੁਸੀਂ ਦੌੜ ਜਾਓ, ਜਾਨ ਬਚਾ ਕੇ ਦੌੜ ਜਾਓ, ਕਿਉਂਕਿ ਦੋ ਹੀ ਸੰਕਟ ਟਲ ਜਾਣਗੇ। ਪਹਿਲਾ ਕਿਹੜਾ, ਕਿ ਜੇ ਸਿਕੰਦਰ ਨੂੰ ਦਵਾਈ ਦਿੰਦਿਆਂ ਨੂੰ ਕੁਝ ਹੋ ਗਿਆ ਤਾਂ ਦੇਸ਼ ਕਲੰਕ ਨਹੀਂ ਲੱਗੇਗਾ, ਦੇਸ਼ ਦਰੋਹੀ ਦਾ ਕਲੰਕ ਨਹੀਂ ਲੱਗੇਗਾ, ਇਲਜ਼ਾਮ ਨਹੀਂ ਲੱਗੇਗਾ। ਤਾਂ ਦੂਜਾ, ਹੋ ਸਕਦਾ ਸਿਕੰਦਰ ਨੇ ਜੇ ਵਿਸ਼ਵਾਸ ਕਰ ਲਿਆ ਤਾਂ ਤੁਹਾਡੀ ਗਰਦਨ ਉਡਾਉਣ ਦਾ ਹੁਕਮ ਨਾ ਦੇ ਦੇਵੇ। ਸੋ ਹੁਣ ਟਾਈਮ ਹੈ ਤੁਹਾਡੇ ਕੋਲ, ਰਾਤ ਦਾ ਸਮਾਂ, ਨਿਕਲ ਜਾਓ। ਤਾਂ ਵੈਦ ਨੇ ਕਿਹਾ, ਜਦ ਮੈਂ ਸੱਚਾ ਹਾਂ, ਦੌੜੇ ਤਾਂ ਉਹ ਜਿਹੜਾ ਝੂਠਾ ਹੋਵੇ, ਜਿਹਨੇ ਕੁਝ ਗਲਤ ਕੀਤਾ ਹੋਵੇ। ਮੈਨੂੰ ਆਪਣੀ ਸੱਚਾਈ ਤੇ ਤਾਂ ਆਪਣੇ ਰੱਬ ਤੇ ਵਿਸ਼ਵਾਸ ਹੈ। ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਰੱਬ ਤੇ ਤਾਂ ਸੱਚਾਈ ਤੇ ਵਿਸ਼ਵਾਸ ਕਰਦੇ ਹੋ, ਸਿਕੰਦਰ ਦਾ ਕੀ ਪਤਾ ਉਹਨੇ ਵਿਸ਼ਵਾਸ ਕੀਤਾ ਜਾਂ ਨਹੀਂ ਕੀਤਾ। ਤਾਂ ਵੈਦ ਨੇ ਇੱਕੋ ਹੀ ਗੱਲ ਕਹੀ, ਕਹਿੰਦਾ ਮੈਂ ਵਿਸ਼ਵਾਸ ਕਰਦਾ ਹਾਂ, ਸਿਕੰਦਰ ਕਰਦਾ ਜਾਂ ਨਹੀਂ ਕਰਦਾ ਇਹ ਉੱਤੇ ਹੈ, ਮੈਂ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦਾ, ਮੈਂ ਆਪਣੀ ਸੱਚਾਈ ਤੇ ਕਾਇਮ ਰਹਿ ਸਕਦਾ। ਇਸ ਲਈ ਅਸੀਂ ਤੁਹਾਨੂੰ ਵੀ ਇਹੀ ਕਹਾਂਗੇ, ਤੁਹਾਡਾ ਵਿਸ਼ਵਾਸ ਵੀ ਵੈਦ ਵਾਲਾ ਹੋਣਾ ਚਾਹੀਦਾ ਹੈ ਕਿ ਦੁਨੀਆ ਕੀ ਕਹਿੰਦੀ ਹੈ, ਦੂਸਰਾ ਕੀ ਕਹਿੰਦਾ ਹੈ, ਕਿ ਮੈਂ ਦੂਜੇ ਦੇ ਸੁਭਾਅ ਨੂੰ ਨਹੀਂ ਬਦਲ ਸਕਦਾ, ਪਰ ਮੈਂ ਸੱਚਾਈ ਤੇ ਕਾਇਮ ਰਹਿਣਾ ਹੈ। ਮੈਨੂੰ ਪਤਾ ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਪਤਾ ਮੈਂ ਗਲਤ ਨਹੀਂ ਹਾਂ, ਮੈਂ ਸਹੀ ਕਰ ਰਿਹਾ ਹਾਂ, ਮੈਂ ਸਹੀ ਮਾਰਗ ਤੇ ਜਾ ਰਿਹਾ ਹਾਂ, ਮੈਂ ਆਪਣੇ ਮਾਲਿਕ ਦੀ ਤਰਫ ਜਾ ਰਿਹਾ ਹਾਂ, ਮੈਨੂੰ ਪਤਾ ਹੈ। ਤਾਂ ਹੁਣ ਮੈਂ ਦੁਨੀਆ ਤੋਂ ਨਹੀਂ ਡਰਨਾ ਕਿ ਦੁਨੀਆ ਕੀ ਕਹਿੰਦੀ ਹੈ, ਕਿਉਂਕਿ ਮੇਰੇ ਰੱਬ ਨੂੰ ਤਾਂ ਪਤਾ ਨਾ ਮੈਂ ਸਹੀ ਹਾਂ, ਔਰ ਸੱਚਾਈ ਤੇ ਮੈਂ ਕਾਇਮ ਰਹਿਣਾ ਹੈ। ਹੁਣ ਕਹਿੰਦੇ ਅਗਲਾ ਦਿਨ ਉਹ ਆਇਆ, ਸਿਕੰਦਰ ਦੇ ਫਿਰ ਦਰਦ ਉੱਠੀ, ਵੈਦ ਨੂੰ ਫਿਰ ਬੁਲਾਇਆ ਗਿਆ, ਦਵਾਈ ਲੈ ਕੇ ਆ। ਤਾਂ ਵੈਦ ਦਾ ਦਿਲ ਵੀ ਇੱਦਾਂ ਦਾ ਕਰੇ ਕਿ ਖਬਰ ਉੜ ਚੁੱਕੀ ਹੈ, ਹੁਣ ਜੇ ਆ ਦਵਾਈ ਪੀ ਕੇ ਇਹਨੂੰ ਕੁਝ ਹੋ ਗਿਆ ਤਾਂ ਵਾਕਈ ਗੱਲ ਤਾਂ ਉਹੀ ਆ ਜਾਣੀ ਹੈ ਕਿ ਇਹਨਾਂ ਸੱਚਮੁੱਚ ਪੈਸੇ ਦੇ ਪਿੱਛੇ ਲੱਗ ਕੇ ਸਿਕੰਦਰ ਨੂੰ ਮਾਰ ਦਿੱਤਾ। ਪਰ ਫਿਰ ਵੀ ਦਵਾਈ ਲੈ ਕੇ ਗਿਆ। ਸਿਕੰਦਰ ਲੇਟਿਆ ਹੋਇਆ ਸੀ, ਦਰਦ ਨਾਲ ਤੜਫ ਰਿਹਾ ਸੀ। ਵੈਦ ਨੇ ਦਵਾਈ ਤਿਆਰ ਕਰਕੇ ਉਹਦੇ ਹੱਥੇ ਦਿੱਤੀ। ਸਿਕੰਦਰ ਨੇ ਪਿਆਲਾ ਪਕੜਿਆ, ਉਹਦੀ ਤਰਫ ਦੇਖਿਆ, ਮੁਸਕਰਾਇਆ ਔਰ ਪਿਆਲਾ ਪੀ ਗਿਆ। ਪਿਆਲਾ ਪੀ ਗਿਆ। 10 ਮਿੰਟ ਬਾਅਦ ਦਵਾਈ ਦਾ ਅਸਰ ਹੋਇਆ ਤਾਂ ਸਿਕੰਦਰ ਦੀ ਦਰਦ ਖਤਮ ਹੋ ਗਈ। ਸਿਕੰਦਰ ਉੱਠ ਕੇ ਬਹਿ ਗਿਆ, ਵੈਦ ਨੂੰ ਕੋਲ ਬੁਲਾਇਆ। ਵੈਦ ਆਇਆ ਤਾਂ ਸਿਕੰਦਰ ਨੇ ਆਪਣੇ ਬੈੱਡ ਤੋਂ ਖੜ ਕੇ ਉਹਨੂੰ ਆਪਣੇ ਬਾਹਾਂ 'ਚ ਲੈ ਕੇ ਗਲ ਨਾਲ ਲਾ ਲਿਆ। ਤਾਂ ਵੈਦ ਦੀਆਂ ਅੱਖਾਂ 'ਚ ਪਾਣੀ ਆ ਗਿਆ। ਤਾਂ ਵੈਦ ਨੇ ਕਿਹਾ, ਮਹਾਰਾਜ ਤੁਸੀਂ ਕੋਈ ਅਫਵਾਹ ਸੁਣੀ, ਖਬਰ ਸੁਣੀ? ਸਿਕੰਦਰ ਕਹਿੰਦੇ ਹਾਂ, ਰਾਤੀ ਮੈਂ ਵੀ ਸੁਣ ਲਈ ਸੀ, ਖਬਰ ਸੁਣ ਲਈ ਸੀ, ਪਰ ਮੈਂ ਆਪਣੇ ਅੰਦਰ ਇੱਕ ਚੀਜ਼ ਸੋਚੀ ਸੀ ਕਿ ਮੇਰਾ ਆਪਣੇ ਵੈਦ ਦੇ ਪ੍ਰਤੀ ਪਿਆਰ ਵੀ ਸੱਚਾ ਹੈ ਤਾਂ ਵਿਸ਼ਵਾਸ ਵੀ ਸੱਚਾ ਹੈ। ਜੇ ਹੁਣ ਉਹ ਧੋਖਾ ਦੇਗਾ ਤਾਂ ਉਹਦੀ ਜ਼ਿੰਮੇਵਾਰੀ ਹੈ, ਪਰ ਮੈਂ ਆਪਣੇ ਰੱਬ ਦੀਆਂ ਨਜ਼ਰਾਂ ਸੱਚਾ ਰਹਿਣਾ ਹੈ।
ਔਰ ਦੇਖੋ ਵੀ ਬਚਾਇਆ ਵੀ ਕਿਹਨਾਂ, ਆਪਣੇ ਵਿਸ਼ਵਾਸ ਨਾਲ। ਤਾਂ ਜੇ ਸਿਕੰਦਰ ਉਸ ਵੇਲੇ ਦੁਨੀਆ ਦੀਆਂ ਅਫਵਾਹਾਂ ਤੇ ਯਕੀਨ ਕਰਕੇ ਉਸ ਵੈਦ ਨੂੰ ਮਰਵਾ ਦਿੰਦਾ ਜਾਂ ਦਵਾਈ ਨਾ ਪੀਂਦਾ, ਤਾਂ ਦਰਦ 'ਚ ਕਿਹਨਾਂ ਤੜਫਣਾ ਸੀ, ਪੇਨ 'ਚ ਕਿਹਨਾਂ ਤੜਫਣਾ ਸੀ ਸਿਕੰਦਰ ਨੇ। ਤਾਂ ਜਿਹੜਾ ਉਹਨਾਂ 6 ਮਹੀਨੇ ਸਾਲ ਜੀਣਾ ਸੀ, ਉਹ ਅੱਜ ਹੀ ਮਰ ਜਾਣਾ ਸੀ। ਪਰ ਇੱਕ ਵਿਸ਼ਵਾਸ ਨੇ ਉਹਨੂੰ ਜ਼ਿੰਦਗੀ ਵੀ ਦਿੱਤੀ, ਦਰਦ ਤੋਂ ਵੀ ਮੁਕਤੀ ਦੇ ਦਿੱਤੀ। ਇਸੇ ਤਰ੍ਹਾਂ ਤੁਹਾਨੂੰ ਵੀ ਕਹਾਂਗੇ, ਤੁਸੀਂ ਵੀ ਵਿਸ਼ਵਾਸ ਕਰੋ ਇੱਕ ਦੂਜੇ ਤੇ। ਇਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਦਰਦ ਤੋਂ ਮੁਕਤੀ ਮਿਲ ਜਾਏਗੀ। ਅਗਲਾ ਕੀ ਕਰਦਾ ਹੈ ਉਹਦੀ ਉਹ ਜਾਣੇ, ਮੈਂ ਤਾਂ ਮੁਕਤ ਰਵਾਂ ਨਾ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਮੈਂ ਕਿਉਂ ਸੋਚ ਸੋਚ ਕੇ ਸੜੀ ਜਾਣਾ, ਟੈਨਸ਼ਨ ਲਈ ਜਾਣੀ। ਇਸ ਲਈ डू यू बिलीव इन लव? क्या तुम्हें प्रेम पर विश्वास है, भरोसा है? सो अज तो प्यार ते भरोसा करो कि मैं जिन्हों प्यार करता मैं उत्ते भरोसा भी करना। जो अपने मालिक नूं करदा तो भरोसा करना है। बोलो समझदे हो कि नहीं? हुण इहनूं इदां भी समझ लो कि फर्ज करो एक आदमी नूं तुसीं कोई चीज़ दित्ती भरोसे नाल कि इन्हां मैनूं मोड़ देनी है, और वो आदमी चीज़ नहीं मोड़दा। बोलो समझदे हो कि नहीं? वो आदमी चीज़ नहीं मोड़दा। तो रब दी नज़रां च अपराधी कौन है तो सच्चा कौन है? जिहड़ा भरोसा करने वाला है वो रब दी नज़रां सच्चा है। रब ने कहना तू सही है, इसलिए हर जगह मैं तेरे नाल खड़ा है। पर वो तेनू छोटी जी चीज़ पिछे धोखा दे गया तो जा हुण उन्होंने सारी जिंदगी धोखे ही मिलने। क्योंकि जिहड़ा जो करता है ना उन्होंने फल भी जैसी करनी वैसी भरनी। इसलिए तुसी अपने मालिक दी नज़रां च सच्चे बन के रहना है कि मैनू पूरा अपने मालिक दे प्यार ते। इसलिए दुनिया की गल तां की करनी, इत्थे मालिक दे प्यार की गल ही कर लीए कि अपने मालिक दे प्यार ते असीं पूरा विश्वास रखना है कि मैनू अपने मालिक नाल बहुत प्यार है। दुनिया जो मर्जी कहे, दुनिया जो मर्जी बोले, पर मेरा अपने मालिक दे नाल प्यार भी सच्चा है तो विश्वास भी सच्चा है। और ये इन्ना पक्का है, इन्ना मजबूत है कि दुनिया दी गल्लां या दुनिया दी सोचां, दुनिया दे विचार इनू तोड़ नहीं सकते, इनू खत्म नहीं कर सकते। इन्ना मेरा प्यार सच्चा है। इसलिए प्रेम ते यकीन करना शुरू करो, क्योंकि लव इज गॉड। जदों तुसीं प्रेम ते यकीन करदे हो तो परमात्मा ते यकीन करदे हो, क्योंकि उहदा ही तो रूप है। इसलिए जीसस ने पहला सवाल किया, डू यू बिलीव इन, क्या तुम्हें प्रेम पर विश्वास है? हुण जरा सोच के दसो, है? पहला सीगा, हुण करना है। पहला जिहड़ियां कमियां हो गई ना वो छड्डो, हुण प्यार दे अंदर विश्वास करना शुरू करना है कि जे मैं अपने मालिक नाल प्यार करता तो विश्वास रखना है, अपने प्रभु नाल प्रेम करता तो यकीन रखना है, भरोसा रखना है कि मेरा मालिक मेरे, कह दिया करो आज, मेरा मालिक मेरे। इतना मजा आता ना जोश तुहाडा देख के कि इहनूं कहंदे विश्वास, अपने मालिक नाल प्रेम, कि मैनूं पूरा यकीन है जिद्दां दसिया कि मेरे अंदरों मालिक की ताकत काम करती है। कोई टोए, कोई खाई, कोई चिक्कड़, कोई गारा, किसी तरह की परेशानी मैनूं रोक नहीं सकती। हर तरह की मुश्किल चों मैं आराम नाल निकल सकदा, क्योंकि मेरे मालिक की शक्ति मेरे अंदर काम करती है। इहनूं कहंदे अपने मालिक के प्यार ते विश्वास करना। तो जे माड़ियां मोटियां मुश्किलों देख के असीं कंबण लग गए, टेंशन लैनी शुरू कर दी, तो इसदा मतलब प्यार भी घट है तो विश्वास भी घट है। समझदे हो कि नहीं? क्योंकि जिद्दां पहले दसिया उही गड्डियां कंबदियां है जिन्हां दे इंजन 'च पावर, वो जरा जोर लवाओ ना उन्हां दा तां गड्डी कंबण लग जाती है। वो ज़्यादा जोर लगे कि इंजन ही ना बह जाए। तो जिहड़ियां गड्डियां इंजन स्ट्रोंग हुंदे है वो तां चढ़ जांदी चढ़ाइयां। इसलिए अपने इंजन नूं भी, अपने विश्वास नूं भी स्ट्रोंग बनाओ कि बड़ी तो बड़ी चढ़ाई भी हसदे हुए चढ़ जाइए। समझदे हो कि नहीं? जिद्दां कहंदे ना पौड़ी पौड़ी चढ़दा जा, जय मालकां दी हर पौड़ी चढ़नी है। असीं कामयाबी की पौड़ी चढ़नी है, अपने मालिक की जय करनी है, क्योंकि साडी प्रीत भी सच्ची है, विश्वास भी सच्चा है। समझ आ गई? इसलिए ये गल दिलों होनी चाहिए। फिर पहला सवाल जो पूछा सी कि डू यू बिलीव इन लव, और फिर दूसरा सवाल जीसस क्राइस्ट ने किया कि डू यू बिलीव इन पीस, कि क्या तुम्हें शांति पर विश्वास है? अच्छा हुण इत्थे भी दस दो कि तुहानूं शांति ते विश्वास है? शांति कोई औरत नहीं। हुण बंदा कहे नत्थू लाल मंगो, कि नत्थू लाल ना क्लास में बच्चा सी जो पढ़ता सी, कई बार दसी गल नत्थू लाल दी कि वो बड़ा ना शोर जिहा कर रहा सी। तो उस वेले मास्टर ने डांट के गया, ओए नत्थू लाल शांति नाल बैठ जा, कहता शांति नाल बैठ जा। नत्थू लाल कहता मास्टर जी शांति तो आई नहीं, बिमला नाल बैठ जा।
ਹੁਣ ਬੰਦਾ ਕਿਹੜੀ ਸ਼ਾਂਤੀ ਸਮਝਦਾ ਹੈ? ਹੁਣ ਜੇ ਕਿਸੇ ਦਾ ਨਾਮ ਸ਼ਾਂਤੀ ਹੋਵੇ, ਉਹਨੇ ਕਹਿਣਾ ਮੈਂ ਤਾਂ ਬੈਠਾ ਹੀ ਸ਼ਾਂਤੀ ਨਾਲ ਹੈ, ਜਾਂ ਮੈਂ ਬੈਠੀ ਸ਼ਾਂਤੀ ਨਾਲ ਹੈ। ਸੋ ਇਹ ਬਾਹਰ ਦੀ ਸ਼ਾਂਤੀ ਦੀ ਗੱਲ ਨਹੀਂ ਹੋ ਰਹੀ, ਇਹ ਗੱਲ ਹੋ ਰਹੀ ਹੈ ਕਿਹੜੀ ਸ਼ਾਂਤੀ ਦੀ? ਅੰਦਰਲੀ ਸ਼ਾਂਤੀ ਦੀ। ਇਸ ਲਈ ਡੂ ਯੂ ਬਿਲੀਵ ਇਨ ਪੀਸ? ਕਿ ਕੀ ਤੁਸੀਂ ਸ਼ਾਂਤੀ ਤੇ ਵਿਸ਼ਵਾਸ ਕਰਦੇ ਹੋ? ਸੱਚੀ ਕਰਦੇ ਹੋ? ਅੱਛਾ, ਕਿਹੜਾ ਕਿਹੜਾ ਕਰਦਾ ਫਿਰ ਉੱਥੇ ਵੀ ਚੈੱਕ ਕਰੀਏ। ਤੁਸੀਂ ਇੱਧਰ ਹੱਥ ਨਹੀਂ ਖੜਾ ਹੋਇਆ, ਦੇਖੋ ਇੱਧਰ ਹੱਥ ਨਹੀਂ ਖੜਾ ਹੋਇਆ, ਪਤਾ ਹੈ ਹੁਣ ਬੰਦਾ ਕਹਿ ਦਿੰਦਾ ਹੈ। ਅੱਛਾ, ਫਿਰ ਦੁਬਾਰਾ ਪੁੱਛੀਏ, ਕੀ ਤੁਸੀਂ ਸ਼ਾਂਤੀ ਤੇ ਵਿਸ਼ਵਾਸ ਕਰਦੇ ਹੋ? ਕਿਹੜਾ ਕਿਹੜਾ ਕਰਦਾ? ਹੱਥ ਖੜਾ ਕਰੋ। ਤੁਹਾਡੇ ਜੋ ਹੈ ਕੋਈ ਥੋੜਾ ਹੀ ਹੈ ਨਾ, ਠੀਕ ਹੈ। ਹੁਣ ਜਿਹੜੇ ਬੰਦੇ ਕਹਿੰਦੇ ਮੈਂ ਸ਼ਾਂਤੀ ਤੇ ਵਿਸ਼ਵਾਸ ਕਰਦਾ ਹਾਂ, ਕਹਿੰਦੇ ਸਾਰੇ ਅੰਦਰ ਹੋਣੇ ਕਰਦੇ ਆ, ਪਰ ਹੱਥ ਖੜਾ ਕਰਨ ਤੋਂ ਡਰਦੇ ਆ। ਜਿੱਦਾਂ ਉਹ ਹੋ ਗਿਆ ਨਾ, ਇੱਕ ਬਣ ਗਿਆ ਕਿ ਸਾਰੇ ਕਹਿੰਦੇ ਕਰਦੇ ਆ, ਪਰ ਅਸੀਂ ਬਾਹਰੋਂ ਹੱਥ ਖੜਾ ਕਰਨ ਤੋਂ ਡਰਦੇ ਆ। ਇਹ ਹੱਥ ਕਿੱਦਾਂ ਖੜਾ ਕਰੀਏ, ਪਤਾ ਨਹੀਂ ਹੁਣ ਕਿਹੜੀ ਗੱਲ ਨਿਕਲ ਆਣੀ। ਔਰ ਗੱਲ ਵਾਕਈ ਕੱਢਣੀ ਤਾਂ ਪੈਣੀ ਹੈ ਮੈਨੂੰ, ਠੀਕ ਹੈ, ਗੱਲ ਤਾਂ ਕਰਨੀ ਪੈਣੀ ਹੈ, ਕਿਉਂਕਿ ਹੈ ਹੀ ਗੱਲ ਸਮਝਣ ਵਾਲੀ ਕਿ ਜਿਹੜਾ ਬੰਦਾ ਕਹਿੰਦਾ ਮੈਂ ਸ਼ਾਂਤੀ ਤੇ ਵਿਸ਼ਵਾਸ ਕਰਦਾ, ਅਸੀਂ ਸਾਰੇ ਕਹਿ ਦਿੰਦੇ ਆ ਕਿ ਸ਼ਾਂਤੀ ਰੱਖੋ, ਸ਼ਾਂਤੀ ਰੱਖੋ, ਘਰ 'ਚ ਸ਼ਾਂਤੀ ਰੱਖੋ, ਘਰ 'ਚ ਸ਼ਾਂਤੀ ਚਾਹੀਦੀ ਹੈ, ਅਸੀਂ ਸ਼ਾਂਤੀ ਤੇ ਵਿਸ਼ਵਾਸ ਕਰਦੇ ਹਾਂ, ਕਹਿ ਦਿੰਦੇ ਨਾ ਸਾਰੇ। ਜ਼ਰਾ ਹੁਣ ਗੌਰ ਕਰਨਾ ਕਿ ਸੱਚਮੁੱਚ ਤੁਸੀਂ ਸ਼ਾਂਤੀ ਤੇ ਵਿਸ਼ਵਾਸ ਕਰਦੇ ਹੋ? ਹੁਣ ਜੇ ਸਵਾਲ ਪੁੱਛੀਏ ਕਿ ਜਿਹੜਾ ਇਨਸਾਨ ਸ਼ਾਂਤੀ ਤੇ ਵਿਸ਼ਵਾਸ ਕਰਨ ਵਾਲਾ ਹੋਏਗਾ, ਉਹ ਕਦੀ ਘਰ ਦੇ ਮਾਹੌਲ ਨੂੰ ਖਰਾਬ ਕਰੇਗਾ ਹੀ ਨਹੀਂ, ਉਹ ਕਦੀ ਉੱਚੀ ਆਵਾਜ਼ ਵਿੱਚ ਬੋਲੇਗਾ ਨਹੀਂ, ਉਹ ਕਦੀ ਗਾਲੀ ਗਲੋਚ ਕਰੇਗਾ ਨਹੀਂ, ਉਹ ਕਦੀ ਇੰਨਾ ਜਿੱਦਾਂ ਸ਼ਾਊਟ ਆਊਟ ਹੁੰਦਾ ਨਾ ਬੰਦਾ, ਉੱਚੀ ਆਵਾਜ਼ 'ਚ ਬੋਲਣਾ, ਗਾਲੀ ਦੇਣੀ, ਬੱਚਿਆਂ ਨੂੰ ਦਬਕਾ ਮਾਰਨਾ, ਉਹ ਕਦੀ ਕਰੇਗਾ ਨਹੀਂ, ਕਿਉਂਕਿ ਉਹ ਕਾਹਤੇ ਵਿਸ਼ਵਾਸ ਕਰਦਾ ਹੈ? ਸ਼ਾਂਤੀ ਤੇ। ਉਹ ਕਹਿੰਦਾ ਮੈਂ ਕੋਸ਼ਿਸ਼ ਕਰਾਂ ਹਰ ਗੱਲ ਨੂੰ ਸ਼ਾਂਤੀ ਨਾਲ ਸਮਝਾਉਣ ਦੀ, ਪਿਆਰ ਨਾਲ ਸਮਝਾਉਣ ਦੀ, ਕਿਉਂਕਿ ਜਦੋਂ ਆਪਣੀ ਘਰ ਦੀ ਗੱਲ ਹੁੰਦੀ ਹੈ ਨਾ, ਤਾਂ ਇੱਕ ਗੱਲ ਤੁਹਾਨੂੰ ਕਹਾਂਗੇ, ਘਰ ਦੀ ਇੱਜ਼ਤ, ਘਰ ਦਾ ਪਰਦਾ ਉਦੋਂ ਹੀ ਬਣਿਆ ਰਹਿੰਦਾ ਜਦੋਂ ਘਰ ਦੀ ਗੱਲ ਘਰ 'ਚ ਹੀ ਰਵੇ। ਜੇ ਅਸੀਂ ਇੰਨਾ ਉੱਚੀ ਰੌਲਾ ਪਾਈਏ ਕਿ ਗੁਆਂਢੀ ਵੀ ਸੁਣਨ, ਤਾਂ ਫਿਰ ਉਹ ਘਰ ਦੀ ਗੱਲ ਬਾਹਰ ਜਾਣੀ ਸ਼ੁਰੂ ਹੋ ਜਾਂਦੀ, ਤਾਂ ਫਿਰ ਘਰ ਦੀ ਇੱਜ਼ਤ ਵੀ ਖਤਮ ਹੋ ਜਾਂਦੀ ਹੈ, ਘਰ ਦਾ ਸੁੱਖ ਚੈਨ ਵੀ ਖਤਮ ਹੋ ਜਾਂਦਾ। ਔਰ ਜਿੱਦਾਂ ਕਹਿੰਦੇ ਨਾ ਘਰ ਕਾ ਭੇਦੀ ਲੰਕਾ ਢਾਏ, ਤਾਂ ਜਦੋਂ ਬਾਹਰਲਿਆਂ ਨੂੰ ਘਰ ਦੇ ਭੇਦ ਪਤਾ ਲੱਗ ਜਾਂਦੇ ਤਾਂ ਫਿਰ ਸਾਡਾ ਘਰ ਢਹਿ ਵੀ, ਕਿਉਂਕਿ ਜਿਹਨੂੰ ਭੇਦ ਮਿਲ ਗਿਆ ਨਾ, ਫਿਰ ਉਹਨਾਂ ਨੁਕਸਾਨ ਤਾਂ ਕਰਨਾ ਹੀ ਹੈ। ਇਸ ਲਈ ਜਦੋਂ ਘਰ ਦਾ ਮਸਲਾ ਹੋਵੇ, ਬੱਚਿਆਂ ਨੂੰ ਲੈ ਕੇ ਹੋਵੇ, ਪਰਿਵਾਰ ਨੂੰ ਲੈ ਕੇ ਹੋਵੇ, ਤਾਂ ਕੋਸ਼ਿਸ਼ ਕਰਿਆ ਕਰੋ ਕਿ ਕਈ ਵਾਰ ਅਸੀਂ ਦੇਖਦੇ ਕੋਈ ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਆਇਆ ਹੁੰਦਾ ਤਾਂ ਅਸੀਂ ਉਹਨਾਂ ਸਾਹਮਣੇ ਬੱਚਿਆਂ ਨੂੰ ਡਾਂਟਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਸਾਹਮਣੇ ਪਤੀ ਪਤਨੀ ਲੜਨਾ ਸ਼ੁਰੂ ਕਰ ਦਿੰਦੇ ਹਾਂ। ਇਹ ਚੰਗੀ ਗੱਲ ਨਹੀਂ ਹੈ। ਉੱਥੇ ਕੀ ਚਾਹੀਦਾ ਹੈ ਕਿ ਜਦ ਤੱਕ ਰਿਸ਼ਤੇਦਾਰ ਬੈਠੇ ਉਦੋਂ ਤੱਕ ਤਾਂ ਥੋੜਾ ਸ਼ਾਂਤੀ ਰੱਖੀਏ, ਜਦੋਂ ਚਲੇ ਗਏ ਤਾਂ ਫਿਰ ਆਰਾਮ ਨਾਲ ਬਹਿ ਕੇ ਗੱਲ ਕਰੀਏ, ਤਾਂ ਕਿ ਸਾਡੇ ਘਰ ਦਾ ਜਿਹੜਾ ਮਸਲਾ ਹੈ ਨਾ, ਉਹ ਘਰ 'ਚ ਹੀ ਹੱਲ ਹੋਵੇ, ਦੁਨੀਆ ਤੱਕ ਨਾ ਪਹੁੰਚੇ। ਕਿਉਂਕਿ ਜਿਹੜਾ ਸ਼ਾਂਤੀ ਤੇ ਵਿਸ਼ਵਾਸ ਕਰਨ ਵਾਲਾ ਹੈ, ਉਹ ਹਮੇਸ਼ਾ ਇਹੀ ਕੋਸ਼ਿਸ਼ ਕਰੇਗਾ ਕਿਸੇ ਤਰ੍ਹਾਂ ਮਸਲਾ ਸ਼ਾਂਤੀ ਨਾਲ ਹੀ ਹੱਲ ਹੋ ਜਾਵੇ। ਔਰ ਫਿਰ ਕਹਾਂਗੇ ਕਿ ਜਿਹੜਾ ਸ਼ਾਂਤੀ ਤੇ ਵਿਸ਼ਵਾਸ ਕਰਨ ਵਾਲਾ ਹੈ, ਉਹ ਇਹ ਨਹੀਂ ਦੇਖੇਗਾ ਦੂਜਾ ਕੀ ਕਰ ਰਿਹਾ ਹੈ, ਉਹ ਇਹ ਦੇਖੇਗਾ ਕਿ ਮੈਂ ਸ਼ਾਂਤੀ ਤੇ ਵਿਸ਼ਵਾਸ ਕਰਦਾ ਤਾਂ ਮੈਂ ਥੋੜਾ ਸ਼ਾਂਤ ਰਵਾਂ। ਕਿਉਂਕਿ ਜੇ ਉਧਰੋਂ ਉੱਚੀ ਆਵਾਜ਼ 'ਚ ਬੋਲੋ, ਇੱਧਰੋਂ ਮੈਂ ਬੋਲਾਂ, ਉਧਰੋਂ ਉਹ ਬੋਲੇ, ਤਾਂ ਫਿਰ ਤਾਂ ਰੌਲਾ ਵੱਧਦਾ ਹੀ ਜਾਣਾ ਹੈ। ਤਾਂ ਜੇ ਇੱਕ ਡਾਊਨ ਥੋੜਾ ਆਪਣੇ ਆਪ ਨੂੰ ਜਿੱਦਾਂ ਕਹਿ ਲਓ ਕਿ ਥੋੜਾ ਆਪਣੀ ਵੋਲੀਅਮ ਡਾਊਨ ਕਰ ਲਵੇ, ਥੋੜਾ ਆਪਣੀ ਆਵਾਜ਼ ਨੂੰ ਧੀਮਾ ਕਰ ਲਵੇ, ਤਾਂ ਫਿਰ ਕੀ ਹੋਏਗਾ? ਅਗਲਾ ਵੀ ਕਿੰਨਾ ਉੱਚਾ ਬੋਲੇਗਾ। ਜ਼ਰਾ ਸਮਝਣਾ, ਕਿਉਂਕਿ ਹਰ ਚੀਜ਼ ਦਾ ਪ੍ਰਭਾਵ ਜੀਵਨ ਤੇ ਪੈਂਦਾ ਹੈ। ਇਸ ਲਈ ਜਿਹੜੇ ਸ਼ਾਂਤੀ ਤੇ ਵਿਸ਼ਵਾਸ ਕਰਨ ਵਾਲੇ ਹੈ, ਉਹ ਕੋਸ਼ਿਸ਼ ਕਰਦੇ ਹੈ ਕਿ ਮੈਂ ਵਾਤਾਵਰਨ ਨੂੰ ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਸ਼ਾਂਤ ਬਣਾ ਸਕਦਾ ਹਾਂ, ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਮੈਂ ਮਾਹੌਲ ਨੂੰ, ਵਾਤਾਵਰਨ ਨੂੰ ਸ਼ਾਂਤੀ ਨਾਲ ਮੇਨਟੇਨ ਰੱਖ ਸਕਦਾ ਹੈ, ਉਹ ਕੋਸ਼ਿਸ਼ ਕਰਦਾ ਹੈ। ਇਸ ਲਈ ਜਦੋਂ ਅਸੀਂ ਕਹਿੰਦੇ ਨਾ ਮੈਨੂੰ ਸ਼ਾਂਤੀ ਤੇ ਵਿਸ਼ਵਾਸ ਹੈ, ਤੇ ਇਹ ਸਿਰਫ ਕਹਿਣ ਨਾਲ ਨਹੀਂ ਹੁੰਦਾ, ਇਹ ਸਾਡੇ ਕਰਮ ਨਾਲ ਪਤਾ ਲੱਗਦਾ ਹੈ ਕਿ ਬੰਦਾ ਸ਼ਾਂਤੀ ਤੇ ਵਿਸ਼ਵਾਸ ਕਰਨ ਵਾਲਾ ਹੈ, ਜਾਂ ਇਹ ਬੰਦਾ ਰੋਲੇ ਰੱਪੇ ਤੇ, ਸ਼ੋਰ ਸ਼ਰਾਬੇ ਤੇ, ਜਾਂ ਚੀਖ ਚਿੱਲਾਹਟ ਤੇ ਵਿਸ਼ਵਾਸ ਕਰਨ ਵਾਲਾ ਹੈ। ਕਿਉਂਕਿ ਜੋ ਵੀ ਚੀਜ਼ ਹੈ ਨਾ, ਇਹ ਸਾਡੇ ਸ਼ਬਦਾਂ ਤੋਂ ਘੱਟ ਸਾਡੀ ਕਰਨੀ ਤੋਂ ਜ਼ਿਆਦਾ ਪਤਾ ਲੱਗਦੀ ਹੈ। ਹੁਣ ਕਈ ਕਹਿ ਤਾਂ ਦਿੰਦੇ ਹੈ ਕਿ ਰੱਬ ਪ੍ਰੇਮ ਦਾ ਰੂਪ ਹੈ, ਸਾਰੇ ਅੰਦਰ ਇੱਕੋ ਹੀ ਪਰਮਾਤਮਾ ਹੈ, ਪਰ ਉਹ ਮੰਨਦੇ ਹੈ ਨਹੀਂ ਇਹ ਚੀਜ਼ ਨੂੰ। ਉਹ ਫਿਰ ਨਫ਼ਰਤਾਂ ਲੈ ਕੇ ਬੈਠੇ ਹੈ, ਫਿਰ ਭੇਦਭਾਵ ਲੈ ਕੇ ਬੈਠੇ ਹੈ। ਇਹਦਾ ਮਤਲਬ ਇਹ ਕਹਿੰਦੇ ਹੀ ਹੈ, ਇਹ ਕਰਨ ਵਾਲੇ ਹੈ ਨਹੀਂ। ਪਰ ਜਿਹੜੇ ਕਰਨ ਵਾਲੇ ਹੈ ਨਾ, ਉਹਨਾਂ ਦੀ ਕਰਨੀ ਤੋਂ ਪਤਾ ਲੱਗ ਜਾਂਦਾ ਕਿ ਵਾਕਈ ਇੱਥੇ ਕੋਈ ਫਰਕ ਨਹੀਂ ਹੈ, ਇਹ ਸਭ ਨਾਲ ਪਿਆਰ ਕਰਨ ਵਾਲੇ ਹੈ। ਇਸ ਲਈ ਇਹ ਜੀਸਸ ਕਿਉਂ ਕਹਿ ਰਹੇ ਹੈ ਕਿ ਡੂ ਯੂ ਬਲੀਵ ਇਨ ਲਵ, ਡੂ ਯੂ ਬਲੀਵ ਇਨ ਪੀਸ? ਕੀ
ਤੈਨੂੰ ਪ੍ਰੇਮ ਤੇ ਵਿਸ਼ਵਾਸ ਹੈ, ਕੀ ਤੈਨੂੰ ਸ਼ਾਂਤੀ ਤੇ ਵਿਸ਼ਵਾਸ ਹੈ? ਕਾਰਨ ਕੀ ਹੈ? ਕਿਉਂਕਿ ਇਹੀ ਉਹ ਰਸਤੇ ਆ ਜਿਹੜੇ ਸਾਨੂੰ ਪਰਮਾਤਮਾ ਦੇ ਸਮਰਾਜਿਆਂ ਨਾਲ ਜੋੜਦੇ ਆ, ਉਹ ਪਰਮਾਤਮਾ ਤੱਕ ਲੈ ਕੇ ਜਾਣ ਵਾਲੇ ਆ। ਜੇ ਆਪਾਂ ਪਰਮਾਤਮਾ ਨੂੰ ਪਾਣਾ ਨਾ ਤਾਂ ਸਾਡੇ ਅੰਦਰ ਪ੍ਰੇਮ ਵੀ ਚਾਹੀਦਾ ਹੈ ਔਰ ਸਾਡੇ ਅੰਦਰ ਸ਼ਾਂਤੀ ਵੀ ਚਾਹੀਦੀ ਹੈ। ਤਾਂ ਹੀ ਤਾਂ ਮੈਡੀਟੇਸ਼ਨ ਕਰਨ ਨੂੰ ਗੁਰੂ ਰਹਿਬਰ ਕਹਿੰਦੇ ਆ, ਸਿਮਰਨ ਕਰਨ ਨੂੰ ਕਹਿੰਦੇ ਆ, ਤਾਂ ਕਿ ਸਾਡਾ ਅੰਦਰ ਸ਼ਾਂਤ ਹੋਵੇ। ਕਿਉਂਕਿ ਅੰਦਰ ਸ਼ਾਂਤ ਹੋ ਕੇ ਅਸੀਂ ਅੰਦਰਲੀ ਉਹ ਆਨੰਦ, ਉਹ ਸ਼ਕਤੀ, ਉਹ ਪਰਮਾਤਮਾ ਨਾਲ ਜੁੜ ਸਕਦੇ ਹਾਂ। ਤਾਂ ਜੇ ਆਪਾਂ ਅੰਦਰੋਂ ਹੀ ਰੋਲੇ ਨਾਲ ਭਰੇ ਹੋਏ ਆ ਤਾਂ ਫਿਰ ਕਿੱਦਾਂ ਜੁੜਾਂਗੇ ਉਹਦੇ ਨਾਲ? ਸਮਝ ਆ ਰਹੀ ਕਿ ਨਹੀਂ? ਇਸ ਲਈ ਹੁਣ ਦੱਸੋ, ਤੁਹਾਨੂੰ ਸ਼ਾਂਤੀ ਤੇ ਵਿਸ਼ਵਾਸ ਹੈ? ਜੇ ਹੈ ਤਾਂ ਅੱਜ ਤੋਂ ਨਿਯਮ ਬਣਾਈਏ ਕਿ ਅਸੀਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਜੇ ਸਾਡੇ ਅੰਦਰ ਹਲਚਲ ਉੱਠੇ ਵੀ ਤਾਂ ਫਿਰ ਇਹ ਕੋਸ਼ਿਸ਼ ਕਰਨਾ, ਮੈਂ ਸ਼ਾਂਤੀ ਤੇ ਵਿਸ਼ਵਾਸ ਕਰਨ ਵਾਲਾ ਭਾਈ, ਹੁਣ ਇਹਨੂੰ ਸ਼ਾਂਤ ਕਰਾਂ ਮੈਂ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜ਼ਰਾ ਸੋਚ ਕੇ ਦੇਖੋ, ਜਦੋਂ ਦੁੱਧ 'ਚ ਉਬਾਲ ਆਉਂਦਾ ਤੁਸੀਂ ਕੀ ਕਰਦੇ ਹੋ? ਕੀ ਕਰਦੇ ਹੋ? ਜਦੋਂ ਦੁੱਧ ਚੁੱਲ੍ਹੇ ਤੇ ਜਾਂ ਗੈਸ ਤੇ ਰੱਖਿਆ ਹੋਵੇ, ਉਹ 'ਚ ਉਬਾਲ ਆਉਣ ਵਾਲਾ ਹੋਵੇ ਤਾਂ ਕੀ ਕਰਦੇ ਹੋ ਤੁਸੀਂ? ਬਟਨ, ਗੈਸ ਦਾ ਬਟਨ ਘਟਾ ਦਿੰਦੇ ਹੋ ਨਾ, ਜਾਂ ਬੰਦ ਕਰ ਦਿੰਦੇ ਹੋ, ਤਾਂ ਫਿਰ ਦੁੱਧ ਹੌਲੀ 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 ਥੱਲੇ। ਤਾਂ ਜੇ ਉਹਨੂੰ ਤੇਜ਼ ਕਰ ਦੋ ਤਾਂ ਉਬਾਲੀ ਆ ਕੇ ਖਰਾਬ ਹੀ ਹੋਣਾ। ਫਿਰ ਇੱਦਾਂ ਹੀ ਆਪਣੇ ਆਪ ਨੂੰ ਦੇਖਿਆ ਕਰੋ ਕਿ ਹੁਣ ਅਸ਼ਾਂਤੀ ਦਾ ਉਬਾਲ ਆਉਣ ਵਾਲਾ, ਤਾਂ ਆਪਣਾ ਬਟਨ ਘੁਮਾ ਦੇਵਾਂ ਮੈਂ ਵੀ, ਆਪਣੇ ਗੁੱਸੇ ਨੂੰ, ਆਪਣੇ ਆਪ ਨੂੰ ਥੋੜਾ ਮਾਈਨਸ ਕਰ ਦੇਵਾਂ, ਤਾਂ ਕਿ ਇਹ ਦੁੱਧ ਉਬਲੇ ਨਾ, ਤਾਂ ਕਿ ਮੇਰਾ ਉਬਾਲ ਬਾਹਰ ਨਾ ਆਵੇ, ਦੁਨੀਆ ਨੂੰ ਪਤਾ ਨਾ ਲੱਗੇ, ਅੰਦਰ ਹੀ ਥੋੜਾ ਜਿਹਾ ਇਹਨੂੰ ਸ਼ਾਂਤ ਕਰਾਂ। ਕਿਉਂਕਿ ਇਹਨੂੰ ਕਹਿੰਦੇ ਮੈਡੀਟੇਸ਼ਨ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਸਾਡਾ ਕੰਟਰੋਲ ਆਉਂਦਾ ਆਪਣੀਆਂ ਅੰਦਰਲੀਆਂ ਬੁਰਾਈਆਂ ਤੇ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਹੜਾ ਚਾਹੁੰਦਾ ਹੈ ਸ਼ਾਂਤ ਕਰਨਾ, ਤਾਂ ਫਿਰ ਉਹਨੂੰ ਕੋਸ਼ਿਸ਼ ਵੀ ਤਾਂ ਕਰਨੀ ਪੈਣੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਚਾਹੁੰਦੇ ਆ ਦੁੱਧ ਨਾ ਉਬਲੇ ਤਾਂ ਕੋਸ਼ਿਸ਼ ਤਾਂ ਕਰਨੀ ਪੈਣੀ। ਜੇ ਬੰਦਾ ਕਹੇ ਨਹੀਂ ਆਪੇ ਹੋ ਜਾਏਗਾ, ਤੇ ਆਪੇ ਤਾਂ ਹੋਣਾ ਕੀ ਹੈ, ਉਬਲ ਕੇ ਖਲਾਰਾ ਵੀ ਪੈ ਜਾਣਾ ਹੈ, ਤਾਂ ਦੁੱਧ ਵੀ ਹੱਥੋਂ ਨਿਕਲ ਜਾਣਾ ਹੈ। ਜਿਹੜੀ ਚੀਜ਼ ਦਾ ਆਨੰਦ ਲੈ ਸਕਦੇ ਸੀ ਉਹ ਬਰਬਾਦ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਸ ਜੀਵਨ ਦੇ ਅਸੀਂ ਆਨੰਦ ਲੈ ਸਕਦੇ ਹਾਂ, ਸਾਡੇ ਉਬਾਲ ਦੇ ਨਾਲ, ਗੁੱਸੇ ਨਾਲ, ਅਸ਼ਾਂਤੀ ਨਾਲ, ਉਹ ਚੀਜ਼ ਬਰਬਾਦ ਹੋ ਜਾਂਦੀ ਹੈ। ਅਸੀਂ ਉਹਦਾ ਆਨੰਦ, ਉਹ ਜੀਵਨ ਦਾ ਸਵਾਦ, ਅਸੀਂ ਉਹ ਰਿਸ਼ਤਿਆਂ ਦਾ ਆਨੰਦ ਫਿਰ ਲੈ ਹੀ ਨਹੀਂ ਪਾਉਂਦੇ ਅਸੀਂ। ਸਮਝਦੇ ਹੋ ਕਿ ਨਹੀਂ? ਇਸ ਲਈ ਦੂਸਰਾ ਕੀ ਹੈ? ਡੂ ਯੂ ਬਲੀਵ ਇਨ ਪੀਸ? ਇਸ ਲਈ ਅੱਜ ਤੋਂ ਬਲੀਵ ਕਰਨਾ ਹੈ, ਮੈਂ ਸ਼ਾਂਤੀ ਦੇ ਵਿਸ਼ਵਾਸ ਕਰਨ ਵਾਲਾ। ਇਸ ਲਈ ਮੇਰੀ ਪੂਰੀ ਕੋਸ਼ਿਸ਼ ਹੈ ਮੈਂ ਆਪਣੇ ਅੰਦਰ ਨੂੰ ਵੀ ਸ਼ਾਂਤ ਰੱਖਾਂ ਤਾਂ ਬਾਹਰਲੇ ਵਾਤਾਵਰਨ ਨੂੰ ਵੀ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਾਂ। ਕਿਉਂਕਿ ਬਾਹਰਲੀ ਚੀਜ਼ ਮੇਰੇ ਕੰਟਰੋਲ 'ਚ ਨਹੀਂ ਹੈ, ਪਰ ਮੈਂ ਆਪਣੇ ਆਪ ਨੂੰ ਤਾਂ ਕੰਟਰੋਲ 'ਚ ਕਰ ਸਕਦਾ ਹੈ ਨਾ। ਜਿੱਦਾਂ ਅਸੀਂ ਪਹਿਲੇ ਦੱਸਿਆ ਕਿ ਦੂਜੇ ਦੇ ਮਨ 'ਚ ਕੀ ਚੱਲ ਰਿਹਾ ਉਹਨੂੰ ਤਾਂ ਅਸੀਂ ਨਹੀਂ ਕਰ ਸਕਦੇ, ਪਰ ਆਪਣੇ ਅੰਦਰ ਕੀ ਚੱਲ ਰਿਹਾ ਉੱਤੇ ਤਾਂ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਹੀ ਸਕਦੇ ਹਾਂ ਨਾ। ਸਮਝਦੇ ਹੋ? ਜੇ ਉੱਥੇ ਕੰਟਰੋਲ ਨਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਤਾਂ ਜ਼ਿੰਦਗੀ ਬਰਬਾਦ ਹੋ ਜਾਏਗੀ, ਦੂਜੇ ਦੀ ਵੀ ਤਾਂ ਸਾਡੀ ਆਪਣੀ ਵੀ। ਇਹ ਯਾਦ ਰੱਖਣਾ ਹਮੇਸ਼ਾ। ਹੁਣ ਤੀਸਰਾ ਪ੍ਰਸ਼ਨ ਜੀਸਸ ਪੁੱਛਦੇ ਆ ਉਸਨੂੰ। ਪਹਿਲਾ ਪੁੱਛਿਆ ਕਿ ਤੈਨੂੰ ਪ੍ਰੇਮ ਤੇ ਵਿਸ਼ਵਾਸ ਹੈ, ਫਿਰ ਦੂਜਾ ਪੁੱਛਿਆ ਕਿ ਤੈਨੂੰ ਸ਼ਾਂਤੀ ਤੇ ਵਿਸ਼ਵਾਸ ਹੈ, ਫਿਰ ਤੀਸਰਾ ਸਵਾਲ ਕੀਤਾ ਕਿ ਡੂ ਯੂ ਬਲੀਵ ਇਨ ਟਰੂਥ? ਕੀ ਤੈਨੂੰ ਸੱਚਾਈ ਤੇ, ਕਿਉਂਕਿ ਪ੍ਰੇਮ ਵੀ ਪਰਮਾਤਮਾ ਦਾ ਹੀ ਇੱਕ ਗੁਣ ਹੈ, ਸ਼ਾਂਤੀ ਵੀ ਪਰਮਾਤਮਾ ਦਾ ਹੀ ਗੁਣ ਹੈ, ਔਰ ਸੱਚਾਈ ਵੀ ਕਿਹਦਾ ਗੁਣ ਹੈ? ਕਹਿੰਦੇ ਨਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਤੇ ਨਾਨਕ, ਇਹ ਗੁਣ ਹੈ ਉਹਦਾ। ਇਸ ਲਈ ਤੁਹਾਨੂੰ ਸਤਨਾਮ ਕਿਹਾ ਕਿ ਉਹੀ ਸੱਤ ਹੈ, ਉਹਦਾ ਨਾਮ ਹੀ ਸੱਤ ਹੈ। ਉਹ ਸੱਤ ਹੈ ਕਿਉਂਕਿ ਉਹ ਸੱਚ ਹੈ ਸਾਡੇ ਅੰਦਰ, ਉਹੀ ਤਾਂ ਸਾਰੀ ਖਲਕਤ ਅੰਦਰ ਕੰਮ ਕਰ ਰਿਹਾ ਹੈ। ਇਸ ਲਈ ਟਰੂਥ, ਕਿ ਤੈਨੂੰ ਸੱਚਾਈ ਤੇ ਵਿਸ਼ਵਾਸ ਹੈ। ਜਰਾ ਸਮਝਣਾ ਸਾਰਿਆਂ ਨੇ। ਹੁਣ ਜਰਾ ਗੌਰ ਕਰੋ, ਪੁੱਛ ਲਈਏ ਫਿਰ ਤੁਹਾਨੂੰ। ਦੇਖੀਏ ਕਿਹਦਾ ਹੱਥ ਖੜਾ ਹੁੰਦਾ ਇਸ ਵਾਰ। ਅੱਛਾ, ਕਿਹਨੂੰ ਸੱਚਾਈ ਤੇ ਵਿਸ਼ਵਾਸ ਹੈ? ਤੁਹਾਨੂੰ ਹੈ? ਹੁਣ ਇਹ ਦੱਸੋ ਸੱਚ ਬੋਲਦਾ ਕੌਣ ਹੈ? ਅੱਜ ਕਿੱਥੇ ਸੀ? ਮੈਂ ਫਲਾਨੀ ਜਗ੍ਹਾ ਬੈਠਾ ਸੀ। ਹੁੰਦੇ ਕਿਤੇ ਹੋਰ ਉਹ ਤਾਂ ਦੱਸਦੇ ਕਿਤੇ ਹੋਰ। ਇਹ ਵੇਲੇ ਹੁੰਦੇ ਘਰ ਹੀ, ਉਹ ਕੋਈ ਰਿਸ਼ਤੇਦਾਰ ਦਾ ਫੋਨ ਨਹੀਂ, ਅੱਜ ਮੈਂ ਬਹੁਤ ਬਿਜ਼ੀ ਹਾਂ, ਬਾਹਰ ਆ ਕਿਤੇ, ਅੱਜ ਨਾ ਆਇਓ, ਕੱਲ ਆਇਓ। ਜਰਾ ਗੌਰ ਕਰਨਾ। ਸੱਚਾਈ, ਛੋਟੀ ਛੋਟੀਆਂ ਗੱਲਾਂ 'ਚ ਅਸੀਂ ਝੂਠ ਬੋਲਦੇ ਹਾਂ ਤਾਂ ਛੋਟੀ ਛੋਟੀਆਂ ਗੱਲਾਂ ਹੀ ਬੜਾ ਰੂਪ ਲੈ ਲੈਂਦੇ, ਜਿੱਦਾਂ ਛੋਟੇ ਛੋਟੇ ਬੀਜ ਬ੍ਰਿਕਸ਼ ਦਾ ਰੂਪ ਲੈ ਲੈਂਦੇ ਆ। ਇਸ ਲਈ ਇਹ ਚੈੱਕ ਕਰੋ ਕਿ ਮੈਂ ਛੋਟੀ ਤੋਂ ਛੋਟੀ ਗੱਲ ਨੂੰ ਵੀ ਕੀ ਸੱਚ ਨਾਲ ਗੱਲ ਕਰਦਾ ਕਿ ਨਹੀਂ, ਸੱਚ ਬੋਲਦਾ ਕਿ ਨਹੀਂ, ਜੇ ਮੈਂ ਉੱਥੇ ਵੀ ਝੂਠ ਬੋਲਦਾ। ਸਮਝਦੇ ਹੋ ਕਿ ਨਹੀਂ? ਫਿਰ ਅਸੀਂ ਕੀ ਕਰਦੇ ਆ, ਬੱਚਿਆਂ ਮੂਹਰੇ ਵੀ ਝੂਠ ਬੋਲਦੇ ਆ ਤਾਂ ਬੱਚੇ ਵੀ ਸੋਚਦੇ ਆ ਕਿ ਲੈ ਵੀ ਆ ਇੱਦਾਂ ਆ, ਠੀਕ ਹੈ, ਫਿਰ ਇਹਦਾ ਮਤਲਬ ਇਹ ਡੈਡੀ ਤਾਂ ਘਰੇ ਹੀ ਬੈਠਾ ਹੈ ਜਾਂ ਮੰਮੀ ਤਾਂ ਘਰੇ ਹੀ ਹੈ, ਆਪਣੀ ਫਰੈਂਡ ਨੂੰ ਕਹਿ ਰਹੇ ਆ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ, ਅਸੀਂ ਘਰ 'ਚ ਨਹੀਂ ਹੈ। ਹੁਣ ਬੱਚੇ ਨੇ ਪਤਾ ਕੀ ਕਰਨਾ ਹੈ, ਆਪ ਹੁਣ ਦੋਸਤਾਂ ਨਾਲ ਪਾਰਟੀ 'ਚ ਤੁਸੀਂ ਫੋਨ ਕਰਨਾ, ਬੇਟਾ ਕਿੱਥੇ? ਮੈਂ ਦੋਸਤ ਦੇ ਘਰ ਬੈਠਾ ਪੜ੍ਹ ਰਿਹਾ।
ਕਿਉਂਕਿ ਬੱਚਾ ਕੀ ਸਿੱਖਦਾ ਹੈ? ਜੇ ਮੰਮੀ ਜਾਂ ਡੈਡੀ ਘਰ ਬੈਠਿਆ ਕਹਿ ਸਕਦੇ ਸੀ ਫਲਾਨੀ ਜਗ੍ਹਾ, ਤਾਂ ਮੈਂ ਕਿਤੇ ਹੋਰ ਹੋ ਕੇ ਕਿਉਂ ਨਹੀਂ ਕਹਿ ਸਕਦਾ ਉੱਥੇ ਬੈਠਾ ਹੈ? ਸਿੱਖ ਕਿੱਥੋਂ ਰਹੇ ਬੱਚੇ? ਗਿਆਨ ਕਿੱਥੋਂ ਲੈ ਰਹੇ ਹੈ? ਨੌਲੇਜ ਕਿੱਥੋਂ ਮਿਲ ਰਹੀ ਹੈ ਉਹਨਾਂ ਨੂੰ ਕਿ ਆਹ ਚੀਜ਼ਾਂ ਇਦਾਂ ਕਰਨੀ ਹੈ? ਬੱਚੇ ਨੇ ਰੋਟੀ ਬਣਾਉਣੀ ਸਿੱਖਣੀ ਹੋਵੇ, ਮਾਂ ਨੂੰ ਦੇਖਦਾ ਹੈ। ਕੋਈ ਹੋਰ ਚੀਜ਼ ਸਿੱਖਣੀ ਹੋਵੇ, ਬਾਪ ਨੂੰ ਦੇਖਦਾ, ਬਾਪ ਕਿੱਦਾਂ ਕਰਦਾ ਹੈ, ਵੀ ਬੱਚਾ ਉੱਦਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਅਸੀਂ ਆਪ ਝੂਠ ਬੋਲਦੇ ਹਾਂ ਤਾਂ ਬੱਚਿਆਂ ਤੋਂ ਉਮੀਦ ਰੱਖਦੇ ਕਿ ਸਾਡੇ ਬੱਚੇ ਸਾਡੇ ਨਾਲ ਸੱਚ ਬੋਲਣ। ਇੱਕ ਗੱਲ ਹੋਰ ਕਹਿ ਦਈਏ, ਬੱਚਿਆਂ ਦੀ ਗੱਲ ਆਈ ਹੈ ਤਾਂ, ਕਿ ਬੱਚੇ ਜਦੋਂ ਝੂਠ ਬੋਲਦੇ ਤਾਂ ਬੱਚੇ ਨੂੰ ਝੂਠ ਬੋਲਣ ਦੇ ਮਜਬੂਰ ਕੌਣ ਕਰਦਾ ਹੈ? ਜ਼ਰਾ ਗੌਰ ਕਰੋ। ਹੁਣ ਫਰਜ਼ ਕਰੋ ਬੱਚੇ ਨੇ ਕੋਈ ਗਲਤੀ ਕਰ ਦਿੱਤੀ, ਜੇ ਬੱਚਾ ਆ ਕੇ ਘਰ ਦੱਸ ਦਿੰਦਾ ਹੈ ਕਿ ਮੇਰੇ ਤੋਂ ਆ ਗਲਤੀ ਹੋ ਗਈ, ਤਾਂ ਮਾਂ-ਬਾਪ ਮਾਰ-ਮਾਰ ਬੁਰਾ ਹਾਲ ਕਰ ਦਿੰਦੇ ਉਹਨੂੰ। ਤੈਨੂੰ ਆਹ ਪਨਿਸ਼ਮੈਂਟ ਮਿਲਣੀ ਹੈ, ਤੈਨੂੰ ਆਹ ਸਜ਼ਾ ਮਿਲਣੀ ਹੈ। ਤਾਂ ਬੱਚਾ ਸੋਚਦਾ ਹੈ ਕਿ ਇਹ ਸਜ਼ਾ ਲੈਣ ਨਾਲੋਂ ਚੰਗਾ ਝੂਠੇ ਬੋਲ ਦਿਓ। ਤਾਂ ਜੇ ਬਾਪ ਜਾਂ ਮਾਂ ਕਵੇ ਕਿ ਬੇਟਾ ਕੁਛ ਵੀ ਬੁਰਾ ਹੋ ਜਾਵੇ ਤੂੰ ਸੱਚ ਬੋਲਣਾ ਹੈ, ਜੇ ਤੂੰ ਸੱਚ ਬੋਲੂਗਾ ਤਾਂ ਅਸੀਂ ਤੈਨੂੰ ਕੁਛ ਨਹੀਂ ਕਵਾਂਗੇ। ਇਹੀ ਕਹਿੰਦੇ ਬੱਚਾ ਜਿੰਨਾ ਮਰਜ਼ੀ ਨੁਕਸਾਨ ਕਰੇ, ਪਰ ਜੇ ਸੱਚ ਬੋਲ ਦੇਵੇ ਤਾਂ ਆਪਣੇ ਵਾਅਦੇ ਤੇ ਕਾਇਮ ਰਹੋ, ਫਿਰ ਉਹਨੂੰ ਕੁਛ ਨਾ ਕਹੋ। ਫਿਰ ਬੱਚੇ ਨੂੰ ਇਹ ਹੋ ਜਾਏਗਾ ਵਾਕਈ ਮੈਂ ਐਡਾ ਨੁਕਸਾਨ ਕੀਤਾ ਤਾਂ ਵੀ ਮਾਂ-ਬਾਪ ਆਪਣੇ ਵਾਅਦੇ ਤੇ ਕਾਇਮ ਰਹੇ, ਇਹਨਾਂ ਨੇ ਕੁਛ ਨਹੀਂ ਕਿਹਾ। ਅੱਗੇ ਤੋਂ ਜਦ ਵੀ ਉਹ ਆਏਗਾ ਸੱਚ ਹੀ ਬੋਲੇਗਾ, ਕਿਉਂਕਿ ਉਹਨੂੰ ਪਤਾ ਹੈ ਜੇ ਇਹਨਾਂ ਨੇ ਕਹਿ ਦਿੱਤਾ ਕਿ ਤੈਨੂੰ ਕੁਛ ਨਹੀਂ ਕਹਿੰਦੇ, ਸੱਚ ਬੋਲੀ, ਤਾਂ ਵਾਕਈ ਕਹਿੰਦੇ ਵੀ ਕੁਛ ਨਹੀਂ ਹੈ। ਪਰ ਕਈ ਮਾਤਾ ਪਿਤਾ ਸੱਚ ਬੋਲਦੇ, ਤੈਨੂੰ ਕੁਛ ਨਹੀਂ ਕਹਿਣਾ। ਬੱਚਾ ਕਹਿੰਦਾ ਹਾਂਜੀ ਮੈਂ ਹੀ ਕੀਤਾ। ਹੈ ਤੂੰ ਕੀਤਾ? ਨਾਲ ਹੀ ਚਪੇੜਾ ਸ਼ੁਰੂ। ਉਹ ਬੱਚਾ ਕਹਿੰਦਾ ਤਾਂ ਕੁਛ ਸੀ, ਨਿਕਲਿਆ ਕੁਛ। ਇਹ ਕਹਿੰਦੇ ਸੀ ਮਾਰਨਾ ਨਹੀਂ, ਜੋਨੀ ਜੋਨੀ ਜਸ ਬਾਬਾ ਈਟਿੰਗ ਸ਼ੂਗਰ। ਉਹੀ ਗੱਲ ਹੋ ਜਾਂਦੀ ਨਾ। ਫਿਰ ਜਦੋਂ ਬੱਚਾ ਮੰਨ ਲੈਂਦਾ ਤਾਂ ਫਿਰ ਮਾਂ-ਬਾਪ ਸਜ਼ਾ ਵੀ ਨਾਲ ਹੀ ਦੇ ਦਿੰਦੇ। ਆ ਜਾ ਫਿਰ ਤੈਨੂੰ ਦੱਸਾਂ, ਹੈ ਤੂੰ ਕੀਤਾ। ਹੁਣ ਬੱਚੇ ਨੂੰ ਇੱਕ ਗਿਆਨ ਮਿਲ ਗਿਆ ਕਿ ਕੁਛ ਵੀ ਹੋ ਜਾਵੇ, ਜੇ ਸਜ਼ਾ ਤੋਂ ਬਚਣਾ ਤਾਂ ਝੂਠ ਬੋਲਣਾ ਹੀ ਪੈਣਾ। ਤਾਂ ਜੇ ਬੱਚੇ ਨੂੰ ਪਤਾ ਹੈ ਜੇ ਸੱਚ ਬੋਲਾਂਗੇ ਤਾਂ ਸਜ਼ਾ ਨਹੀਂ ਮਿਲਣੀ, ਤਾਂ ਫਿਰ ਬੱਚੇ ਨੇ ਨਿਡਰ ਹੋ ਕੇ ਸੱਚ ਬੋਲਣਾ ਹੈ। ਇਸ ਲਈ ਨਿਯਮ ਬਣਾਓ ਆਪਣੇ ਜੀਵਨ ਦਾ ਕਿ ਜੇ ਬੱਚਾ ਕੁਝ ਗਲਤੀ ਕਰੇ ਜਾਂ ਕੋਈ ਘਰ 'ਚ ਚੀਜ਼, ਬੱਚੇ ਨੂੰ ਸਾਫ਼ ਕਹੋ ਬੇਟਾ ਦੱਸ ਦੇ, ਸੱਚ ਦੱਸ ਦੇ, ਤੂੰ ਸੱਚ ਬੋਲੇਗਾ ਤੈਨੂੰ ਕੁਝ ਨਹੀਂ ਕਹਿਣਾ, ਚਾਹੇ ਬੇਟੀ ਹੈ ਚਾਹੇ ਬੇਟਾ ਹੈ। ਪਰ ਜੇ ਤੂੰ ਝੂਠ ਬੋਲਿਆ ਤਾਂ ਫਿਰ ਤੇਰੀ ਚਮੜੀ ਲਾ ਦੇਣੀ ਹੈ। ਫਿਰ ਡਰ ਦਿਓ ਉਹਨੂੰ ਕਿ ਝੂਠ ਬੋਲਣ ਤੇ ਤੈਨੂੰ ਛੱਡਣਾ ਨਹੀਂ ਹੈ ਅਸੀਂ, ਜੇ ਸਾਨੂੰ ਪਤਾ ਤਾਂ ਲੱਗ ਹੀ ਜਾਣਾ ਹੈ। ਪਰ ਫਿਰ ਪਤਾ ਲੱਗਾ ਨਾ ਤੇਰਾ ਨਾਮ ਆਇਆ ਤਾਂ ਸਜ਼ਾ ਮਿਲਣੀ ਹੈ, ਤਾਂ ਫਿਰ ਅਸੀਂ ਕਵਾਂਗੇ। ਜੇ ਫਿਰ ਬੱਚਾ ਝੂਠ ਬੋਲੇ ਔਰ ਤੁਹਾਨੂੰ ਪਤਾ ਲੱਗੇ ਝੂਠ ਬੋਲ ਰਿਹਾ ਸੀ, ਫਿਰ ਉਹਨੂੰ ਸਜ਼ਾ ਜ਼ਰੂਰ ਦਿਓ ਤਾਂ ਕਿ ਉਹਦੇ ਮਨ 'ਚ ਡਰ ਹੋਵੇ ਕਿ ਅੱਗੇ ਤੋਂ ਮੈਂ ਸੱਚ ਬੋਲਣਾ ਹੈ। ਪਰ ਜੇ ਤੁਸੀਂ ਕਹੋ ਕਿ ਸੱਚ ਬੋਲ ਤੈਨੂੰ ਕੁਝ ਨਹੀਂ ਕਹਿੰਦੇ, ਤਾਂ ਚਾਹੇ ਬੱਚਾ ਲੱਖਾਂ ਦਾ ਨੁਕਸਾਨ ਕਰ ਦੇਵੇ, ਤੁਸੀਂ ਫਿਰ ਵੀ ਉਹਨੂੰ ਕੁਝ ਨਾ ਕਹੋ। ਉਹਦੇ ਨਾਲ ਕੀ ਹੋਏਗਾ? ਉਹ ਲੱਖ ਤਾਂ ਉੱਦਾਂ ਵੀ ਚਲਾ ਗਿਆ, ਉਹ ਮੁੜ ਕੇ ਨਹੀਂ ਆਣਾ। ਪਰ ਜੇ ਤੁਸੀਂ ਸੱਚ ਬੋਲਣ ਤੇ ਬੱਚੇ ਨੂੰ ਕੁਝ ਨਾ ਕਿਹਾ ਤਾਂ ਤੁਹਾਡਾ ਬੱਚਾ ਤੁਹਾਨੂੰ ਸਦਾ ਮੰਨਦਾ ਰਹੇਗਾ, ਉਹਦੇ ਦਿਲ 'ਚ ਤੁਹਾਡੀ ਇੱਜ਼ਤ ਬਣੀ ਰਹੇਗੀ ਔਰ ਲੱਖਾਂ ਤੋਂ ਵੀ ਜ਼ਿਆਦਾ ਕੀਮਤੀ ਹੈ ਉਹ। ਪਰ ਕਈ ਵਾਰ 10 ਰੁਪਏ ਦੀ ਚੀਜ਼ ਪਿੱਛੇ ਅਸੀਂ ਆਪਣੇ ਬੱਚਿਆਂ ਦੇ ਦਿਲਾਂ 'ਚੋਂ ਆਪਣੀ ਇੱਜ਼ਤ ਨੂੰ ਗਵਾ ਦਿੰਦੇ ਹਾਂ। ਇਸ ਲਈ ਐਸੀ ਜ਼ਿੰਦਗੀ ਬਣਾਓ। ਔਰ ਅਸੀਂ ਸਿਰਫ ਤੁਹਾਨੂੰ ਇਹ ਸਿਖਾਉਂਦੇ ਨਹੀਂ ਹਾਂ, ਚਲੋ ਸਮਝਦੇ ਹੋ ਕਿ ਨਹੀਂ? ਤੁਸੀਂ ਰੂਹਾਨੀ ਨੂੰ ਪੁੱਛ ਲਿਓ, ਅਸੀਂ ਉਹਨੂੰ ਵੀ ਇਹੀ ਕਹਿੰਦਾ ਪੁੱਤ ਕੁਝ ਵੀ ਹੋ ਜਾਵੇ ਸੱਚ ਦੱਸਣਾ ਹੈ, ਤੈਨੂੰ ਕੁਝ ਨਹੀਂ ਕਵਾਂਗੇ। ਮੇਰਾ ਸਮਝ ਲੈਣਾ ਸਾਰਿਆਂ ਨੂੰ, ਕਿਉਂਕਿ ਹਮੇਸ਼ਾ ਅਸੀਂ ਦੱਸੀਦਾ ਅਸੀਂ ਉਹੀ ਚੀਜ਼ ਤੁਹਾਨੂੰ ਸਮਝਾਵਾਂਗੇ ਜੋ ਅਸੀਂ ਆਪ ਕਰਦੇ ਹਾਂ। ਜਿਸ ਚੀਜ਼ ਤੇ ਆਪ ਚੱਲਦੇ ਹਾਂ ਤੁਹਾਨੂੰ ਕਵਾਂਗੇ ਕਰੋ, ਕਿਉਂਕਿ ਜਿਸ ਚੀਜ਼ ਦਾ ਅਸੀਂ ਫਾਇਦਾ ਦੇਖ ਰਹੇ ਹਾਂ ਨਾ, ਜਦੋਂ ਇਸ ਚੀਜ਼ ਤੇ ਤੁਸੀਂ ਚੱਲੋਗੇ ਤਾਂ ਬੱਚਿਆਂ ਦੇ ਦਿਲ 'ਚ ਤੁਹਾਡੀ ਇੱਜ਼ਤ ਸਦਾ ਬਣੀ ਰਹੇਗੀ, ਸਦਾ ਇੱਜ਼ਤ ਬਣੀ ਰਹੇਗੀ। ਕਿਉਂਕਿ ਕਈ ਵਾਰਾਂ ਕੀ ਹੁੰਦਾ, ਜਿੱਦਾਂ ਅਸੀਂ ਦੱਸੀ ਤਾਂ ਇੱਕ ਵਾਰ ਇੱਕ ਬੱਚਿਆਂ ਦੀ ਪਾਰਕ ਸੀਗੀ, ਸਫਾਰੀ ਪਾਰਕ, ਇੱਧਰ ਬਾਲੀ ਵੱਲ ਗਏ ਸੀ ਅਸੀਂ, ਤਾਂ ਉੱਥੇ ਲਿਖਿਆ ਹੋਇਆ ਸੀ ਇੱਕ ਪਾਰਕ ਦੇ ਅੰਦਰ ਕਿ 5 ਸਾਲ ਤੋਂ ਬੱਚਾ ਜਿਹੜਾ ਛੋਟਾ ਹੈ ਉਹ ਫ੍ਰੀ, ਜਿਹੜਾ 5 ਸਾਲ ਤੋਂ ਉੱਪਰ ਉਹਦੀ ਇੰਨੀ ਟਿਕਟ। ਜ਼ਰਾ ਹੁਣ ਗੌਰ ਕਰਨਾ। ਤਾਂ ਜਿਹੜਾ ਸਾਨੂੰ ਗਾਈਡ ਲੈ ਕੇ ਗਿਆ ਸੀ ਨਾ, ਉਹ ਕਹਿੰਦਾ ਤੁਹਾਡੀ ਬੇਬੀ ਨਾ, ਕਿਉਂਕਿ 2-3 ਸਾਲ ਪਹਿਲਾਂ ਦੀ ਗੱਲ ਹੈ, ਹੁਣ ਰੂਹਾਨੀ 8 ਸਾਲ ਦੀ, ਉਸ ਲਈ 6 ਸਾਲ ਦੀ ਉਮਰ ਸੀ ਲਾਕਡਾਊਨ ਲੱਗਣ ਤੋਂ ਪਹਿਲਾਂ। ਕਹਿੰਦਾ ਤੁਸੀਂ ਇਹ ਕਿੰਨੇ ਸਾਲ ਦੀ? 6 ਸਾਲ ਦੀ, ਤੁਸੀਂ 5 ਸਾਲ ਤੋਂ ਥੱਲੇ ਕਹਿ ਦਿਓ ਇਹਨੂੰ, ਤੁਹਾਡੇ ਪੈਸੇ ਬਚ ਜਾਣਗੇ। ਜਦੋਂ ਉਹਨਾਂ ਕਿਹਾ 5 ਸਾਲ ਤੋਂ ਥੱਲੇ ਕਹਿੰਦਾ, ਰੂਹਾਨੀ ਸਾਡੇ ਵੱਲ ਦੇਖਿਆ, ਪਰ ਮੈਂ ਤਾਂ 6 ਸਾਲ ਦੀ ਹਾਂ। ਜਰਾ ਗੌਰ ਕਰਨਾ, ਕਿਉਂਕਿ ਉਹਨਾਂ ਦੇਖਿਆ ਪਾਪਾ ਕੀ ਕਹਿੰਦੇ ਹੈ, ਇਹ ਜੈ ਜੀ ਕੀ ਕਹਿੰਦੇ ਹੈ। ਅਸੀਂ ਡਰਾਈਵਰ ਨੂੰ ਤਾਂ ਕਿਹਾ ਕੋਈ ਗੱਲ ਨਹੀਂ, ਠੀਕ ਹੈ ਤੁਸੀਂ ਦੱਸ ਦਿੱਤਾ, ਥੈਂਕ ਯੂ ਤੁਹਾਡਾ, ਸਾਨੂੰ ਜਾਣਕਾਰੀ ਦੇ ਦਿੱਤੀ। ਅਸੀਂ ਗਏ, ਜਿਸ ਵੇਲੇ ਉਹਨਾਂ ਟਿਕਟ ਕਾਊਂਟਰ ਤੇ ਗਏ, ਰੂਹਾਨੀ ਕੋਲ ਖੜੀ ਫੈਮਿਲੀ ਨਾਲ, ਅਸੀਂ ਕਿਹਾ ਟਿਕਟ ਦਿਓ। ਤੇ ਅਸੀਂ 4 ਅਡਲਟ ਹਾਂ ਔਰ ਇੱਕ ਸਾਡਾ ਬੱਚਾ ਹੈ, ਇਹਦੀ ਉਮਰ 6 ਸਾਲ ਦੀ ਹੈ। ਤਾਂ ਟਿਕਟ ਕਾਊਂਟਰ ਵਾਲਾ ਵੀ ਕਹਿੰਦਾ ਜੇ ਤੁਸੀਂ ਮੈਨੂੰ ਨਾ ਦੱਸਦੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਸੀ 6 ਸਾਲ ਦੀ ਹੈ। ਤੇ ਅਸੀਂ ਉਹਨੂੰ ਇੱਕੋ ਹੀ ਗੱਲ ਕਹੀ, ਇਹ ਕਿ ਤੁਹਾਨੂੰ ਨਹੀਂ ਪਤਾ ਲੱਗਣਾ ਸੀ, ਪਰ ਇਹਨੂੰ ਵੀ ਪਤਾ ਲੱਗਣਾ ਸੀ ਔਰ ਉਹ ਰੱਬ ਨੂੰ ਵੀ ਪਤਾ ਲੱਗਣਾ ਸੀ। ਔਰ ਅਸੀਂ ਕੀ $25 ਬਚਾਣੇ ਸੀ, $25 ਪਿੱਛੇ
ਅਸੀਂ ਆਪਣੇ ਬੱਚੇ ਦੇ ਦਿਲ 'ਚ ਵੀ ਆਪਣੀ ਇੱਜ਼ਤ ਗਵਾ ਦੇਣੀ ਸੀ ਕਿ ਮੇਰਾ ਪਾਪਾ ਝੂਠ ਬੋਲਦੇ ਐ, ਤਾਂ ਰੱਬ ਨੇ ਵੀ ਕਹਿਣਾ ਸੀ 25 ਪਿਆਰੇ ਹੋ ਗਏ, ਮੇਰੀ ਰਹਿਮਤ ਪਿਆਰੀ ਨਾ ਹੋਈ, ਮੇਰਾ ਸਾਥ ਪਿਆਰਾ ਨਾ ਹੋਇਆ। $25 ਤਾਂ ਆਉਂਦੇ ਰਹਿਣੇ ਹੈ, ਪਰ ਜੇ ਬੱਚੇ ਦਿਲ 'ਚੋਂ ਇੱਜ਼ਤ ਚਲੀ ਗਈ ਜਾਂ ਰੱਬ ਦੀਆਂ ਨਜ਼ਰਾਂ 'ਚੋਂ ਗਿਰ ਗਏ, ਉਹ ਇੱਜ਼ਤ ਮਿਲਣੀ ਮੁਸ਼ਕਲ ਹੋ ਜਾਣੀ ਹੈ। ਉੱਥੇ ਅਸੀਂ ਦੇਖਿਆ ਜਦੋਂ ਕਿਹਾ ਨਾ, ਤਾਂ ਰੂਹਾਨੀ ਦੇ ਚਿਹਰੇ ਤੇ ਸਮਾਈਲ ਸੀ। ਸਮਾਈਲ ਕਾਹਦੀ ਸੀ? ਕਿ ਜੋ ਮੈਂ ਹਾਂ ਉਹੀ ਦੱਸਿਆ। ਔਰ ਉਸ ਵੇਲੇ ਸਾਨੂੰ ਵੀ ਇਹ ਹੋਇਆ ਉਹਦੀ ਖੁਸ਼ੀ ਦੇਖ ਕੇ ਕਿ ਚਲੋ ਜੇ ਸਾਡੇ ਨਾਲ ਸਾਡੇ ਬੱਚੇ ਰਹਿੰਦੇ ਤਾਂ ਇਹਨਾਂ ਨੂੰ ਇੱਕ ਸਿੱਖਿਆ ਤਾਂ ਮਿਲ ਰਹੀ ਹੈ ਨਾ ਕਿ ਪੈਸੇ ਦੇ ਪਿੱਛੇ ਕਦੀ ਝੂਠ ਨਹੀਂ ਬੋਲਣਾ, ਕਿਉਂਕਿ ਪੈਸਾ ਬੜਾ ਨਹੀਂ ਹੈ, ਸੱਚਾਈ ਬੜੀ ਹੈ। ਅੱਜ ਬੰਦਾ ਕੀ ਸਿਖਾਉਂਦਾ ਹੈ? ਬੰਦਾ ਆਪਣੇ ਬੱਚਿਆਂ ਨੂੰ ਕੀ ਸਿਖਾਉਂਦਾ ਹੈ? ਕਿ ਇੱਥੇ ਝੂਠ ਬੋਲਦੇ ਹੋ, 4 ਪੈਸੇ ਬਚਦੇ ਆ, ਬਚਾ ਲਓ। ਉਹ ਕੀ ਬੱਚੇ ਨੂੰ ਸੰਦੇਸ਼ ਮਿਲਦਾ ਹੈ ਕਿ ਸੱਚਾਈ ਨਾਲੋਂ ਜ਼ਿਆਦਾ ਪੈਸਾ ਕੀਮਤੀ ਹੈ, ਪੈਸੇ ਨੂੰ ਬਚਾਓ, ਸੱਚ ਜਾਂਦਾ ਜਾਵੇ। ਐਸਾ ਬੱਚਾ ਬੜਾ ਹੋ ਕੇ ਵੀ ਪੈਸਾ ਹੀ ਬਚਾਏਗਾ, ਰਿਸ਼ਤੇ ਵੀ ਗਵਾ ਦੇਗਾ, ਸੱਚਾਈ ਵੀ ਗਵਾ ਦੇਗਾ, ਇੱਜ਼ਤ ਵੀ ਗਵਾ ਦੇਗਾ, ਆਪਣਾ ਈਮਾਨ ਸਭ ਕੁਝ ਗਵਾ ਦੇਗਾ, ਬਚਾਏਗਾ ਪੈਸਾ। ਤਾਂ ਪੈਸਾ ਬਚਾ ਕੇ ਜੇ ਬੰਦਾ ਸੋਚੇ ਮੈਨੂੰ ਖੁਸ਼ੀਆਂ ਮਿਲ ਜਾਣ, ਤਾਂ ਸਿਰਫ ਪੈਸੇ ਨਾਲ ਖੁਸ਼ੀਆਂ ਨਹੀਂ ਮਿਲਦੀਆਂ, ਖੁਸ਼ੀਆਂ ਉਹਦੀ ਰਹਿਮਤ ਨਾਲ ਮਿਲਦੀਆਂ ਹੈ, ਖੁਸ਼ੀਆਂ ਪਰਿਵਾਰ ਦੇ ਸਾਥ ਨਾਲ ਮਿਲਦੀਆਂ ਹੈ, ਖੁਸ਼ੀਆਂ ਆਪਣਿਆਂ ਨਾਲ ਮਿਲਦੀਆਂ ਹੈ। ਇਸ ਲਈ ਅਸੀਂ ਕਵਾਂਗੇ ਹਰ ਚੀਜ਼ ਨੂੰ ਬਚਾਈਏ, ਸਿਰਫ ਪੈਸੇ ਦੀ ਫਿਕਰ ਨਾ ਕਰੀਏ। ਅਸੀਂ ਇਹ ਦੇਖੀਏ ਮਾਲਿਕ ਦੀ ਰਹਿਮਤ ਕਿੱਦਾਂ ਬਚਾ ਸਕਦਾ ਹਾਂ, ਆਪਣੇ ਪਰਿਵਾਰ ਦੀਆਂ ਨਜ਼ਰਾਂ 'ਚ ਇੱਜ਼ਤ ਕਿੱਦਾਂ ਮੈਂ ਆਪਣੀ ਬਚਾ ਸਕਦਾ ਹਾਂ, ਕਿਉਂਕਿ ਇਹੀ ਚੀਜ਼ ਬੱਚਿਆਂ ਨੇ ਸਿੱਖਣੀ ਹੈ। ਇਸ ਲਈ ਅਸੀਂ ਚਾਹੁੰਦੇ ਆਉਣ ਵਾਲਾ ਸਮਾਂ ਸਾਡਾ ਪਰਿਵਾਰ ਅੱਛਾ ਹੋਵੇ, ਤੇ ਅਸੀਂ ਕਹਾਂਗੇ ਐਸੀ ਸਿੱਖਿਆ ਆਪ ਵੀ ਲਓ ਤਾਂ ਦੂਜਿਆਂ ਨੂੰ ਵੀ ਲਓ। ਫਿਰ ਪਤਾ ਲੱਗਦਾ ਕਿ ਡੂ ਯੂ ਬਲੀਵ ਇਨ ਟਰੂਥ, ਕੀ ਤੈਨੂੰ ਸੱਚਾਈ ਤੇ ਵਿਸ਼ਵਾਸ ਹੈ? ਅਗਰ ਹੈ ਤਾਂ ਸੱਚ ਨੂੰ ਬਚਾ, ਸੱਚ ਦੇ ਰਸਤੇ ਚੱਲ, ਚੀਜ਼ਾਂ ਪਿੱਛੇ ਲੱਗ ਕੇ ਝੂਠ ਨਾ ਬੋਲ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਇੱਕ ਵਾਰ ਫਿਰ ਕਹਿ ਦੇਵਾਂਗੇ ਕਿ ਬੰਦਾ ਸੱਚ ਔਰ ਝੂਠ ਵੀ ਨਾ ਕਈ ਵਾਰ ਹਾਲਾਤ ਦੇਖ ਕੇ ਉਹ ਹੁੰਦਾ ਹੈ। ਜਿੱਦਾਂ ਇੱਕ ਜੋਗੀ ਸੀ, ਰਿਸ਼ੀ ਸੀ, ਜਿਸਨੇ ਕਸਮ ਖਾਧੀ ਸੱਚ ਬੋਲਣਾ ਹੈ, ਮੈਂ ਕਦੀ ਝੂਠ ਨਹੀਂ ਬੋਲਣਾ। ਉਹ ਜੰਗਲ 'ਚ ਬੈਠਾ ਤਪ ਕਰ ਰਿਹਾ ਹੈ ਕਿ ਇੱਕ ਹਿਰਨੀ ਆਈ। ਉਹ ਹਿਰਨੀ ਆਈ, ਉਹਦੇ ਸਾਹਮਣੇ ਦੀ ਨਾ ਇੱਕ ਝਾੜੀ ਪਿੱਛੇ ਲੁਕ ਗਈ, ਝਾੜੀ ਪਿੱਛੇ ਲੁਕ ਗਈ, ਬਹਿ ਗਈ। ਤਾਂ ਪਿੱਛੋਂ ਸ਼ਿਕਾਰੀ ਆਇਆ, ਉਹ ਹਿਰਨੀ ਦਾ ਪਿੱਛਾ ਕਰਦੇ ਲੱਭ ਰਿਹਾ ਸੀ। ਉਹਨਾਂ ਆ ਕੇ ਜੋਗੀ ਨੂੰ ਪੁੱਛਿਆ ਕਿ ਇਹ ਜੋਗੀ ਰਾਜ, ਇੱਥੇ ਇੱਕ ਹਿਰਨੀ ਗਈ ਹੈ, ਮੈਂ ਉਹਦਾ ਪਿੱਛਾ ਕਰ ਰਿਹਾ ਸੀ, ਦੇਖੀ ਕਿਤੇ? ਹੁਣ ਜੋਗੀ ਕਹਿੰਦਾ ਮੈਂ ਸੱਚ ਬੋਲਣ ਦੀ ਕਸਮ ਖਾਧੀ ਹੈ, ਝੂਠ ਮੈਂ ਬੋਲਣਾ ਨਹੀਂ। ਹੁਣ ਉਹਨੇ ਕਹਿਤਾ ਹਾਂ ਬਈ ਆਹ ਲੁਕੀ ਹੈ ਇੱਥੇ ਝਾੜੀ ਦੇ ਪਿੱਛੇ। ਸ਼ਿਕਾਰੀ ਗਿਆ, ਤੀਰ ਮਾਰਿਆ, ਹਿਰਨੀ ਮਾਰੀ, ਚੱਕ ਕੇ ਲੈ ਗਿਆ। ਹੁਣ ਜੋਗੀ ਧਿਆਨ ਤੇ ਬੈਠਾ ਤਾਂ ਰੱਬ ਦੀ ਆਵਾਜ਼ ਆਈ ਹੈ, ਜੋਗੀ ਜਾਂ ਤੇਰੀ ਸਾਰੀ ਕੀਤੀ ਤਪੱਸਿਆ ਫੇਲ ਹੋ ਗਈ, ਤੇਰਾ ਸਾਰੀ ਜ਼ਿੰਦਗੀ ਦਾ ਸੱਚ ਫੇਲ ਹੋ ਗਿਆ। ਅਗਰ ਅੱਜ ਤੂੰ ਇੱਕ ਝੂਠ ਬੋਲ ਦਿੰਦਾ ਨਾ, ਤਾਂ ਤੇਰੇ ਇੱਕ ਝੂਠ ਨਾ ਉਹ ਬੇਕਸੂਰ ਦੀ ਜਾਨ ਬਚ ਜਾਣੀ ਸੀ। ਤਾਂ ਤੇਰਾ ਇਹ ਝੂਠ ਮੈਨੂੰ ਲੱਖਾਂ ਸੱਚਾਂ ਤੋਂ ਪਿਆਰਾ ਹੋਣਾ ਸੀ, ਕਿਉਂਕਿ ਇੱਥੇ ਕਿਸੇ ਬੇਗੁਨਾਹ ਦੀ ਜਾਨ ਬਚਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਸੋ ਕਹਿੰਦੇ ਸੱਚ ਝੂਠ ਸਿਰਫ ਬੋਲਣ ਨਾਲ ਨਹੀਂ ਹੁੰਦਾ, ਸੱਚ ਝੂਠ ਸਾਡੀ ਕਰਨੀ ਵੀ ਦੇਖਣੀ ਪੈਂਦੀ ਹੈ। ਹੁਣ ਇੱਕ ਬੰਦਾ ਫਰਜ਼ ਕਰੋ ਉਹਨੇ ਗੁਰੂ ਘਰ 'ਚ ਜਾਣਾ ਮੱਥਾ ਟੇਕਣ, ਪਰ ਪਤਾ ਹੈ ਕਿ ਮੇਰਾ ਪਤੀ ਜਾਂ ਮੇਰੀ ਪਤਨੀ ਉੱਥੇ ਜਾਣਾ ਪਸੰਦ ਨਹੀਂ ਕਰਦੇ। ਜੋ ਕਹਿ ਦਿੰਦਾ ਹੈ ਮੈਂ ਫਲਾਨੀ ਜਗ੍ਹਾ ਜਾਣਾ, ਪਰ ਗੁਰੂ ਘਰ 'ਚ ਜਾ ਕੇ ਮੱਥਾ ਟੇਕਦਾ ਹੈ, ਤਾਂ ਫਿਰ ਉਹ ਝੂਠ ਨਹੀਂ ਹੁੰਦਾ, ਕਿਉਂਕਿ ਨੇਕੀ ਦਾ ਕੰਮ ਕਰ ਰਿਹਾ। ਉਹ ਕੋਈ ਅੱਛਾ ਕੰਮ ਕਰ ਰਿਹਾ, ਕਿਸੇ ਧੋਖਾ ਨਹੀਂ ਦੇ ਰਿਹਾ, ਉਹ ਕਿਤੇ ਗਲਤ ਨਹੀਂ ਕਰ ਰਿਹਾ, ਕਿਸੇ ਦਾ ਚੋਰੀ ਨਹੀਂ ਕਰ ਰਿਹਾ, ਕੋਈ ਠੱਗੀ ਨਹੀਂ ਕਰ ਰਿਹਾ, ਕੋਈ ਸਰੀਰਕ ਤੌਰ ਤੇ ਹੇਰਾ ਫੇਰੀ ਨਹੀਂ ਕਰ ਰਿਹਾ ਆਪਣੇ ਪਰਿਵਾਰ ਨਾਲ। ਉਹ ਇੱਕ ਨੇਕ ਕੰਮ ਕਰ ਰਿਹਾ ਹੈ, ਕਿਉਂਕਿ ਉਹਨੂੰ ਪਤਾ ਕਿ ਇਹ ਤਾਂ ਜਾਂਦਾ ਨਹੀਂ ਜਾਂ ਇਹ ਤਾਂ ਜਾਂਦੀ ਨਹੀਂ, ਪਰ ਮੈਨੂੰ ਜਾਣ ਨਹੀਂ ਦੇਣਾ। ਜੇ ਮੈਂ ਦੱਸਿਆ ਤਾਂ ਝਗੜਾ ਹੋਣਾ, ਇਸ ਲਈ ਜੇ ਮੈਂ ਕਹਿ ਕੇ ਸਤਸੰਗ 'ਚ ਚਲਾ ਗਿਆ ਜਾਂ ਮੈਂ ਕਹਿ ਕੇ ਗੁਰੂ ਘਰ 'ਚ ਮੱਥਾ ਟੇਕ ਆਇਆ, ਤਾਂ ਨੇਕੀ ਕਰਨੀ ਉਹ ਗੁਨਾਹ ਨਹੀਂ ਹੁੰਦੀ। ਇਹ ਵੀ ਗੱਲ ਕਲੀਅਰ ਕਰਦੀ ਹੈ ਨਾਲ ਨਾਲ, ਸਮਝਦੇ ਹੋ ਕਿ ਨਹੀਂ? ਹੁਣ ਜ਼ਰਾ ਗੌਰ ਕਰਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਜਦੋਂ 20 ਰੁਪਏ ਉਹਨਾਂ ਨੂੰ ਦਿੱਤੇ ਗਏ ਕਿ ਖਰਾ ਸੌਦਾ ਕਰਕੇ ਆਈ, ਤਾਂ ਉਹਨਾਂ ਨੇ ਜਿੰਨੇ ਵੀ ਉੱਥੇ ਸਾਧੂ ਸੰਤ ਮਹਾਤਮਾ ਸੀ ਉਹਨਾਂ ਨੂੰ ਭੋਜਨ ਕਰਾ ਦਿੱਤਾ ਕਿ ਨਹੀਂ? ਹੁਣ ਉਹਨਾਂ ਨੇ ਇਹ ਦੇਖਿਆ ਕਿ ਬਾਪ ਨੇ ਕੀ ਕਿਹਾ, ਉਹ ਜ਼ਰੂਰੀ ਨਹੀਂ, ਪਰ ਕਿਹੜੀ ਚੀਜ਼ ਜ਼ਰੂਰੀ ਹੈ, ਖਰਾ ਸੌਦਾ ਕੀ ਹੈ। ਉਹਨਾਂ ਨੇ ਉਹ ਨੇਕੀ ਦਾ ਕਰਮ ਕੀਤਾ, ਕਿਉਂਕਿ ਉਹਨਾਂ ਦੀ ਨਜ਼ਰਾਂ 'ਚ ਖਰਾ ਉਹ ਸੌਦਾ ਸੀ, ਪਰ ਬਾਪ ਦੀਆਂ ਨਜ਼ਰਾਂ 'ਚ ਖਰਾ ਸੀ ਦੁਨੀਆ ਦਾ ਸੌਦਾ, ਉਹਨਾਂ ਦੀਆਂ ਨਜ਼ਰਾਂ 'ਚ ਖਰਾ ਸੀ ਨੇਕੀ ਦਾ ਸੌਦਾ। ਸਮਝਦੇ ਹੋ ਕਿ ਨਹੀਂ? ਇਹਦਾ ਮਤਲਬ ਦੱਸਣਾ ਕਿ ਕਈ ਵਾਰ ਇੱਕ ਦੀ ਨਜ਼ਰ 'ਚ ਆਹ ਸੱਚ ਹੋ ਸਕਦਾ ਹੈ ਕਿ ਆਹ ਸਹੀ ਹੈ, ਪਰ ਦੂਜੇ ਨਜ਼ਰਾਂ 'ਚ ਇਹ ਹੋ ਸਕਦਾ ਇਹ ਸਹੀ ਹੈ। ਪਰ ਇਹ ਦੇਖਣਾ ਸੀ ਕਿ ਭਲਾ ਕਿਹਦੇ 'ਚ ਹੈ, ਅੱਛਾਈ ਕਿਹਦੇ 'ਚ ਹੈ, ਦੂਜਿਆਂ ਦਾ ਲਾਭ ਕਿਹਦੇ 'ਚ ਹੈ, ਉਹ ਨੇਕੀ ਕਰੀਏ। ਬੋਲੋ ਸਮਝਦੇ ਹੋ ਕਿ ਨਹੀਂ? ਜਦੋਂ ਦੂਜੇ ਦਾ ਹੱਕ ਖੋ ਕੇ ਖਾਣਾ, ਦੂਜੇ ਨੂੰ ਐਵੇਂ ਜਿੱਦਾਂ ਕਹਿੰਦੇ ਨਾ ਕਿਸੇ ਜ਼ਮੀਨ ਨੂੰ ਨੱਪ ਲੈਣਾ, ਕਿਸੇ ਹੱਕ ਨੂੰ ਖੋਹ ਲੈਣਾ, ਕਿਸੇ ਨੇ ਗਲਤ ਕਰਨਾ, ਉਹ ਝੂਠ ਤੋਂ ਬਚੀਏ।
ਔਰ ਸੱਚਾਈ ਤੇ ਵਿਸ਼ਵਾਸ ਕਰੀਏ। ਔਰ ਇਹ ਵੀ ਸੱਚ ਹੈ ਕਿ ਸਭ ਦੇ ਅੰਦਰ ਮੇਰਾ ਉਹ ਮਾਲਿਕ ਹੈ, ਮੇਰੇ ਅੰਦਰ ਵੀ ਉਹੀ ਹੈ, ਮੈਂ ਉਸ ਤੇ ਵਿਸ਼ਵਾਸ ਕਰਨਾ ਹੈ। ਇਸ ਲਈ ਡੂ ਯੂ ਬਲੀਵ ਇਨ ਟਰੁੱਥ? ਸੱਚਾਈ ਤੇ ਵਿਸ਼ਵਾਸ ਹੈ ਤਾਂ ਸੱਚ ਦੇ ਮਾਰਗ ਤੇ ਚਲੀਏ। ਯਕੀਨ ਰੱਖੀਏ ਆਪਣੇ ਮਾਲਿਕ ਤੇ, ਯਕੀਨ ਰੱਖੀਏ ਆਪਣੇ ਪਰਮਾਤਮਾ ਤੇ ਕਿ ਕੋਈ ਸੱਚ ਹੈ ਔਰ ਮੈਨੂੰ ਉਹ ਸੱਚ ਤੇ ਪੂਰਾ ਵਿਸ਼ਵਾਸ ਹੈ, ਮੈਨੂੰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਹੈ। ਹਰ ਚੀਜ਼ ਮਿਟ ਸਕਦੀ ਹੈ, ਹਰ ਚੀਜ਼ ਖਤਮ ਹੋ ਸਕਦੀ, ਪਰ ਉਹ ਸੱਚ ਨਾ ਕਦੀ ਮਿਟਿਆ ਤਾਂ ਨਾ ਹੀ ਕਦੀ ਖਤਮ ਹੋਣਾ ਹੈ। ਬਸ ਉਹ ਸੱਚ ਤੇ ਯਕੀਨ ਰੱਖੀਏ, ਕੋਈ ਸਦਾ ਸਦਾ ਹੈ। ਔਰ ਜਿਹੜਾ ਸਦਾ ਹੀ ਹੈ ਨਾ, ਮੈਂ ਉੱਤੇ ਯਕੀਨ ਰੱਖਣਾ। ਤਾਂ ਜਿਹੜਾ ਝੂਠ ਹੈ, ਇਹਦਾ ਮਤਲਬ ਅੱਜ ਹੈ, ਕੱਲ ਨੂੰ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ। ਅਸੀਂ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਕਰ ਲੈਂਦੇ ਕਿ ਨਹੀਂ? ਹੁਣ ਇੱਕ ਬੰਦਾ ਕੋਈ ਨਗ ਵਾਲੀ ਅੰਗੂਠੀ ਪਾ ਲੈਂਦਾ, ਉੱਤੇ ਵਿਸ਼ਵਾਸ ਕਰਦਾ ਹੈ ਨਾ ਮੇਰੀ ਕਿਸਮਤ ਬਦਲਣੀ ਹੈ। ਹੁਣ ਉਹ ਨਗ ਅੱਜ ਹੈ, ਕੱਲ ਨੂੰ ਗਿਰ ਗਿਆ, ਕੱਲ ਨੂੰ ਟੁੱਟ ਗਿਆ, ਕੀ ਹੋਣਾ ਹੈ? ਇਸ ਲਈ ਨਗ ਤੇ ਵਿਸ਼ਵਾਸ ਕਰਨ ਦੀ ਬਜਾਏ ਵਿਸ਼ਵਾਸ ਕਿਤੇ ਕਰੀਏ? ਉਹ ਸੱਚ ਤੇ, ਕਿ ਉਹ ਨਾ ਕਦੀ ਟੁੱਟਿਆ, ਨਾ ਕਦੀ ਮਰਿਆ, ਤਾਂ ਨਾ ਹੀ ਮਰਨਾ ਹੈ। ਉਹ ਤੇ ਵਿਸ਼ਵਾਸ ਕਰਾਂ ਕਿ ਮੇਰੀ ਕਿਸਮਤ ਬਦਲਣ ਵਾਲਾ, ਮੈਨੂੰ ਕਾਮਯਾਬੀ ਦੇਣ ਵਾਲਾ, ਮੈਨੂੰ ਖੁਸ਼ੀਆਂ ਦੇਣ ਵਾਲਾ ਇੱਕ ਮੇਰਾ ਮਾਲਿਕ ਹੈ। ਇਹ ਅੰਗੂਠੀਆਂ ਦਾ ਕੋਈ ਚੁਰਾ ਸਕਦਾ ਹੈ, ਇਹ ਹੋਰ ਚੀਜ਼ਾਂ ਦਾ ਕੋਈ ਲਾ ਸਕਦਾ ਹੈ, ਪਰ ਕਿਹੜੀ ਤਾਕਤ ਹੈ ਮੇਰੇ ਰੱਬ ਨੂੰ ਮੇਰੇ ਤੋਂ ਜੁਦਾ ਕਰ ਦੇਵੇ, ਜੋ ਮੇਰੇ ਮਾਲਿਕ ਨੂੰ ਮੇਰੇ ਤੋਂ ਦੂਰ ਕਰ ਦੇਵੇ? ਇਸ ਲਈ ਮੇਰਾ ਵਿਸ਼ਵਾਸ ਇੱਕੋ ਹੀ ਹੈ ਕਿ ਮੇਰੀ ਕਿਸਮਤ ਬਦਲਣ ਵਾਲਾ, ਮੈਨੂੰ ਖੁਸ਼ੀਆਂ ਦੇਣ ਵਾਲਾ, ਮੈਨੂੰ ਕਾਮਯਾਬੀ ਦੇਣ ਵਾਲਾ ਇੱਕੋ ਹੀ ਹੈ, ਔਰ ਉਹ ਹੈ ਮੇਰਾ ਮਾਲਿਕ। ਇਹਨੂੰ ਕਹਿੰਦੇ ਟਰੂਥ ਤੇ ਵਿਸ਼ਵਾਸ ਕਰਨਾ, ਸੱਚਾਈ ਤੇ ਵਿਸ਼ਵਾਸ ਕਰਨਾ। ਇਸ ਲਈ ਅੱਜ ਤੋਂ ਵਹਿਮਾਂ ਤੇ ਵਿਸ਼ਵਾਸ ਨਾ ਕਰੋ, ਭਰਮਾਂ ਤੇ ਵਿਸ਼ਵਾਸ ਨਾ ਕਰੋ। ਝੂਠ ਹੈ, ਕਿਉਂਕਿ ਭਰਮ ਦਾ ਮਤਲਬ ਝੂਠ, ਵਹਿਮ ਦਾ ਮਤਲਬ ਝੂਠ। ਜਿੱਦਾਂ ਕਹਿੰਦੇ ਵਹਿਮ ਹੋ ਗਿਆ ਕਿ ਰੱਸੀ ਸੱਪ ਸੀ, ਇਹਦਾ ਮਤਲਬ ਝੂਠ ਸੀ ਉਹ, ਕਿ ਰੱਸੀ ਹੈ, ਸੱਪ। ਇੱਦਾਂ ਹੀ ਬੰਦਾ ਵਹਿਮ ਕਰ ਲੈਂਦਾ ਟੂਣਿਆਂ ਤੇ, ਵਹਿਮ ਕਰ ਲੈਂਦਾ ਚੀਜ਼ਾਂ ਤੇ, ਵਹਿਮ ਕਰ ਲੈਂਦਾ ਗ੍ਰਹਿਾਂ ਤੇ, ਕਿ ਉਹ ਮੇਰੀ ਕਿਸਮਤ ਬਣਾ ਰਹੇ ਹੈ, ਉਹ ਮੈਨੂੰ ਕੁਝ ਦੇ ਰਹੇ ਹੈ, ਮੇਰਾ ਕੁਝ ਲੈ ਰਹੇ ਹੈ। ਨਹੀਂ, ਮੈਨੂੰ ਦੇਣ ਵਾਲਾ ਵੀ ਮੇਰਾ ਮਾਲਿਕ ਹੈ, ਤਾਂ ਮੈਨੂੰ ਕਾਮਯਾਬੀ, ਸਫਲਤਾ, ਖੁਸ਼ੀਆਂ, ਤੰਦਰੁਸਤੀ, ਹਰ ਚੀਜ਼ ਦੇਣ ਵਾਲਾ ਕੋਈ। ਇਸ ਲਈ ਮੈਨੂੰ ਉਹ ਸੱਚ ਤੇ ਯਕੀਨ ਹੈ, ਹੋਰ ਚੀਜ਼ ਤੇ ਮੈਂ ਯਕੀਨ ਨਹੀਂ ਕਰਦਾ। ਇਹਨੂੰ ਕਹਿੰਦੇ ਡੂ ਯੂ ਬਲੀਵ ਇਨ ਟਰੁੱਥ? ਹੁਣ ਅਗਲਾ ਆ ਜਾਈਏ, ਟਾਈਮ ਜ਼ਿਆਦਾ ਤਾਂ ਨਹੀਂ ਹੋ ਗਿਆ, ਕਿਉਂਕਿ 8 ਸਵਾਲ ਪੁੱਛੇ ਸੀ। ਚਲੋ ਸ਼ਾਰਟ 'ਚ ਦੱਸ ਦਿੰਦੇ ਆ, ਥੋੜਾ ਵਿਸਤਾਰ ਨਾਲ ਨਹੀਂ ਜਾਂਦੇ। ਹੁਣ ਅਗਲਾ ਸਵਾਲ ਕੀਤਾ, ਇਹ ਕਿੰਨੇ ਹੋ ਗਏ? 3 ਹੋ ਗਏ। ਕਿ ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ, ਕੀ ਤੁਹਾਨੂੰ ਸ਼ਾਂਤੀ ਤੇ ਵਿਸ਼ਵਾਸ ਹੈ, ਕੀ ਤੁਹਾਨੂੰ ਸੱਚਾਈ ਤੇ ਵਿਸ਼ਵਾਸ ਹੈ? ਔਰ ਸੱਚਾਈ ਦਾ ਵਿਸ਼ਵਾਸ ਮਤਲਬ ਇਹ ਨਹੀਂ ਕਿ ਅਸੀਂ ਕੀ ਬੋਲਦੇ ਹਾਂ, ਸੱਚਾਈ ਦਾ ਮਤਲਬ ਹੈ, ਜਰਾ ਸਮਝਣਾ ਸਾਰਿਆਂ, ਕਿਉਂਕਿ ਅਸੀਂ ਕੀ ਬੋਲਦੇ ਹਾਂ। ਕਈ ਵਾਰ ਹੋ ਸਕਦਾ ਨਾ, ਜਿੱਦਾਂ ਇੱਕ ਬੋਲ ਇੱਕ ਪਾਸੇ ਕਾਲੀ ਹੋਵੇ, ਇੱਕ ਪਾਸੇ ਚਿੱਟੀ ਹੋਵੇ। ਇੱਧਰ ਇੱਕ ਬੰਦਾ ਖੜਾ ਕਰ ਦਿਓ, ਇੱਧਰ ਕਰ ਦਿਓ, ਇੱਧਰ ਚਿੱਟੀ ਹੈ, ਇੱਧਰ ਕਾਲੀ ਹੈ। ਜਿਹਨੇ ਇੱਧਰੋਂ ਦੇਖਣਾ ਉਹਨਾਂ ਕਹਿਣਾ ਬੋਲ ਕਿਹੜੀ ਹੈ? ਬਲੈਕ, ਕਾਲੀ। ਜਿਹਨੇ ਇੱਧਰੋਂ ਦੇਖਣਾ ਉਹਨਾਂ ਕਹਿਣਾ ਬੋਲ ਵਾਈਟ ਹੈ। ਹੁਣ ਦੋਨੇ ਝਗੜੀ ਜਾਣ, ਸੱਚਾਈ ਕੀ ਹੈ? ਹੁਣ ਦੋਨਾਂ ਆਪਣੀ ਜਗ੍ਹਾ ਸੱਚ ਹੈ, ਫਿਰ ਵੀ ਲੜ ਰਹੇ ਹੈ, ਤੂੰ ਝੂਠਾ ਤੂੰ ਝੂਠਾ। ਪਰ ਕੋਈ ਬੋਲ ਨੂੰ ਘੁਮਾ ਕੇ ਦੇਖੇਗਾ ਨਾ, ਦੋਨੇ ਹੀ ਸੱਚੇ। ਨਜ਼ਰੀਏ ਦੀ ਗੱਲ ਹੁੰਦੀ ਹੈ। ਇਸ ਲਈ ਆਪਾਂ ਇਹ ਨਹੀਂ ਦੇਖਣਾ ਮੈਨੂੰ ਸੱਚ ਕੀ ਲੱਗਦਾ ਹੈ, ਅਸੀਂ ਇਹ ਦੇਖਣਾ ਸੱਚ ਹੈ ਕੀ, ਉਹਨੂੰ ਪਕੜਨਾ ਹੈ ਅਸੀਂ। ਔਰ ਸੱਚ ਇੱਕੋ ਹੀ ਹੈ, ਉਹ ਮਾਲਿਕ ਉਹੀ ਸਭ ਦੇ ਅੰਦਰ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਫਰਜ਼ ਕਰੋ, ਉਦਾਹਰਨ ਲੈ ਲਈਏ, ਇੱਕ ਬੰਦਾ ਹਿੰਦੂ ਹੈ, ਇੱਕ ਬੰਦਾ ਮੁਸਲਮਾਨ ਹੈ। ਉਹਨਾਂ ਕਹਿਣਾ ਹਾਂ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਮੈਂ ਵੀ ਸੱਚਾ, ਇਹ ਵੀ ਸੱਚਾ, ਕਿਉਂਕਿ ਕਹਿਣਾ ਠੀਕ ਹੈ, ਇਹ ਸਹੀ ਕਹਿ ਰਹੇ ਹਾਂ। ਹੁਣ ਇਹ ਬੋਲ ਨੂੰ ਦੋਨਾਂ ਪਾਸਿਓਂ ਦੇਖਣ ਦੀ ਗੱਲ ਹੈ, ਬਲੈਕ ਐਂਡ ਵਾਈਟ। ਪਰ ਜੇ ਦੇਖਾਂਗੇ ਬੋਲ ਇੱਕੋ ਹੀ ਹੈ, ਸੱਚਾਈ ਤਾਂ ਇੱਕੋ ਹੀ ਹੈ ਕਿ ਇਹਦੇ ਅੰਦਰ ਵੀ ਪਰਮਾਤਮਾ ਤੇ ਇਹਦੇ ਅੰਦਰ ਵੀ ਪਰਮਾਤਮਾ ਹੈ। ਇਸ ਲਈ ਬਾਹਰਲੇ ਰੰਗਾਂ ਨੂੰ ਫੜਨ ਦੀ ਬਜਾਏ ਮੈਂ ਅੰਦਰਲੀ ਸੱਚਾਈ ਤੇ ਵਿਸ਼ਵਾਸ ਕਰਨਾ ਕਿ ਸਭ ਦੇ ਅੰਦਰ ਉਹ ਮੇਰਾ ਮਾਲਿਕ ਹੈ, ਸਭ ਦਾ ਮਾਲਿਕ। ਸਮਝ ਆ ਗਈ ਕਿ ਨਹੀਂ? ਇਹਨੂੰ ਕਹਿੰਦੇ ਸੱਚਾਈ ਤੇ ਯਕੀਨ ਕਰਨਾ। ਪਰ ਅੱਜ ਬੰਦਾ ਸੱਚਾਈ ਤੇ ਯਕੀਨ ਕਰਦਾ ਨਹੀਂ, ਬਸ ਆਪਣੇ ਵੇਦਾਂ ਸ਼ਾਸਤਰਾਂ ਨੂੰ ਲੈ ਕੇ, ਧਾਰਮਿਕ ਗ੍ਰੰਥਾਂ ਨੂੰ ਲੈ ਕੇ ਝਗੜੇ ਕਰੀ ਜਾਂਦਾ, ਆਪਣੇ ਧਰਮਾਂ ਨੂੰ ਲੈ ਕੇ ਝਗੜੇ ਕਰੀ ਜਾਂਦਾ, ਸੱਚਾਈ ਤੇ ਵਿਸ਼ਵਾਸ ਕਰਦਾ ਨਹੀਂ ਕਿ ਸੱਚਾਈ ਕੀ ਹੈ। ਇਸ ਲਈ ਅਸੀਂ ਤੁਹਾਨੂੰ ਕਹਾਂਗੇ ਸੱਚ ਤੇ ਵਿਸ਼ਵਾਸ ਕਰੋ। ਔਰ ਸੱਚ ਇੱਕੋ ਹੀ ਹੈ ਕਿ ਇੱਕ ਪਿਤਾ, ਇੱਕੋ ਹੀ ਪਿਤਾ ਸਾਡਾ, ਇੱਕੋ ਹੀ ਦੇ ਸਾਰੇ ਬੱਚੇ ਹੈ। ਇਹੀ ਸੱਚਾਈ ਹੈ, ਬਸ ਉਹ ਤੇ ਵਿਸ਼ਵਾਸ ਕਰਨਾ ਹੈ। ਕੋਈ ਜਾਤ ਪਾਤ ਧਰਮ ਨੂੰ ਲੈ ਕੇ ਝਗੜਾ ਨਹੀਂ, ਭੇਦਭਾਵ ਨਹੀਂ ਕਰਨਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਸਭ ਨਾਲ ਪਿਆਰ ਕਰਨਾ ਹੈ, ਕਿਉਂਕਿ ਇੱਕੋ ਹੀ ਨੂਰ ਸਾਡੇ ਸਭ ਦੇ ਅੰਦਰ ਕੰਮ ਕਰਦਾ ਹੈ। ਜਦੋਂ ਇਹ ਗੱਲ ਸਾਡੇ ਅੰਦਰ ਆ ਗਈ ਤਾਂ ਫਿਰ ਇਹ ਹੈ ਕਿ ਸਾਨੂੰ ਸੱਚਾਈ ਤੇ ਵਿਸ਼ਵਾਸ ਹੈ। ਫਿਰ ਅਗਲਾ ਕੁਐਸਚਨ ਕੀਤਾ, ਡੂ ਯੂ ਬਲੀਵ ਇਨ ਅਬੰਡੈਂਸ? ਇਹਦਾ ਮਤਲਬ ਪਤਾ ਕੀ ਹੈ? ਅਬੰਡੈਂਸ ਦਾ ਮਤਲਬ ਹੁੰਦਾ ਭਰਪੂਰਤਾ, ਭਰਪੂਰ। ਕਹਿੰਦੇ ਕੀ ਤੈਨੂੰ ਭਰੋਸਾ ਹੈ ਭਰਪੂਰਤਾ ਤੇ? ਕਿਉਂਕਿ ਈਸ਼ਵਰ ਸਦਾ ਭਰਪੂਰ ਹੈ। ਅੱਛਾ, ਤੁਹਾਨੂੰ ਹੈ ਭਰਪੂਰਤਾ ਤੇ ਭਰੋਸਾ? ਡੂ ਯੂ ਬਲੀਵ ਇਨ ਅਬੰਡੈਂਸ? ਕਿਹਨੂੰ ਭਰੋਸਾ ਹੈ? ਸੋਚ ਕੇ ਦੱਸਿਓ ਜ਼ਰਾ, ਤੁਹਾਨੂੰ ਹੈ?
जरा गौर करो, जे भरपूरता ते भरोसा होवे तो फिर इंसान दे अंदरों लोभ खत्म हो जावे, लालच खत्म हो जावे, दूजे दा हक खोण दी भावना खत्म हो जावे। अज बंदे दा हाल पता की है? ये इदां है जिद्दां मौलाना रूमी एक कहानी दसदे हुंदे सी कि एक ना मुर्गियां दा बाड़ा सी। की सी? मुर्गियां दा बाड़ा। वो ना मालिक ने एक बर्तन च दाने पा के रखे, वो दाने पा के रखे तो एक मुर्गी सब तो पहला बाड़े चों निकली, चुंझ दाने भरे और एक पासे तुर पई। तो दूजियां मुर्गियां जिहड़ियां पिछे आ रही सी ना, उन्होंने देखिया कि चुंझ दाना है, वो सारियां उहदे पिछे लग गईयां और उन्होंने चुंझां मार रही दाना दे दाना दे। वो मालिक आवाज़ मारे, वो आ जाओ इधर, आ भरपूर है, इधर भंडार भरिया होया, तुसीं उहदे पिछे क्यों तुरे? पर मुर्गियां नूं समझावे कौन? मुर्गियां तो उहदे चुंझां मार रही हैं, उन्होंने लगता है ये मुँह च जो है सब कुछ यही है, ये कोई खोली है। असीं अज बंदे का हाल भी यही है। बंदा भी देखता ये कोल सब कुछ खोलीए, ये लुट लीए, ये जेब चो कढ़ लीए, ये भुल जाता है कि इनू देने वाले भी वो ताकत है तो मैनू देने वाली भी ताकत है। मैं उस पर विश्वास करा, किसी का हक खोण की बजाए, किसी ने हेरा फेरी करने की बजाए, किसी नाल झूठ बोल के ठगण की बजाए मैं एक ताकत पर विश्वास करा कि वो खजाने भरपूर है, जिहड़ा इनू दे रहा है मैं भी उहदे तक पहुंचा, मैनू भी देगा। हुंदा कि नहीं? इनू कहते जिन्हों बिलीव है, विश्वास है कि सबनों देने वाली कोई ताकत है और वो भरपूर है, वो खजाने भरपूर है, कोई कमी नहीं है और मैं उसका अंश हाँ, मैनू उस पर यकीन है, वो मैनू देगा, चाहे जिथों मर्जी देवे वो देगा जरूर मैनू। बस मैं मेहनत करनी है, कोशिश करनी है, बाकी उसकी रहमत तो जरूर देगा। इसलिए परमात्मा ने भी भंडार खजाना भर के रखा है, पर ऐसी भी ना चुंझ च मुर्गी दाना लैके गई, सारियां वो मगर दौड़ गई कि ये कोल ही दाना खोलीए। अज बंदा भी इदा ही करता है। बोलो समझते हो कि नहीं? किसी अमीर को पैसा है, ये तो 2 नंबर ही है, इन्हें तो इदा कर लिया, इन्हें तो उदा कर लिया, किस तरह इन्हू लुट लीए, तो आ बंद करा दी। और रब ते यकीन रखो, जे कोई है तो यह सोचो कि रब इनू भी देवे, वो मैनू भी देगा। क्योंकि किसी ने निंदिया करके, किसी को निंद के तुहानू की मिलना है? समझते हो कि नहीं? इसलिए निंदिया ना करो, बल्कि अपने मालिक पर विश्वास करो कि अज इनू मिलया है, मैं कोशिश करनी मेरा मालिक मैनू भी जरूर। इसलिए जलो ना, अपने रब ते विश्वास करिए, अपने मालिक ते भरोसा करिए। बोलो समझते हो कि नहीं? बाहरले हालात जिदा मर्जी होण, वो जिदा है ना कि फिल्म उस कहते अपने दिल ते हथ रख के कहो ऑल इज कहते ਉਹਦੇ ਨਾਲ की हो जाना। किसी ने क्वेश्चन किया कि ऑल इज वेल कहने ਨਾਲ की हो जाना है? कि बाहरलियां परेशानियां ठीक हो जानियां है? कि बाहरलियां परेशानियां ठीक हो जानियां, बाहरले हालात ठीक हो जाने हैं? की फायदा होना है? ਉਹਦੇ की फायदा होना है? तो फिर उसका जवाब यह है कि बाहरलियां परेशानियां तो चाहे उत्ते ही रहन, पर फायदा की होना है? बाहर कुछ पैदा ना हो, पर ऑल इज वेल कहना दिल में जरूर फायदा होना है। क्योंकि इनू जो कहांगे ना सब ठीक है, तो ये जी धड़कन है वो तेज होनी है ना, इन्हें शांत हो जाना कि सब ठीक है। और जो ये शांत हो गया तो इनू फायदा होएगा, जो ये शांत हो गया तो हर मुश्किल का हल भी होना शुरू हो जाएगा। क्योंकि घबराहट में ही बंदे के काम जिहड़े है वो बिगड़ जाते हैं। इसलिए जो कोई मुश्किल आवे ना, दिल ते हथ रख के जो इशारा ऑल इज वेल कि सब ठीक है। और तुहानू तो फिर एक गल कहनी चाहिए, ऑल इज वेल, क्योंकि मेरा मालिक मेरे इसलिए सब ठीक होएगा। जब मेरा मालिक नाल है तो बुरा कुछ हो ही नहीं सकता। क्योंकि मेरा सिर्फ दिल ही नहीं है, मेरे दिल के अंदर मेरा मालिक भी है, वह प्यार भी है, वह विश्वास भी है। और जिथे ये होवे उत्थे की हो सकता है? सोच के देखो। इसलिए कह दो ऑल इज, आवाज नहीं, ऑल इज सब ठीक है कि नहीं? अज तो कहना ही नहीं है, मनना भी है कि मैं सब ठीक है, बाहरले हालात ठीक है, अगे ट्रैफिक है, अगे परेशानी है, तूफान है, नेरियां है, पर सब ठीक है। क्योंकि ठीक करने वाला मेरा मालिक मेरे दिल च ही बैठा है, वह विश्वास मेरे अंदर है, वह प्रेम मेरे अंदर है, और एडी बड़ी शक्ति मेरे अंदर है। तो की ये मजाल है तूफानों की, जो मैनू हिला देन? ये मैनू हिला नहीं सकते, क्योंकि मेरा विश्वास बड़ा मजबूत है, मेरा प्रेम बड़ा मजबूत है, और मेरे अंदर शक्तिशाली परमात्मा बैठा है। इसलिए जब अंगद का पैर रावण नहीं हिला सकिया, तो मेरा विश्वास भी ना अंगद के पैर की तरह है, इनू कोई तूफान नहीं हिला सकता। समझ आ गई कि नहीं? इसलिए डू यू बिलीव इन अबंडेंस, की भरपूरता दे भरोसा है? जे है तो फिर टेंशन ना लो, ਉਹਦੇ को कितना है, ਉਹਦੇ को कितना है, नहीं, ਉਹਦੇ को जिन्ना मर्जी होवे, ਉਹਦੇ को 100 गुणा भी ज़्यादा हो जाए, ਤਾਂ भी ਜਿਹੜੀ ताकत सब नूं दे रही है, ਉਹਦੇ खजाने 'ਚ कमी नहीं आनी।
ਉਹ ਮੈਨੂੰ ਵੀ ਦੇਵੇਗਾ। ਇਹ ਯਕੀਨ ਰੱਖੋ, ਉਹ ਯੂਨੀਵਰਸ, ਉਹ ਪਰਮਾਤਮਾ, ਉਹ ਪ੍ਰਭੂ ਸਭ ਨੂੰ ਦੇਣ ਵਾਲਾ ਹੈ। ਉੱਥੇ ਸਭ ਕੁਝ ਭਰਪੂਰ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਉੱਥੇ ਇਹ ਨਹੀਂ ਕਿ ਕਿਸੇ ਕੋ ਅੱਜ ਜਿੰਨਾ ਹੈ ਉਹ ਕੋਈ 100 ਗੁਣਾ ਵੀ ਚਲਾ ਜਾਵੇ ਨਾ ਹੋਰ ਜ਼ਿਆਦਾ, ਤਾਂ ਵੀ ਜੇ ਯਕੀਨ ਰੱਖਾਂਗੇ ਤਾਂ ਤੁਹਾਡੇ ਵਾਸਤੇ ਘੱਟ ਨਹੀਂ ਹੋਣਾ। ਜਿੱਦਾਂ ਬੰਦਾ ਕਹੇ ਇੱਥੇ 10 ਬੰਦੇ ਬਹਿ ਕੇ ਹਵਾ 'ਚ ਸਾਹ ਲੈਣ, 100 ਬੰਦਾ ਲਵੇ, ਲੱਖ ਬੰਦਾ ਲਵੇ, ਕਰੋੜ ਬੰਦਾ ਲਵੇ, ਤਾਂ ਕੀ ਹਵਾ ਘਟ ਜਾਣੀ? ਕਿ ਲੈ ਵੀ ਪਹਿਲਾਂ 10 ਸੀਗੇ ਤਾਂ ਹਵਾ ਜ਼ਿਆਦਾ ਸੀ, ਹੁਣ ਕਰੋੜ ਬੰਦਾ ਸਾਹ ਲੈ ਰਿਹਾ, ਹਵਾ ਘਟ ਗਈ? ਨਹੀਂ। ਕਿੰਨੇ ਖਰਬ ਲੋਕ ਪੂਰੇ ਪ੍ਰਿਥਵੀ ਤੇ ਸਾਹ ਲੈ ਰਹੇ ਹੈ। ਜਰਾ ਗੌਰ ਕਰਨਾ, ਇਹ ਆਕਸੀਜਨ ਦੇਣ ਵਾਲਾ ਉਹ ਬ੍ਰਹਿਮੰਡ, ਉਹ ਪਰਮਾਤਮਾ, ਉਹ ਪ੍ਰਭੂ ਹੈ, ਕੁਝ ਘੱਟ ਨਹੀਂ ਹੈ। ਬਸ ਵਿਸ਼ਵਾਸ ਅਸੀਂ ਕਰਨਾ ਹੈ ਕਿ ਸਭ ਕੁਝ ਦੇਣ ਵਾਲਾ ਉਹ ਮਾਲਿਕ ਹੈ। ਕਿਉਂਕਿ ਇਹ ਕੋਈ ਪੰਸਾਰੀ ਦੀ ਦੁਕਾਨ ਨਹੀਂ ਹੈ ਜਾਂ ਕਰਿਆਨਾ ਸਟੋਰ ਨਹੀਂ ਹੈ ਕਿ ਉਹ ਇਹਦੇ ਕੋਲ 1 ਕੁਆਂਟਲ ਚੀਨੀ ਪਈ ਹੈ ਤਾਂ ਕੋਈ ਹੋਰ ਲੈ ਗਿਆ ਤਾਂ ਮੈਨੂੰ ਨਹੀਂ ਮਿਲਣੀ। ਸਮਝਦੇ ਹੋ ਕਿ ਨਹੀਂ? ਇਹਦੇ ਕੋਲ ਇੰਨਾ ਕੱਪੜਾ ਪਿਆ, ਕੋਈ ਹੋਰ ਖਰੀਦ ਕੇ ਲੈ ਗਿਆ ਤਾਂ ਮੈਨੂੰ ਨਹੀਂ ਮਿਲਣਾ। ਨਹੀਂ, ਇਹ ਦੁਨੀਆ ਦੀ ਦੁਕਾਨ ਨਹੀਂ ਹੈ, ਇਹ ਰੱਬ ਦੀਆਂ ਰਹਿਮਤਾਂ ਦਾ ਭੰਡਾਰ ਹੈ। ਅਸੀਂ ਰਹਿਮਤਾਂ ਤੇ ਯਕੀਨ ਕਰਨਾ ਹੈ ਕਿ ਉਹ ਭਰਪੂਰ ਹੈ, ਉੱਥੇ ਕੋਈ ਕਮੀ ਨਹੀਂ ਹੈ। ਕਰ ਲਿਆ ਕਿ ਨਹੀਂ? ਅੱਜ ਤੋਂ ਵਿਸ਼ਵਾਸ ਕਰੂੰਗੇ ਕਿ ਨਹੀਂ? ਪ੍ਰੇਮ ਤੇ ਵਿਸ਼ਵਾਸ, ਸ਼ਾਂਤੀ ਤੇ ਵਿਸ਼ਵਾਸ, ਸੱਚਾਈ ਤੇ ਵਿਸ਼ਵਾਸ, ਔਰ ਆਪਣੀਆਂ ਰੱਬ ਦੀਆਂ ਰਹਿਮਤਾਂ ਦੀ ਭਰਪੂਰਤਾ ਤੇ ਵਿਸ਼ਵਾਸ ਕਿ ਸਭ ਕੁਝ ਭਰਪੂਰ ਹੈ। ਇਹਦਾ ਕਹਿ ਕੇ ਦੇਖੋ ਕਿ ਮੇਰੇ ਮਾਲਿਕ ਦੇ ਕੋਲ ਮੇਰੇ ਵਾਸਤੇ ਸਭ ਕੁਝ, ਖੁਸ਼ੀਆਂ, ਤੰਦਰੁਸਤੀ, ਸਫਲਤਾ, ਧਨ ਦੌਲਤ, ਸਭ ਕੁਝ ਭਰਪੂਰ ਹੈ ਮੇਰੇ ਮਾਲਿਕ ਦੇ ਕੋਲ। ਮੈਂ ਯਕੀਨ ਰੱਖਣਾ ਹੈ ਕਿ ਮੈਂ ਕਰਮ ਕਰਨਾ ਹੈ, ਉਹ ਮੈਨੂੰ ਬਹੁਤ ਦੇਗਾ, ਕਿਉਂਕਿ ਮੈਨੂੰ ਵਿਸ਼ਵਾਸ ਹੈ ਉਹ ਮੇਰਾ ਪਿਤਾ ਹੈ ਔਰ ਪਿਤਾ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ। ਇਹ ਯਕੀਨ ਰੱਖਣਾ ਹੈ। ਰੱਖ ਲਿਆ? ਹੁਣ ਅੱਗੇ ਚੱਲੀਏ। ਫਿਰ ਹੁਣ ਕਿੰਨਵੀਂ ਚੀਜ਼ ਆ ਗਈ? 4 ਹੋ ਗਈਆਂ, ਹੁਣ 5ਵੀਂ ਚੀਜ਼ ਆ ਗਈ। ਜੀਸਸ ਨੇ ਕਿਹਾ ਡੂ ਯੂ ਬਲੀਵ ਇਨ ਗੁੱਡਨੈਸ। ਇਹਦਾ ਮਤਲਬ ਹੁੰਦਾ ਹੈ ਅੱਛਾਈ। ਬੋਲੋ ਸਮਝਦੇ ਹੋ ਕਿ ਕੀ ਤੁਹਾਨੂੰ ਅੱਛਾਈ ਤੇ ਵਿਸ਼ਵਾਸ ਹੈ? ਕਿਉਂਕਿ ਗੋਡ ਦੇ ਅੰਦਰ ਇਹ ਵੀ ਗੁਣ ਹੈ, ਉਹ ਭਰਪੂਰ ਵੀ ਹੈ ਔਰ ਅੱਛਾ ਵੀ ਹੈ। ਉਹ ਤੋਂ ਜ਼ਿਆਦਾ ਅੱਛਾ ਕੋਈ ਹੋ ਹੀ ਨਹੀਂ ਸਕਦਾ। ਕੀ ਹੁਣ ਸਾਨੂੰ ਅੱਛਾਈ ਤੇ ਯਕੀਨ ਹੈ? ਅੱਛਾ, ਕਿਹਨੂੰ ਅੱਛਾਈ ਤੇ ਯਕੀਨ ਹੈ? ਦਿਲ ਤਾਂ ਕਰਦਾ ਇੱਥੇ ਰਾਤ ਦੇ 12 ਵਜਾ ਦੀ ਹੈ ਇੰਨਾ ਸਮਝਾਉਣ ਨੂੰ, ਪਰ ਨਹੀਂ, ਜਲਦੀ ਫ੍ਰੀ ਕਰ ਦੇਣਾ ਸੀ। ਅੱਛਾ, ਕਿਹਨੂੰ ਤੁਹਾਡੇ ਵੱਲੋਂ ਕਿਹਨੂੰ ਅੱਛਾਈ ਤੇ ਵਿਸ਼ਵਾਸ ਹੈ? ਜੇ ਅੱਛਾਈ ਤੇ ਵਿਸ਼ਵਾਸ ਹੈ ਪੱਕੀ ਗੱਲ ਹੈ, ਸਿਰਫ ਕਹਿਣ ਦੀ ਗੱਲ ਹੈ, ਤਾਂ ਫਿਰ ਜਰਾ ਗੌਰ ਕਰੋ। ਅੱਛਾਈ ਤੇ ਵਿਸ਼ਵਾਸ ਦਾ ਮਤਲਬ ਹੈ ਕਿ ਅੱਜ ਤੋਂ ਮੈਂ ਅੱਛਾ ਕਰਨਾ ਹੈ, ਅੱਛਾ ਸੋਚਣਾ ਹੈ, ਅੱਛਾ ਦੇਖਣਾ ਹੈ, ਅੱਛਾ ਸੁਣਨਾ ਹੈ। ਕਿਉਂਕਿ ਜਿਹਨੂੰ ਅੱਛਾਈ ਤੇ ਵਿਸ਼ਵਾਸ ਹੁੰਦਾ, ਉਹਦੇ ਸੁਣਨ, ਉੱਠਣ, ਬੈਠਣ, ਖਾਣ ਪੀਣ, ਹਰ ਚੀਜ਼ ਵਿੱਚੋਂ ਅੱਛਾਈ ਹੀ ਨਜ਼ਰ ਆਉਂਦੀ ਹੈ। ਕਿ ਮੈਨੂੰ ਅੱਛਾਈ ਤੇ ਵਿਸ਼ਵਾਸ ਹੈ, ਮੈਂ ਖਾਣਾ ਵੀ ਅੱਛਾ ਹੀ ਹੈ ਜੋ ਮੇਰੇ ਵਾਸਤੇ ਅੱਛਾ ਹੋਵੇ, ਮੈਂ ਸੁਣਨਾ ਵੀ ਅੱਛਾ ਜੋ ਮੇਰੀ ਲਾਈਫ ਵਾਸਤੇ ਅੱਛਾ ਹੋਵੇ, ਮੈਂ ਦੇਖਣਾ ਵੀ ਅੱਛਾ ਜੋ ਮੇਰੇ ਜੀਵਨ ਵਾਸਤੇ ਅੱਛਾ ਹੋਵੇ, ਮੈਂ ਕਰਮ ਵੀ ਅੱਛਾ ਕਰਨਾ ਜੋ ਮੇਰੀ ਲਾਈਫ ਵਾਸਤੇ, ਮੇਰੀ ਜ਼ਿੰਦਗੀ ਵਾਸਤੇ ਅੱਛਾ ਹੋਵੇ। ਵਿਸ਼ਵਾਸ ਦਾ ਮਤਲਬ ਇਹੀ ਨਹੀਂ ਕਿ ਕਹਿ ਦਿੱਤਾ ਮੈਨੂੰ ਅੱਛਾਈ ਤੇ ਵਿਸ਼ਵਾਸ ਹੈ ਪਰ ਕਰੀ ਬੁਰਾ ਜਾਣਾ। ਇਸ ਲਈ ਜੇ ਪਰਮਾਤਮਾ ਨੂੰ ਪਾਣਾ ਹੈ, ਦ ਕਿੰਗਡਮ ਆਫ ਗॉड, ਜੇ ਉਹਨੂੰ ਜਾਣਨਾ ਹੈ ਤਾਂ ਫਿਰ ਪ੍ਰੇਮ, ਸ਼ਾਂਤੀ, ਸੱਚਾਈ, ਭਰਪੂਰਤਾ ਔਰ ਅੱਛਾਈ, ਇੱਥੇ ਸਾਨੂੰ ਆਪਣੇ ਅੰਦਰ ਇਹ ਗੁਣ ਲਿਆਣੇ ਪੈਣਗੇ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਅਸੀਂ ਅੱਛਾਈ ਤੇ ਵਿਸ਼ਵਾਸ ਕਰਨਾ ਹੈ ਕਿ ਮੈਂ ਜਿੱਦਾਂ ਦੱਸਿਆ, ਦੇਖਣਾ, ਸੁਣਨਾ, ਸੋਚਣਾ, ਖਾਣਾ ਪੀਣਾ ਜੋ ਵੀ ਹੈ, ਕਰਮ ਵੀ ਮੈਂ ਕਰਨਾ ਹੈ ਤਾਂ ਇਹ ਦੇਖਣਾ ਮੈਂ ਅੱਛਾ ਕਰਨਾ ਹੈ। ਕਿਉਂਕਿ ਜਿਹੜਾ ਅੱਛਾਈ ਤੇ ਵਿਸ਼ਵਾਸ ਕਰਦਾ ਉਹਦੇ ਜੀਵਨ 'ਚ ਇਹ ਬੁਰਾਈ ਹੁੰਦੀ ਨਹੀਂ ਹੈ, ਉਹ ਜੋ ਕਰਦਾ ਅੱਛਾ ਹੀ ਕਰਦਾ ਹੈ। ਜਿੱਦਾਂ ਸੂਰਜ ਇੱਧਰ ਪ੍ਰਕਾਸ਼ ਹੈ ਤਾਂ ਉਹਨੇ ਹਰ ਜਗ੍ਹਾ ਜਿੱਥੇ ਜਾਣਾ ਆ ਪ੍ਰਕਾਸ਼ ਹੀ ਫੈਲਾਣਾ, ਕਿਤੇ ਅੰਧੇਰਾ ਨਹੀਂ ਕਰਨਾ ਉਹਨੇ। ਪਰ ਉਹ ਸਮਝਦੇ ਹੋ ਕਿ ਨਹੀਂ? ਹਾਂ, ਸੂਰਜ ਜਿੱਥੇ ਨਹੀਂ ਹੋਵੇਗਾ ਉੱਥੇ ਅੰਧੇਰਾ ਹੋਏਗਾ। ਇਸ ਲਈ ਪਰ ਮੈਂ ਕੋਸ਼ਿਸ਼ ਕਰਨੀ ਹੈ ਜਿੱਥੇ ਵੀ ਜਾਵਾਂ ਅੱਛਾਈ ਦਾ ਪ੍ਰਕਾਸ਼ ਮੇਰੇ ਨਾਲ ਨਾਲ ਜਾਵੇ ਔਰ ਬੁਰਾਈ ਦਾ ਅੰਧਕਾਰ ਮੇਰੇ ਤੋਂ ਦੂਰ ਰਵੇ, ਕਿਉਂਕਿ ਮੈਂ ਅੱਛਾਈ ਤੇ ਵਿਸ਼ਵਾਸ ਕਰਨ ਵਾਲਾ ਹਾਂ। ਮੈਂ ਆਪਣੇ ਜੀਵਨ ਨੂੰ ਅੱਛਾ ਬਣਾਉਣਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਛਾਈ ਦੀਆਂ ਵੀ ਕਈ ਸਾਖੀਆਂ ਹੈ, ਪਰ ਹੁਣ ਅੱਗੇ ਲੈ ਚਲੀਏ ਕਿਉਂਕਿ ਅਸੀਂ ਹੁਣ ਸ਼ਾਰਟ 'ਚ ਹੀ ਆ ਜਾਈਏ ਕਿ ਡੂ ਯੂ ਬਲੀਵ ਇਨ ਗੁੱਡਨੈਸ, ਅੱਛਾਈ ਤੇ ਵਿਸ਼ਵਾਸ ਹੈ। ਤਾਂ ਹੁਣ ਅਗਲਾ ਸਵਾਲ ਕੀਤਾ, 6ਵਾਂ, 5 ਹੋ ਗਏ ਨਾ, ਹੁਣ 6ਵਾਂ ਕੀ ਕੀਤਾ ਜੀਸਸ ਨੇ ਕਿ ਡੂ ਯੂ ਬਲੀਵ ਇਨ ਹੈਪੀਨੈਸ। ਜਰਾ ਗੌਰ ਕਰਨਾ, ਇਹਦਾ ਮਤਲਬ ਕੀ ਤੈਨੂੰ ਖੁਸ਼ੀ ਤੇ ਵਿਸ਼ਵਾਸ ਹੈ? ਅੱਛਾ, ਤੁਹਾਨੂੰ ਹੈ ਵਿਸ਼ਵਾਸ? ਕਿਹਨੂੰ ਹੱਥ ਖੜਾ ਕਰੋ, ਫਿਰ ਹੱਸ ਕੇ ਦਿਖਾਓ ਜਰਾ।
ਹੁਣ ਜਿਹਨੂੰ ਖੁਸ਼ੀ ਤੇ ਵਿਸ਼ਵਾਸ ਹੋਏਗਾ ਨਾ, ਹੈਪੀਨੈਸ ਤੇ ਵਿਸ਼ਵਾਸ ਹੋਏਗਾ, ਉਹਦੇ ਚਿਹਰੇ ਤੇ ਸਦਾ ਸਮਾਈਲ ਰਹੇਗੀ, ਉਹ ਕਦੀ ਇਦਾਂ ਨਹੀਂ ਹੋਏ, ਉਹ ਕਦੀ ਮੂੰਹ ਲਟਕਾ ਕੇ ਨਹੀਂ ਬੈਠੇਗਾ। ਕਿਉਂਕਿ ਚਿੰਤਾ ਕਰਨ ਵਾਲਾ, ਹਰ ਵੇਲੇ ਟੈਨਸ਼ਨ ਲੈਣ ਵਾਲਾ, ਡਰਨ ਵਾਲਾ, ਇਹਦਾ ਮਤਲਬ ਇਹਨੂੰ ਹੈਪੀਨੈਸ ਤੇ ਵਿਸ਼ਵਾਸ ਹੈ ਹੀ ਨਹੀਂ, ਤਾਂ ਹੀ ਤਾਂ ਹਰ ਵੇਲੇ ਮੂੰਹ ਲਟਕਾ ਕੇ ਰੱਖਦਾ ਹੈ। ਪਰ ਜਿਹਨੂੰ ਵਿਸ਼ਵਾਸ ਹੈ ਖੁਸ਼ੀ ਤੇ ਕਿ ਰੱਬ ਆਨੰਦ ਰੂਪ ਹੈ, ਕਿਉਂਕਿ ਪਰਮਾਤਮਾ ਨੂੰ ਪਰਮਾਨੰਦ ਕਿਹਾ ਕਿ ਨਹੀਂ, ਔਰ ਪਰਮਾਨੰਦ ਦਾ ਮਤਲਬ, ਹੁਣ ਜਦੋਂ ਬੰਦਾ ਖੁਸ਼ ਹੁੰਦਾ ਉਦੋਂ ਹੀ ਕਹਿੰਦਾ ਮੈਂ ਆਨੰਦ ਵਿੱਚ ਹਾਂ। ਜਦੋਂ ਬੰਦਾ ਰੋਂਦਾ ਹੋਵੇ ਕੋਈ ਪੁੱਛੇ ਕਿੱਦਾਂ, ਬਹੁਤ ਆਨੰਦ ਵਿੱਚ। ਤੇਰੀ ਗੱਲ ਤੇਰੀ ਆਨੰਦ ਵਾਲੀ ਹੈ, ਪਰ ਸ਼ਕਲ ਤੇਰੀ ਇਹ ਤਾਂ ਦੱਸਦੀ ਕੁਝ ਹੋਰ ਹੈ। ਇਸ ਲਈ ਹੈਪੀਨੈਸ ਤੇ ਵਿਸ਼ਵਾਸ ਕਰਨ ਵਾਲਾ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਉਹਦੇ ਚਿਹਰੇ ਤੇ ਸਦਾ ਉਹ ਕਹਿੰਦਾ ਬਿਮਾਰੀ ਹੈ ਪਰ ਮੇਰਾ ਵਿਸ਼ਵਾਸ ਖੁਸ਼ੀ ਤੇ ਹੈ, ਇਸ ਲਈ ਮੈਂ ਇਹ ਬਿਮਾਰੀ ਦਾ ਸਵਾਗਤ ਵੀ ਖੁਸ਼ੀ ਨਾਲ ਹੀ ਕਰਦਾ ਹਾਂ। ਜੋ ਵੀ ਚੀਜ਼ ਮੇਰੇ ਜੀਵਨ ਚ ਆਉਂਦੀ ਹੈ ਨਾ, ਉਹਦਾ ਸਵਾਗਤ ਮੈਂ ਖੁਸ਼ੀ ਨਾਲ ਹੀ ਕਰਦਾ ਹਾਂ। ਉਹ ਹੱਸ ਕੇ ਹੀ ਹਰ ਚੀਜ਼ ਦਾ ਸਾਹਮਣਾ ਕਰਦਾ ਹੈ। ਔਰ ਯਾਦ ਰੱਖੋ, ਜਦੋਂ ਕਿਸੇ ਪ੍ਰੋਬਲਮ ਦਾ ਸਾਹਮਣਾ ਵੀ ਮੁਸਕਰਾ ਕੇ ਕਰਦੇ ਤਾਂ ਪ੍ਰੋਬਲਮ ਛੋਟੀ ਹੋ ਜਾਂਦੀ, ਤੁਹਾਡਾ ਹੌਸਲਾ ਬੜਾ ਹੋ ਜਾਂਦਾ, ਉਹਦਾ ਅੰਤ ਵੀ ਹੋ ਜਾਂਦਾ ਹੈ। ਪਰ ਬੰਦਾ ਕੀ ਕਰਦਾ ਹੈ, ਮਾੜੀ ਜਿਹੀ ਪ੍ਰੋਬਲਮ ਆਉਂਦੀ ਹੈ ਤਾਂ ਖੁਸ਼ ਹੋਣ ਦੀ ਬਜਾਏ ਟੈਨਸ਼ਨ ਜ਼ਿਆਦਾ ਲੈਂਦਾ ਹੈ, ਚਿੰਤਾ ਜ਼ਿਆਦਾ ਕਰਦਾ ਹੈ। ਪਰ ਅੱਜ ਤੋਂ ਚਿੰਤਾ ਕਰਨੀ ਬੰਦ, ਪ੍ਰੋਬਲਮ ਆਵੇ ਉਹਲੇ ਕਹੋ ਕਿ ਮੈਨੂੰ ਖੁਸ਼ੀ ਤੇ ਵਿਸ਼ਵਾਸ ਹੈ, ਇਸ ਲਈ ਹਰ ਚੀਜ਼ ਦਾ ਸਵਾਗਤ ਮੈਂ ਖੁਸ਼ੀ ਨਾਲ ਹੀ ਕਰਨਾ। ਕਿਉਂਕਿ ਜਿਹੜੀ ਚੀਜ਼ ਤੇ ਅਸੀਂ ਵਿਸ਼ਵਾਸ ਕਰਦੇ ਹਾਂ, ਫਿਰ ਸਾਡੀ ਜ਼ਿੰਦਗੀ ਵੀ ਉਦਾਂ ਦੀ ਹੈ। ਸਮਝਦੇ ਹੋ ਕਿ ਨਹੀਂ? ਅੱਜ ਤੋਂ ਕੋਈ ਵੀ ਚੀਜ਼ ਹੋਵੇ, ਫਰਜ਼ ਕਰੋ ਹੁਣ ਘਰ ਜਾਂਦਿਆਂ ਖਾਣਾ ਆਵੇ, ਉਹ 'ਚ ਨਮਕ ਜ਼ਿਆਦਾ ਹੈ ਤਾਂ ਖੁਸ਼ੀ ਨਾਲ ਆਹਾ ਅੱਜ ਤਾਂ ਨਮਕ ਜ਼ਿਆਦਾ ਪੈ ਗਿਆ, ਮਜ਼ਾ ਆ ਗਿਆ। ਹਰ ਚੀਜ਼ ਦਾ ਸਵਾਗਤ ਕਰੋ, ਖਿਜਣ ਦੀ ਬਜਾਏ, ਰੌਲਾ ਪਾਉਣ ਦੀ ਬਜਾਏ, ਲੜਨ ਦੀ ਬਜਾਏ ਖੁਸ਼ੀ ਨਾਲ, ਤਾਂ ਤੁਸੀਂ ਦੇਖੋਗੇ ਕਿ ਰਿਜ਼ਲਟ ਵੀ ਤੁਹਾਨੂੰ ਅੱਛੇ ਮਿਲਣੇ ਸ਼ੁਰੂ ਹੋ ਜਾਣਗੇ। ਜਦੋਂ ਹਰ ਚੀਜ਼ ਦਾ ਫੋਲੋ ਕਰ ਹੁੰਦਾ ਕਿ ਨਹੀਂ, ਜਰਾ ਗੌਰ ਕਰਨਾ। ਇਹ ਕਹਿੰਦੇ ਜ਼ਿੰਦਗੀ ਆਸਾਨ ਹੋ ਜਾਂਦੀ ਹੈ, ਜ਼ਿੰਦਗੀ 'ਚ ਆਨੰਦ ਵੱਧ ਜਾਂਦਾ ਜਦੋਂ ਬੰਦਾ ਹੈਪੀਨੈਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਮੈਨੂੰ ਖੁਸ਼ੀ ਤੇ ਵਿਸ਼ਵਾਸ ਹੈ, ਇਸ ਲਈ ਕੁਝ ਵੀ ਹੋ ਜਾਵੇ ਮੈਂ। ਹੁਣ ਫਰਜ਼ ਕਰੋ ਤੁਸੀਂ ਜਾ ਰਹੇ ਹੋ, ਕੋਈ ਤੁਹਾਡੇ ਪੈਰ ਤੇ ਪੈਰ ਰੱਖ ਦੇਵੇ ਤਾਂ ਉਹ ਗਾਲ ਕੱਢਣ ਦੀ ਬਜਾਏ ਵਾਹ ਯਾਰ ਅੱਜ ਪੈਰ ਰੱਖ ਦਿੱਤਾ, ਮਜ਼ਾ ਆ ਗਿਆ। ਜਦੋਂ ਤੁਸੀਂ ਕਹੋਗੇ ਯਾਰ, ਤਾਂ ਜੇ ਤੁਸੀਂ ਕਹੋ ਓਏ ਦੀਦਾ ਨਹੀਂ, ਤੈਨੂੰ ਨਹੀਂ ਦੀਦਾ ਹੈ, ਕਰ ਲਾ ਕੀ ਕਰਨਾ, ਫਿਰ ਝਗੜਾ ਸ਼ੁਰੂ ਹੋ ਜਾਏਗਾ, ਧੋਣਾ ਫੜਾਂਗਾ ਇੱਕ ਦੂਜੇ ਦੀਆਂ। ਪਰ ਜਦੋਂ ਅਸੀਂ ਵਾਹ ਯਾਰ ਹੈ ਆ ਹੋ ਗਿਆ, ਹੱਸ ਕੇ ਕਹੋਗੇ ਤਾਂ ਅਗਲਾ ਆਪ ਸੌਰੀ ਕਹੇਗਾ। ਕਿਉਂਕਿ ਬਾਹਰਲੀਆਂ ਕੰਟਰੀਆਂ ਜਿਹੜੇ ਗਏ ਨਾ, ਤੁਸੀਂ ਦੇਖਿਆ ਹੋਵੇਗਾ, ਕਦੀ ਯੂਰਪ ਜਾਂ ਇੱਧਰ ਜਾਣ ਦਾ ਮੌਕਾ ਮਿਲਿਆ ਹੋਵੇ, ਉੱਥੇ ਟੱਕਰ ਹੋ ਵੀ ਜਾਵੇ ਨਾ, ਗਲਤੀ ਚਾਹੇ ਦੂਜੇ ਦੀ ਹੋਵੇ, ਉਹ ਇੱਧਰੋਂ ਸੌਰੀ ਕਹਿ ਦੇਣਗੇ, ਸੌਰੀ, ਤਾਂ ਅਗਲਾ ਬੰਦਾ ਆਪੇ ਸ਼ਰਮਿੰਦਾ ਜਿਹਾ ਹੋ ਗਏ, ਇਟਸ ਆਲ ਰਾਈਟ ਯਾਰ, ਠੀਕ ਹੈ, ਥੈਂਕ ਯੂ, ਸੌਰੀ, ਉਹ ਵੀ ਅੱਗੇ ਕੁਝ ਕਹੇਗਾ। ਪਰ ਇੱਥੇ ਆਪਣੇ ਇੰਡੀਆ 'ਚ ਕੀ ਹੁੰਦਾ, ਜ਼ਿਆਦਾਤਰ ਮਾੜੀ ਟੱਕਰ ਹੋ ਜਾਵੇ, ਓਏ ਕਿੱਥੇ ਡੇਲੇ ਪਾੜ ਕੇ ਦੇਖਦੇ, ਇਹਦਾ ਨਹੀਂ ਤੈਨੂੰ ਕਿੱਥੇ ਤੁਰਿਆ ਮੂੰਹ ਚੱਕ ਕੇ, ਅਗਲਾ ਵੀ ਫਿਰ ਉੱਦਾਂ ਦੀ ਗੱਲ ਕਰਕੇ ਧੋਣਾ ਹੀ ਫੜਨ ਦੀ ਕੋਸ਼ਿਸ਼ ਕਰਦੇ, ਉੱਥੇ ਹੀ ਮੁੱਕਮ ਮੁੱਕੀ ਹੋ ਜਾਂਦੀ ਹੈ। ਫਿਰ ਉੱਥੇ ਲੋਕ ਤਮਾਸ਼ਾ ਦੇਖਦੇ ਆ, ਤਾਂ ਕੋਈ ਥੱਲੇ ਕੋਈ ਉੱਪਰ, ਬਾਅਦ 'ਚ ਪੁੱਛੋ ਗੱਲ ਕੀ ਹੋਈ ਸੀ, ਉਹ ਨਹੀਂ ਕੁਛ ਨਹੀਂ, ਬਸ ਮਾੜੀ ਜਿਹੀ ਟੱਕਰ ਹੋ ਗਈ ਸੀ। ਜਰਾ ਸਮਝ ਕੇ ਦੇਖੋ ਜ਼ਿੰਦਗੀ ਆਸਾਨ ਕਿੱਦਾਂ ਹੋਣੀ ਹੈ। ਤਾਂ ਹੀ ਕਿਹਾ ਨਾ, ਗੁਰੂ ਰਹਿਬਰ ਆਉਂਦੇ ਆ ਸਾਡੇ ਜੀਵਨ ਨੂੰ ਆਸਾਨ ਕਰਨ ਵਾਸਤੇ। ਜਦੋਂ ਅਸੀਂ ਹੈਪੀਨੈਸ ਨਾਲ ਹਰ ਮੂਮੈਂਟ ਦਾ ਸਾਹਮਣਾ ਕਰਾਂਗੇ, ਹਰ ਚੀਜ਼ ਦਾ ਅਸੀਂ ਖੁਸ਼ ਹੋ ਕੇ ਸਵਾਗਤ ਕਰਾਂਗੇ ਕਿ ਜੋ ਹੋ ਗਿਆ ਉਹ ਤਾਂ ਹੋ ਹੀ ਗਿਆ, ਕਮ ਸੇ ਕਮ ਹੁਣ ਖੁਸ਼ੀ ਨਾਲ ਹੀ ਇਹਨੂੰ ਮਿਲਾਂ। ਹੁਣ ਜਰਾ ਸੋਚੋ, ਗਾਲਾਂ ਕੱਢਣ ਨਾਲ, ਲੜਾਈ ਕਰਨ ਨਾਲ ਉਹ ਮਸਲਾ ਹੱਲ ਹੋ ਜਾਣਾ? ਜੇ ਕਿਸੇ ਨੇ ਚੋਟ ਲੱਗ ਹੀ ਗਈ ਹੈ, ਉਹ ਠੀਕ ਹੋ ਜਾਣੀ ਹੈ? ਨਹੀਂ। ਪਰ ਜੇ ਸ਼ਾਂਤ ਹੋ ਕੇ ਖੁਸ਼ੀ ਨਾਲ ਮਿਲਾਂਗੇ ਤਾਂ ਜਿਹੜੀ ਚੋਟ ਅੱਗੇ ਲੱਗਣੀ ਹੈ ਉਹ ਤੋਂ ਬਚ ਜਾਵਾਂਗੇ, ਜਿਹੜੀ ਪ੍ਰੋਬਲਮ ਅੱਗੇ ਵਧਣੀ ਹੈ ਉਹ ਤੋਂ ਬਚ ਜਾਵਾਂਗੇ, ਉਹਦਾ ਮਸਲਾ ਹੱਲ ਹੋ ਜਾਏਗਾ। ਸਮਝਦੇ ਹੋ ਕਿ ਨਹੀਂ? ਇਸ ਲਈ ਹੈਪੀਨੈਸ ਤੇ ਬਿਲੀਵ ਕਰਨਾ ਹੈ, ਯਕੀਨ ਕਰਨਾ, ਵਿਸ਼ਵਾਸ ਕਰਨਾ ਹੈ। ਡੂ ਯੂ ਬਿਲੀਵ ਇਨ ਹੈਪੀਨੈਸ? ਕਿੰਨੇ ਗੁਣ ਹੋ ਗਏ ਇਹ? 6। ਹੁਣ 2 ਰਹਿ ਗਏ ਹੈ, ਉਹ ਵੀ ਜਲਦੀ ਜਲਦੀ ਦੱਸ ਦਈਏ। ਫਿਰ ਅੱਗੇ ਜੀਸਸ ਕ੍ਰਾਈਸਟ ਨੇ ਕਿਹਾ ਕਿ ਡੂ ਯੂ ਬਿਲੀਵ ਇਨ ਸਕਸੈਸ? ਕੀ ਤੈਨੂੰ ਕਾਮਯਾਬੀ ਤੇ ਸਫਲਤਾ ਤੇ ਵਿਸ਼ਵਾਸ ਹੈ? ਕੀ ਤੁਹਾਨੂੰ ਹੈ? ਅੱਛਾ, ਕਿਹਨੂੰ ਕਿਹਨੂੰ ਵਿਸ਼ਵਾਸ ਹੈ ਕਾਮਯਾਬੀ ਸਫਲਤਾ ਦੇ? ਕਹਿ ਸਾਰੇ ਦਿੰਦੇ ਹੋ, ਪਰ ਮੂੰਹ ਫਿਰ ਵੀ ਲਟਕੇ ਹੁੰਦੇ ਆ। ਪਤਾ ਨਹੀਂ ਆ ਕੰਮ ਸ਼ੁਰੂ ਕੀਤਾ, ਸਫਲਤਾ ਮਿਲਣੀ ਕਿ ਨਹੀਂ, ਆ ਪਤਾ ਨਹੀਂ ਪੇਪਰ ਦਿੱਤੇ ਪਾਸ ਹੋਣਾ ਕਿ ਨਹੀਂ, ਪਤਾ ਨਹੀਂ ਆਹ ਕੰਮ ਕਰਨਾ 'ਚ ਕੀ ਹੋਣਾ ਹੈ, ਪਤਾ ਨਹੀਂ ਦੁਕਾਨ ਚੱਲਣੀ ਹੈ ਜਾਂ ਨਹੀਂ, ਪਤਾ ਨਹੀਂ ਬੱਚੇ ਕਿੱਦਾਂ ਦੇ ਨਿਕਲਣੇ ਹੈ। ਹਰ ਵੇਲੇ ਨੈਗੇਟਿਵਿਟੀ ਭਰੀ ਰਹਿੰਦੀ। ਤਾਂ ਬਿਲੀਵ ਕਰਦੇ ਆ ਸਕਸੈਸ ਤੇ। ਜਿਹੜੇ ਸਕਸੈਸ ਤੇ ਬਿਲੀਵ ਕਰਨ ਵਾਲੇ ਆ ਨਾ, ਉਹ ਫਿਰ ਕੀ ਕਹਿੰਦੇ ਆ, ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਮੈਨੂੰ ਸਫਲਤਾ ਜ਼ਰੂਰ ਮਿਲੇਗੀ।
ਫਰਜ਼ ਕਰੋ ਜੇ ਸਫਲਤਾ ਨਹੀਂ ਮਿਲਦੀ ਤਾਂ ਉਹ ਨਿਰਾਸ਼ ਨਹੀਂ ਹੁੰਦੇ। ਪਤਾ ਕੀ ਕਹਿੰਦੇ ਐ, ਮੈਨੂੰ ਸਫਲਤਾ ਜ਼ਰੂਰ ਮਿਲਣੀ ਸੀ ਪਰ ਮੇਰੀ ਆ ਕਮੀ ਸੀ ਜਿਹਦੇ ਕਰਕੇ ਸਫਲਤਾ ਨਹੀਂ ਮਿਲੀ। ਅਗਲੀ ਵਾਰ ਨੂੰ ਹੁਣ ਮੈਂ ਕਮੀ ਨੂੰ ਦੂਰ ਕਰਕੇ ਕੋਸ਼ਿਸ਼ ਕਰਨੀ ਔਰ ਮੈਨੂੰ ਯਕੀਨ ਹੈ ਸਫਲਤਾ ਜ਼ਰੂਰ ਮਿਲੇਗੀ। ਇਹਨੂੰ ਕਹਿੰਦੇ ਆ ਇਹ ਬੰਦਾ ਸਕਸੈਸ ਤੇ ਕਾਮਯਾਬੀ ਤੇ ਬਿਲੀਵ ਕਰਨ ਵਾਲਾ, ਯਕੀਨ ਕਰਨ ਵਾਲਾ ਹੈ। ਇਹ ਹਾਰ ਮੰਨਣ ਵਾਲਾ ਹੈ ਨਹੀਂ। ਕਿਉਂਕਿ ਜਦ ਵੀ ਕਿਤੇ ਨਾ ਕਿਤੇ ਸਾਨੂੰ ਹਾਰ ਮਿਲਦੀ ਹੈ ਤਾਂ ਹਾਰ ਨਹੀਂ ਹੁੰਦੀ, ਉਹ ਸਾਡੀ ਕੋਈ ਕਮਜ਼ੋਰੀ ਹੁੰਦੀ ਹੈ ਜਿਹਦੇ ਕਰਕੇ ਸਾਡੇ ਕੁਝ ਨੰਬਰ ਘਟ ਜਾਂਦੇ ਆ, ਕੁਝ ਪੁਆਇੰਟ ਘਟ ਜਾਂਦੇ ਆ। ਉੱਥੇ ਅਸੀਂ ਆਪਣੀ ਕਮਜ਼ੋਰੀ ਨੂੰ ਹਾਰ ਨਹੀਂ ਸਮਝਣਾ ਬਲਕਿ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਂ ਦੂਰ ਕਰਾਂ ਤਾਂ ਕਿ ਅੱਗੇ ਅਗਲੀ ਵਾਰ ਹੋਰ ਮਜ਼ਬੂਤ ਹੋ ਕੇ ਇਹ ਚੀਜ਼ ਦਾ ਮੁਕਾਬਲਾ ਕਰਾਂ ਔਰ ਮੈਂ ਵਿਨ ਕਰਾਂ, ਜਿੱਤ ਜਾਵਾਂ। ਕਿਉਂਕਿ ਮੈਂ ਸਫਲਤਾ ਤੇ ਯਕੀਨ ਕਰਨ ਵਾਲਾ ਹਾਂ। ਇੱਥੇ ਫੇਰ ਦੱਸ ਦਈਏ, ਸਫਲਤਾ ਤੇ ਯਕੀਨ ਕਰਨ ਵਾਲੇ ਪਤਾ ਕੀ ਕਹਿੰਦੇ ਆ, ਉਹ ਕਿਸੇ ਦਰਵਾਜ਼ੇ ਨੂੰ ਖੋਲ੍ਹਣਾ ਹੋਵੇ ਨਾ, ਉਹਨਾਂ ਨੇ ਜਿਹੜੇ ਸਫਲਤਾ ਤੇ ਯਕੀਨ ਕਰਨ ਵਾਲੇ ਉਹ ਲੱਗੇ ਰਹਿਣਗੇ ਟੁੱਕ 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 ਖੜਕਾਈ ਜਾਣਗੇ। ਕੋਈ ਪੁੱਛੇ ਉਹ ਭਾਈ 1 ਘੰਟਾ ਹੋ ਗਿਆ, 2 ਘੰਟੇ ਹੋ ਗਏ, 3 ਘੰਟੇ ਹੋ ਗਏ, ਖੜਕਾਈ ਜਾਂਦਾ, ਕਰਦਾ ਕੀ ਪਿਆ ਹੈ? ਉਹ ਕਹਿੰਦਾ ਭਾਈ ਅਸੀਂ ਸਫਲਤਾ ਤੇ ਯਕੀਨ ਰੱਖਣ ਵਾਲੇ ਆ, 10 ਘੰਟੇ 10 ਸਾਲ ਵੀ ਖੜਕਾਣਾ ਪਵੇ ਤਾਂ ਜਦ ਤੱਕ ਨਹੀਂ ਖੁੱਲਦਾ ਖੜਕਾਉਂਦੇ ਰਹਿਣਾ ਹੈ। ਕਿਉਂਕਿ ਅਸੀਂ ਨਿਰਾਸ਼ ਹੋ ਕੇ ਛੱਡਣ ਵਾਲੇ ਨਹੀਂ ਆ, ਪਿੱਛੇ ਹਟਣ ਵਾਲੇ ਨਹੀਂ ਆ, ਅਸੀਂ ਸਫਲਤਾ ਤੇ ਯਕੀਨ ਕਰਨ ਵਾਲੇ। ਇਸ ਲਈ ਉਦੋਂ ਤੱਕ ਕੋਸ਼ਿਸ਼ ਕਰਨੀ ਹੈ ਜਦ ਤੱਕ ਸਾਨੂੰ ਸਫਲਤਾ ਮਿਲ ਨਾ ਜਾਵੇ। ਸਮਝ ਆਉਂਦੀ ਕਿ ਨਹੀਂ? ਇਸ ਲਈ ਇਹਨੂੰ ਕਹਿੰਦੇ ਇਹ ਹੈ ਬਿਲੀਵ ਕਰਨ ਵਾਲੇ ਸਫਲਤਾ ਦੇ। ਕਿਉਂਕਿ ਕਿਸੇ ਵੀ ਹਾਲਾਤ ਵਿੱਚ, ਕਿਸੇ ਵੀ ਸਿਚੁਏਸ਼ਨ ਵਿੱਚ ਇਹ ਹਾਰ ਨਹੀਂ ਮੰਨਦੇ। ਇਹ ਹਰ ਸਿਚੁਏਸ਼ਨ ਦਾ ਸਾਹਮਣਾ ਕਰਨ ਨੂੰ ਤਿਆਰ ਹੈ, ਹਰ ਹਾਲਾਤ ਦਾ ਮੁਕਾਬਲਾ ਕਰਨ ਨੂੰ ਤਿਆਰ ਹੈ, ਹਰ ਮੁਸ਼ਕਿਲ ਚੋਂ ਨਿਕਲਣ ਨੂੰ ਤਿਆਰ ਹੈ, ਹਰ ਬਿਮਾਰੀ ਨਾਲ ਲੜਨ ਨੂੰ ਤਿਆਰ ਹੈ। ਕਿਉਂਕਿ ਇਹਨਾਂ ਨੂੰ ਯਕੀਨ ਹੈ ਕਿ ਮੈਨੂੰ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਮੇਰਾ ਮਾਲਿਕ ਮੇਰੇ। ਹਾਂ, ਜਿਹੜੀਆਂ ਮੇਰੀਆਂ ਵੀਕਨੈਸ ਹੈ, ਕਮੀਆਂ, ਉਹ ਤਾਂ ਮੈਂ ਦੂਰ ਕਰਨੀਆਂ ਹੀ ਹੈ। ਕਿਉਂਕਿ ਮੇਰਾ ਮਾਲਿਕ ਇਹ ਨਹੀਂ ਚਾਹੁੰਦਾ ਕਿ ਵੀਕਨੈਸ ਲੈ ਕੇ ਜੀਵੇ, ਜਿਹਦੀ ਜ਼ਿੰਦਗੀ ਕਮੀਆਂ ਨਾ ਭਰੀ ਹੋਵੇ। ਇਸ ਲਈ ਮੇਰਾ ਮਾਲਿਕ ਚਾਹੁੰਦਾ ਹੈ ਕਿ ਆਪਣੀਆਂ ਕਮੀਆਂ ਨੂੰ ਸਮਝਾਂ ਔਰ ਇਹਨਾਂ ਕਮੀਆਂ ਨੂੰ ਦੂਰ ਕਰਦਾ ਜਾਵਾਂ ਤਾਂ ਕਿ ਮੈਂ ਜਦੋਂ ਨਿਕਲਾਂ ਤਾਂ ਮੈਂ ਸੰਪੂਰਨ ਹੋ ਕੇ ਨਿਕਲਾਂ। ਕਿਉਂਕਿ ਹਰ ਮਾਂ ਬਾਪ ਇਹ ਚਾਹੁੰਦਾ ਨਾ ਕਿ ਮੇਰੇ ਬੱਚੇ ਅੰਦਰ ਕੋਈ ਕਮੀ ਨਾ ਹੋਵੇ, ਹਰ ਜਗ੍ਹਾ ਮੇਰਾ ਬੱਚਾ ਸੰਪੂਰਨ ਹੋਵੇ। ਬਸ ਰੱਬ ਵੀ ਸਾਡਾ ਇਹੀ ਚਾਹੁੰਦਾ ਹੈ। ਇਸ ਲਈ ਕਿਸੇ ਚੀਜ਼ 'ਚ ਸਫਲਤਾ ਨਾ ਮਿਲੇ, ਕਿਸੇ ਚੀਜ਼ 'ਚ ਹਾਰ ਮਿਲ ਜਾਵੇ ਤਾਂ ਉਹਨੂੰ ਹਾਰ ਨਹੀਂ ਸਮਝਣਾ, ਉਹਨੂੰ ਇਹ ਸਮਝਣਾ ਮੇਰੇ 'ਚ ਕੋਈ ਕਮੀ ਹੈ ਜਿਹਦੇ ਕਰਕੇ ਕੰਮ ਹੱਲ ਹੀ ਨਹੀਂ ਹੋਇਆ। ਹੁਣ ਇਹ ਕਮੀ ਨੂੰ ਦੂਰ ਕਰਾਂ ਤਾਂ ਕਿ ਅਗਲੀ ਵਾਰ ਨੂੰ ਹੱਲ ਹੋ ਜਾਵੇ, ਇਹ ਮਕਸਦ ਜੋ ਮੇਰਾ ਹੈ ਪੂਰਾ ਹੋ ਜਾਵੇ। ਸਮਝ ਆ ਗਈ ਕਿ ਨਹੀਂ? ਇਸ ਲਈ ਇਹਨੂੰ ਕਹਿੰਦੇ ਇਹ ਬੰਦਾ ਸਕਸੈਸ ਤੇ ਬਿਲੀਵ ਕਰਨ ਵਾਲਾ, ਵਿਸ਼ਵਾਸ ਕਰਨ ਵਾਲਾ ਹੈ। ਇਹ ਹਾਰ ਤੇ ਯਕੀਨ ਕਰਨ ਵਾਲਾ ਹੈ ਨਹੀਂ, ਅਸੰਭਵ ਤੇ ਯਕੀਨ ਕਰਨ ਵਾਲਾ ਹੈ ਨਹੀਂ। ਇਹ ਕਹਿੰਦੇ ਨਾਮੁਮਕਿਨ ਕੁਝ ਵੀ ਨਹੀਂ ਹੈ, ਹਰ ਚੀਜ਼ ਮੁਮਕਿਨ ਹੋ ਸਕਦੀ, ਬਸ ਰਸਤਾ ਲੱਭਣਾ ਪੈਂਦਾ ਹੈ। ਕੀ ਕਰਨਾ ਪੈਂਦਾ ਹੈ? ਰਸਤਾ ਲੱਭਣਾ ਪੈਂਦਾ ਹੈ। ਹਰ ਚੀਜ਼ ਸੰਭਵ ਹੋ ਸਕਦੀ ਹੈ। ਪਹਿਲਾਂ ਕਿਹਾ ਜਾਂਦਾ ਸੀ ਚੰਦਰਮੇ ਤੇ ਪਹੁੰਚਣਾ ਮੁਸ਼ਕਿਲ, ਰਸਤਾ ਲੱਭ ਲਿਆ, ਚੰਦਰਮੇ ਤੇ ਪਹੁੰਚ ਗਏ। ਫਿਰ ਕਿਹਾ ਗਿਆ ਮੰਗਲ ਤੇ ਪਹੁੰਚਣਾ ਮੁਸ਼ਕਿਲ, ਰਸਤਾ ਲੱਭਿਆ ਤਾਂ ਕਈ ਜਾਨ, ਉੱਥੇ ਮੰਗਲ ਦੀਆਂ ਫੋਟੋਆਂ ਵੀ ਆ ਗਈਆਂ। ਇੱਥੇ ਤੱਕ ਪਤਾ ਲੱਗ ਗਿਆ ਉੱਥੇ ਪਾਣੀ ਹੈ ਜਾਂ ਨਹੀਂ ਹੈ। ਯਾਨੀ ਤਰੀਕਾ ਲੱਭਣਾ ਪੈਂਦਾ, ਹਰ ਕੰਮ ਹੋ ਜਾਂਦਾ ਹੈ। ਔਰ ਉਹਦੀ ਸਮਝ ਰੱਬ ਨੇ ਸਾਰਿਆਂ ਨੂੰ ਦਿੱਤੀ ਹੋਈ ਹੈ। ਇਸ ਲਈ ਅਸਫਲਤਾ ਤੋਂ ਡਰੋ ਨਾ, ਬਲਕਿ ਬਿਲੀਵ ਕਰੋ, ਯਕੀਨ ਕਰੋ ਕਿ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਇਹ ਕਿੰਨਾ ਕੁਐਸਚਨ ਸੀ? 7ਵਾਂ। ਹੁਣ ਆਖਰੀ ਕੁਐਸਚਨ ਰਹਿ ਗਿਆ ਜਿਹੜਾ ਸਭ ਤੋਂ ਕੀਮਤੀ ਹੈ, ਸਭ ਤੋਂ ਅਹਿਮੀਅਤ ਜ਼ਿਆਦਾ ਇਸ ਪ੍ਰਸ਼ਨ ਦੀ ਹੈ ਜੋ ਜੀਸਸ ਨੇ ਪੁੱਛਿਆ ਕਿ ਡੂ ਯੂ ਬਿਲੀਵ ਇਨ ਯੂਅਰ ਸੈਲਫ। ਸਭ ਤੋਂ ਬੜਾ ਕੁਐਸਚਨ ਪ੍ਰੇਮ ਤੇ ਵਿਸ਼ਵਾਸ ਹੈ, ਸ਼ਾਂਤੀ ਤੇ ਵਿਸ਼ਵਾਸ ਹੈ। ਜਰਾ ਗੌਰ ਕਰਨਾ, ਸੱਚਾਈ ਤੇ ਵਿਸ਼ਵਾਸ ਹੈ, ਭਰਪੂਰਤਾ ਤੇ ਵਿਸ਼ਵਾਸ ਹੈ, ਅੱਛਾਈ ਤੇ ਵਿਸ਼ਵਾਸ ਹੈ, ਖੁਸ਼ੀ ਤੇ ਵਿਸ਼ਵਾਸ ਹੈ, ਸਕਸੈਸ ਸਫਲਤਾ ਤੇ ਵਿਸ਼ਵਾਸ ਹੈ। ਪਰ ਇਹ ਸਾਰੇ ਵਿਸ਼ਵਾਸ ਕਿਸ ਕੰਮ ਦੇ ਜੇ ਤੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ। ਇਸ ਲਈ ਡੂ ਯੂ ਬਿਲੀਵ ਇਨ ਯੂਅਰ ਸੈਲਫ। ਕੀ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੈਂ ਕਰ। ਹੁਣ ਜਰਾ ਸੋਚੋ, ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅੱਜ ਤੱਕ ਤੁਸੀਂ ਸੋਚਦੇ ਹੋ ਮੇਰੇ ਤੋਂ ਨਹੀਂ ਹੋਣੀ? ਪੁੱਠੀ ਸਿੱਧੀ ਚੀਜ਼ ਨਹੀਂ ਸੋਚਣੀ। ਹੁਣ ਬੰਦਾ ਸੋਚੇ ਕਿ ਮੈਂ ਕੁਤਬ ਮੀਨਾਰ ਤੋਂ ਛਾਲ ਮਾਰਨਾ, ਮੈਂ ਸੋਚਦਾ ਮੇਰੇ ਤੋਂ ਨਹੀਂ ਹੋਣੀ, ਅੱਜ ਮਾਰ ਕੇ ਦੇਖਣੀ, ਮੈਂ ਕਰ ਸਕਦਾ ਹਾਂ, ਤਾਂ ਬਾਅਦ ਚੋਂ ਪਿਆ ਹੋਵੇ ICU 'ਚ। ਸੋ ਕਹਿਣ ਦਾ ਮਤਲਬ ਕੀ ਹੈ, ਆਪਣੇ ਜੀਵਨ 'ਚ ਹਾਲਾਤਾਂ ਨੂੰ ਸੋਚੋ। ਬੰਦਾ ਸੋਚਦਾ ਮੇਰੇ ਜੀਵਨ 'ਚ ਆਹ ਪ੍ਰੋਬਲਮ ਹੈ, ਇਹਦਾ ਹੱਲ ਨਹੀਂ ਹੋਣਾ, ਜਾਂ ਮੇਰੇ ਜੀਵਨ 'ਚ ਆਹ ਬਿਮਾਰੀ ਹੈ, ਆਹ ਤਕਲੀਫ ਹੈ, ਇਹਦਾ ਹੱਲ ਨਹੀਂ ਹੋਣਾ। ਨਹੀਂ, ਕਿਉਂਕਿ ਬਾਈਬਲ ਦੀ ਇੱਕ ਲਾਈਨ 'ਚ ਜੀਸਸ ਦੱਸਦੇ ਹੈ ਕਿ ਉਹ ਗॉड ਕਹਿੰਦਾ ਹੈ, ਉਹ ਪ੍ਰਭੂ ਕਹਿੰਦਾ, ਈਸ਼ਵਰ ਕਹਿੰਦਾ ਹੈ, विश्वास रखो मैं तुम्हें स्वास्थ्य करूंगा और तुम्हारे जख्मों को दोबारा भरूंगा। वो कहते ईश्वर कहता विश्वास रख, जे तू बीमार है मैं तेनू
ਸਵਾਸਥ ਕਰੂੰਗਾ। ਜੇ ਤੈਨੂੰ ਜ਼ਖਮ ਮਿਲਿਆ ਹੈ, ਚਾਹੇ ਉਹ ਅੰਦਰੂਨੀ ਹੋਵੇ ਚਾਹੇ ਸਰੀਰਕ ਹੋਵੇ, ਕਿਉਂਕਿ ਕਈ ਜ਼ਖਮ ਅੰਦਰ ਦੇ ਹੁੰਦੇ, ਬੰਦਾ ਤਾਂ ਸੱਟ ਲੱਗ ਗਈ, ਕੋਈ ਮੇਰਾ ਆਪਣਾ ਚਲਾ ਗਿਆ, ਕਹਿੰਦੇ ਵਿਸ਼ਵਾਸ ਰੱਖ, ਉਹ ਤੇਰੇ ਅੰਦਰੂਨੀ ਜ਼ਖਮ ਜਾਂ ਬਾਹਰੀ ਜ਼ਖਮ ਉਹ ਮੈਂ ਭਰਨੇ ਆ, ਔਰ ਵਾਕਈ ਭਰਨ ਵਾਲਾ ਵੀ ਉਹੀ ਹੈ। पर पहली गल आई विश्वास रख, विश्वास रखो, मैं तुम्हें फिर से स्वस्थ करूंगा और तुम्हारे जख्मों को दोबारा भरूंगा। अगर अज तुहाडे जीवन च कोई प्रॉब्लम है, बीमारी है, तकलीफ है, चाहे अंदरूनी है, अंदरूनी का मतलब कोई कहता मेरे पेट च प्रॉब्लम है, मेरे अंदर आ प्रॉब्लम है, या मानसिक तौर पर परेशान है, तो कोई कहता मेरे बाहर आ जख्म है, मेरे बाहर आ प्रॉब्लम है, वो कहता विश्वास रख। वो ईश्वर, वो साडा परम पिता परमात्मा सानू हौसला दे रहा है कि विश्वास रख, मैं तेनू स्वस्थ करूंगा और तेरे जख्म भरूंगा। बोलो समझ दो। इसलिए आज करना कि नहीं विश्वास कि मैनू कामयाबी मिलेगी, सफलता जरूर मिलेगी, क्योंकि मैनू अपने मालिक ते विश्वास है, अपने आप ते विश्वास है। हुण जे मैनू विश्वास है तो हर बीमारी नाल लड़न नू मैं हार नहीं मननी, हर मुश्किल का सामना करन नू मैं हार। अज तो ये यकीन, ये हौसला, ये हिम्मत लैके जाना तुसीं, ये साडे वालों गिफ्ट है तुहानूं क्रिसमस का, समझदे हो? क्योंकि जिन्होंने हौसला मिल गया ना, सब तो बड़ी चमत्कारी शक्ति विश्वास, जिन्होंने ये मिल गया ना, उसके जीवन च चमत्कार होंदे है फिर, क्योंकि उन्हें विश्वास है कि मेरा मालिक मैनू कामयाबी देगा, और विश्वास करने वाले नूं कामयाबी मिलती जरूर है। जिन्होंने विश्वास है कि मेरा मालिक मैनू ये दुख चो जरूर कढ़ेगा, फिर उन्होंने हर दुख तो मुक्ति जरूर मिलती है, क्योंकि विश्वास। इसलिए तो जीसस ने भी कह दिता कि ईश्वर आप कहता है विश्वास रखो, मैं तुम्हें स्वस्थ करूंगा और तुम्हारे जख्मों को दोबारा भरूंगा। कि जे तेरे जिस्म ते कोई जख्म आ भी गया, कोई तेनू प्रॉब्लम आ भी गई है, तो मैं भरने वाला बैठा हाँ, कमी नू दूर करने वाला बैठा। वो कहते विश्वास रख, क्योंकि जिहड़ा पहला मैनू बना सकता मेरिया कमियां नू ठीक भी, इसलिए विश्वास रखना है। असीं अज तो बोलो रखोगे कि नहीं? इसलिए एक गल अपने वालों कहांगे कि बिलीव इन गॉड, फियर नॉट। समझ आई नहीं? फिर कह दिए बिलीव इन गॉड, फियर नॉट, कि रब ते भरोसा करो, डरो मत। अज तो डरना नहीं है, इसलिए कह दो मैनू अपने मालिक ते पूरा, क्योंकि गॉड कह लो, वाहेगुरु कह लो, अल्लाह कह लो, ईश्वर कह लो, भगवान कह लो, राम कह लो, मालिक कह लो, गल तो इको ही है ना। इसलिए बिलीव इन गॉड, फियर। अज तो ये कह दिया करना जो डर लगे ना, मैं मालिक पे भरोसा कर लो, मैं नहीं डरदा इन्हां चीज़ों तो। आ किहड़ी चीज़ मैनू डरा रही है? फियर नॉट। हुण फियर फूर गए मेरी जिंदगी चों, हुण तो हर पासे विश्वास ही चलता, मालिक की रहमत, मालिक का प्यार ही मेरे नाल चल रहा है। बोलो चल रहा कि नहीं? हुण तुहाडे नाल की चलदा? डर चलता है, चिंता चलती है, या मालिक का विश्वास चलता है? मालिक का प्यार चलता है। अच्छा किहदे अंदर विश्वास चलता है? फिर वो कहेगा की चलता तुहाडे अंदर? मालिक दा, मालिक दा, मालिक दा। और किहदे अंदर प्यार चलता है? मेरे अंदर चलता है मालिक दा, मालिक दा, मालिक दा। ये कहना नहीं है, करना भी है कि मैनू अपने मालिक नाल बहुत, मैनू अपने मालिक नाल बहुत, मैनू अपने मालिक नाल बहुत, मैनू अपने मालिक दे पूरा, मैनू अपने मालिक दे पूरा, मैनू अपने मालिक दे पूरा। मेरा मालिक मेरे, मेरा मालिक मेरे, मेरा मालिक मेरे, मेरिया चोलियां खुशियां नाल, मेरिया चोलियां खुशियां नाल, मेरिया चोलियां खुशियां नाल, मेरे सारे दुख दूर, मेरे सारे दुख दूर, मेरे सारे दुख दूर, मेरिया चोलियां रहमतां नाल, मेरिया चोलियां रहमतां नाल, मेरिया चोलियां रहमतां नाल। मेरा मालिक मेरे, बस ऐसा नाल ही समझना हर वेले। फील करो की महसूस हो रहा है। इदा की फीलिंग होती है कि लगड़ा भी कहे चढ़ जाओ पहाड़ में, माउंट एवरेस्ट की है मेरे सामने है। एनर्जी को फील करो अपने अंदर, असंभव संभव तुम कर सकते हो, क्योंकि तुहाडे अंदर वो ईश्वर का साम्राज्य है। बोलो समझते हो? तुहाडे अंदर है वो तुहाडा मालिक, तुहाडे अंदर है वो तुहाडा परम शक्तिशाली पिता। इसलिए तुसी कमजोर नहीं हो। अज तो अपनी ऊर्जा को फील करो, अपनी एनर्जी को फील करो। नामुमकिन मुमकिन करने की ताकत है तुहाडे अंदर, असंभव को संभव करने की ताकत है तुहाडे अंदर, हर बीमारी का अंत करने की ताकत है तुहाडे अंदर, हर मुश्किल को खत्म करने की ताकत है तुहाडे अंदर, क्योंकि वो परमात्मा, वो मालिक है तुहाडे अंदर।
विश्वास करो उस पर। इसलिए अज तो मैं अपने मालिक ने विश्वास करना है, किसी चीज तो डरना। बिलीव इन गॉड, फियर नॉट। इसलिए ਹੁਣ एक होर कह दिए, बी स्ट्रांग, फियर नॉट। अपने आप ਨੂੰ मजबूत बनाओ, डरो नहीं। क्योंकि ਜਿਹੜੇ मालिक ਤੇ विश्वास करने वाले वो कमजोर नहीं होंगे, वो ब्रेव होंगे है, बहादुर होंगे है, स्ट्रांग होंगे है, मजबूत होंगे, वो किसी चीज़ तो डरते नहीं है। इसलिए तुसी डरन वाले नहीं आ, अपने मालिक नाल प्रेम करने वाले हो, अपने मालिक ते विश्वास करने वाले हो। क्योंकि ਜਿਹੜੇ अपने मालिक ते विश्वास करने वाले है वो किसी चीज़ तो, किसी हालात तो नहीं डरते। समझते हो कि नहीं? इसलिए ये गल दिल दिमाग च इदा गठ बन लेनी है। जिदा दसिया ये गिफ्ट दिता ना, इहनूं संभाल के लै जाओ और सारी जिंदगी ਇਹਦਾ इस्तेमाल करना है, मज़ा तो फिर आएगा। क्योंकि ये जो गिफ्ट है ना, अगर संभाल लोगे तो तुहाडी जिंदगी बदल देगा। इसलिए अज तो हुण आखिरले वचनां च यही कहांगे, वैसे तो बहुत कुछ कह दिता पर फिर कहांगे कि यकीन रखना है, विश्वास रखना है, भरोसा रखना है, और सारे डर सारियां चिंतावां अज इत्थे ही खत्म मसल के जानियां। असीं खत्म करके जाना कि लै भी झाड़नियां की है, खत्म ही हो गई कि हुण सानू अपने मालिक की रहमत ते पूरा यकीन है, पूरा विश्वास है कि मेरा मालिक हर कदम ते मेरे सुआण वाला समा तुहाडे सब दे वास्ते खुशियां भरिया होवे, कामयाबी भरिया होवे। एक बार फिर तुहानू सारियां नू जीसस क्राइस्ट दे एक क्रिसमस के पवित्र दिहाड़े दियां बहुत बहुत बधाइयां, बहुत बहुत मुबारकां। और जिस तरह अज आनंद लिया, ये एनर्जी लई है, ऊर्जा लई है, इसी तरह वीरवार आ रहा है। तुहानू पता हर वीरवार सत्संग हुंदा है। कल दा सत्संग भी है भोजोवाल जलंधर, जो कि रामा मंडी के नाल ही है। भोजोवाल का पता ही है तुहानू, कल उत्थे सत्संग है। फिर वीरवार दरबार ते सत्संग, और 31 तरीक जो साल का आखिरी दिन है, उस दिन शाम को 8 बजे सत्संग का टाइम रखा हुआ है। इसलिए कोशिश करिए कि 31 तरीक रात को असी समय नाल पंडाल च पहुँचीए, सत्संग दे विच शामिल होइए। और जो ये सन 2021 है, ये जान वाले साल नूं मालिक दे कदमां च बह के सत्संग का आनंद लैंदे हुए खुशियां दे नाल अलविदा कहिए, और आने वाले साल 2022 का मालिक दे चरनां च बह के स्वागत करिए, मालिक दे दरबार च बह के स्वागत करिए। क्योंकि जिहड़ी चीज़ की शुरुआत मालिक दे घर चों होएगी, रहमतां नाल होएगी, आनंद नाल होएगी, एनर्जी नाल होएगी, तो जरा सोचो वो पूरा साल किदां दा होएगा। जिद्दां कहंदे आ ना कई कि सवेरे सवेरे उठ के पॉजिटिव सोचो ताकि पूरा दिन चंगा लंघे। वही कहांगे पूरा दिन 365 दिनों को किद्दां चंगे बनाना, तो यही सोचीए कि साल के चढ़ते जी असीं ओह एनर्जी लैके जाइए घरां नूं कि साडा पूरा साल ही चंगा लंघे, एनर्जी नाल भरपूर लंघे। इसलिए सारिਆਂ ने कोशिश करनी है जी शामिल होने की, क्योंकि साधन सारे को होंगे है। इसलिए आप भी आओ, बाकी होर भी दरबार में जो जी जुड़े है या सज्जन मित्र है उन्होंने भी लैके आओ, ताकि जो आनंद तुसी लेना है। क्योंकि कई बार देखिया ऐसी कि यार दोस्तों को लैके ना बंदा थिएटर में फिल्म देखने चला जाता, चल यार वो फिल्म लगी देख आइए, या फलाने पब क्लब चलते हैं, न्यू ईयर उत्थे मनाइए। पर जरा हम गौर करना, उत्थे बंदा आप तो बुरे पासे जाता, दूजिया भी लै जाता है। तो इधर आप भी असी सत्संग चाहिए तो अपने सज्जना मित्रों भी सत्संग च लैके आइए। क्योंकि अगर वो भी 2 घड़ियाँ सत्संग च बह जाएंगे तो हो सकता उन्होंने जीवन भी बदल जाए, और आने वाला साल उन्होंने वास्ते भी कामयाबी, सफलता, खुशियां भरिया आ जाए। क्योंकि जिहड़ी चीज़ की शुरुआत कहते ना पलटू सोई दिन भला, कि किहड़ा दिन इंसान की जिंदगी चंगा हुंदा कि जिहड़ा दिन परमात्मा दे नाम दे नाल शुरू हो जाए, उहदी याद नाल शुरू हो जाए, वो दिन चंगा। तो फिर जदों साल ही नवां उहदी याद नाल, उहदी रहमत नाल शुरू होएगा तो पूरा साल ही साडे वास्ते चंगा होएगा। कहते ना पलटू सोई दिन भला जा मुख निकसे नाम, कि जो मुख चों नाम निकले वो दिन चंगा। लगन मुहूर्त झूठ सब और बिगाड़े काम। बाकी लगना मुहूर्तां की चिंता ना कर, किहड़ा लगन किहड़ा मुहूर्त चंगा। वो कहते जो रब का नाम लै लिया तो लगन मुहूर्त आप ही चंगे हो जाते, क्योंकि सब कुछ करने वाला तो वो मालिक है। इसलिए कोशिश करो कि 31 तरीक को हुम हुमा के पहुँचो। और ये गल कहांगे जिन्नी जल्दी आओगे उन्नी जल्दी नेड़े बैठने की जगह मिलेगी तुहानूं। जे लेट आए तो हो सकता बाहरले पंडाल 'च बैठना पवे। इसलिए कोशिश करो टाइम नाल आ जाओ। सलाह दे रहे तुहानूं, क्रिसमस का कोई तो बेनीफिट होर दे दईए तुहानूं, क्योंकि संगत हज़ारां की गिणती 'च पहुँचनी है। तो जिन्ना जल्दी आइए उन्ना जल्दी नेड़े होके इदा आनंद असीं ज़्यादा लवांगे। तो कोशिश करो कि टाइम नाल दरबार ते पहुँचीए और 31 तरीक दे रात दे सत्संग का आनंद माणीए, और मालिक दीआं रहमतां नूं, एनर्जी नूं,
ਕਿਰਪਾ ਨੂੰ, ਉਹ ਬਖਸ਼ਿਸ਼ ਨੂੰ ਹਾਸਲ ਕਰਕੇ ਆਪਣਾ ਜੀਵਨ ਸਫਲ ਬਣਾਈਏ। ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਮਾਲਕ ਤੁਹਾਨੂੰ ਬਲ ਬਖਸ਼ਣ ਔਰ ਤੁਹਾਨੂੰ ਇਹ ਤਾਕਤ ਦੇਣ ਕਿ ਤੁਸੀਂ ਨੇਕੀਆਂ ਕਰਕੇ, ਅੱਛਾਈਆਂ ਕਰਕੇ ਔਰ ਆਹ ਜਿਹੜੇ 8 ਨਿਯਮ ਦੱਸੇ ਹੈ, ਇਹਨਾਂ ਨਿਯਮਾਂ ਨੂੰ ਆਪਣੇ ਜੀਵਨ 'ਚ ਉਤਾਰ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕੋ। ਔਰ ਅੱਜ ਜਿੰਨੇ ਵੀ ਜੀਵ ਇਸ ਖੁਸ਼ੀ ਦੇ ਦਿਨ ਤੇ ਮਾਲਕ ਦੇ ਦਰਬਾਰ 'ਚ ਪਹੁੰਚੇ ਹੈ, ਹਾਜ਼ਰੀਆਂ ਲਗਾ ਰਹੇ ਹੈ, ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਬਹੁਤ ਜੀਵ ਐਸੇ ਹੈ ਜਿਹੜੇ ਅੱਜ ਮਾਲਕ ਦੇ ਨਾਮ ਦੀਆਂ ਨਿਆਜ਼ਾਂ ਵੀ ਲੈ ਕੇ ਆਏ ਹੈ। ਜੇ ਕੋਈ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ ਤਾਂ ਮਾਲਕ ਉਹਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਨ ਔਰ ਉਹ ਜੀਵ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣ ਕਿ ਉਹਨੂੰ ਕਦੀ ਫਰਿਆਦਾਂ ਕਰਨ ਦੀ, ਮੰਗਣ ਦੀ ਜ਼ਰੂਰਤ ਹੀ ਨਾ ਪਵੇ। ਔਰ ਜਿਹੜੇ ਜੀਵ ਆਪਣੀ ਤਕਲੀਫ, ਦੁੱਖ, ਪਰੇਸ਼ਾਨੀ ਦੀ ਨਿਆਜ਼ ਲੈ ਕੇ ਆਏ ਹੈ, ਉਹ ਜਿਸ ਭਾਵਨਾ ਨਾਲ ਨਿਆਜ਼ ਦੇ ਰਹੇ ਹੈ, ਮਾਲਕ ਉਹਨਾਂ ਦੀ ਨਿਆਜ਼ ਨੂੰ ਕਬੂਲ ਕਰਨ ਔਰ ਉਹਨਾਂ ਦੀ ਭਾਵਨਾ ਨੂੰ ਪੂਰਾ ਕਰਨ, ਮਨੋਕਾਮਨਾ ਨੂੰ ਮਾਲਕ ਪੂਰਾ ਕਰਨ। ਔਰ ਜਿਹੜੇ ਜੀਵ ਸੇਵਾ 'ਚ ਯੋਗਦਾਨ ਦੇਣ ਵਾਲੇ ਹੈ, ਮਾਲਕ ਉਹਨਾਂ ਦੇ ਕੰਮਕਾਰ 'ਚ ਵੀ, ਕਮਾਈਆਂ 'ਚ ਵੀ ਬਰਕਤਾਂ ਦੇਣ ਤਾਂ ਕਿ ਉਹਨਾਂ ਨੂੰ ਮਾਲਕ ਬਹੁਤਾ ਦੇਣ, ਤਾਂ ਕਿ ਇਸੇ ਤਰ੍ਹਾਂ ਮਾਲਕ ਦੇ ਘਰ ਦੀ ਸੇਵਾ ਕਰਕੇ ਉਹ ਮਾਲਕ ਦੀਆਂ ਰਹਿਮਤਾਂ ਨੂੰ ਹਾਸਲ ਕਰਕੇ ਉਹ ਆਸ਼ੀਰਵਾਦ, ਉਹ ਦੁਆਵਾਂ, ਉਹ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹਿਣ। ਔਰ ਆਪਣੀ ਰਹਿਮਤ, ਆਪਣੀ ਬਖਸ਼ਿਸ਼ ਹਮੇਸ਼ਾ ਮਾਲਕ ਤੁਹਾਡੇ ਸਭ ਤੇ ਬਣਾਏ ਰੱਖਣ। ਤੁਹਾਡਾ ਸਭ ਦਾ ਜੀਵਨ ਖੁਸ਼ੀਆਂ, ਰਹਿਮਤਾਂ, ਬਰਕਤਾਂ ਨਾਲ ਭਰਪੂਰ ਹੋਵੇ। ਜ਼ਰਾ ਹੱਸ ਕੇ ਦਿਖਾਓ, ਖੁੱਲ੍ਹ ਕੇ ਹੱਸਣਾ ਜ਼ਰਾ। ਬਸ ਆਹ ਜਿਹੜੀ ਸਮਾਈਲ ਤੁਹਾਡੇ ਚਿਹਰੇ ਤੇ ਹੈ, ਇਹ ਸਮਾਈਲ, ਇਹ ਖੁਸ਼ੀ ਸਦਾ ਤੁਹਾਡੇ ਜੀਵਨ 'ਚ ਬਣੀ ਰਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ स्वीकार करो। जय मालका दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय मालका दी।